सत श्रीकाल मैं उस्मान जाली हमेशा देता रहा थोड़े स्वागत करते हैं एवरी ट्यूसडे 11 तो 12 डॉक्टर राज बेंस के नाल बिकॉज नो पॉइंट मैं बोली जावा मोस्ट इंपोर्टेंट कि डॉक्टर जी बड़ी अच्छी इन्फॉर्मेशन गल्लां लैके आंदे ने अज पता करते हैं किहड़े टॉपिक ते गल करनी है आई होप तुसी सारे ट्यून इन करके वॉच करोगे स्टार्ट करने तो पहले मैं थोड़ा टैलीफोन रिपीट कर देना तुसी प्लीज़ जो प्रोग्राम स्टार्ट होंगे उसके दरम्यान कॉल करा करो ताकि लाइना काफ़ी बिजी हो जाती ताकि असं थोड़ा कॉल लै सकीए अगर तुसी मैसेज छड्डना बाद गल करनी वो भी हो सकता है 0121 551 1001 ते कॉल करो तो वी आर वेटिंग फॉर योर कॉल्स थैंक यू जी डॉक्टर साहब वाहिगुरू जी का खालसा वाहिगुरू जी की फतेह वाहिगुरू जी का खालसा वाहिगुरू जी की फतेह भाजी थैंक यू देखो मैं यू नो साडे ते मेरे डॉक्टर दा सानू पता नहीं हुंदा कि की गल करनी असीं बैठ के हुणे डिस्कस कीता सीगा ते डॉक्टर जी कहंदे आदे ते गल कर लेने मैं कहा ठीक है बड़ी अच्छी है क्योंकि कोई भी बीमारी की गल करो असीं वो बीमारियां तो सानू सारिਆਂ ਨੂੰ है ही है किसी न किसी तरीके ਨਾਲ ਹਾਂਜੀ ਹਾਂਜੀ ਹਰੇਕ ਘਰ 'ਚ ਕੋਈ ਨਾ ਕੋਈ ਬਿਮਾਰੀ ਤਾਂ ਹੈਗੀ ਆ सर यार होर किसी की कमी होवे बीमारी की कमी नहीं है ਬਿਮਾਰੀ ਜ਼ਰੂਰ पैसे की कमी हो जाए प्यार मोहब्बत की कमी हो जाए लेकिन बीमारी की कमी नहीं किसी को ਬਿਮਾਰੀਆਂ ਬਹੁਤ ਜ਼ਿਆਦਾ ਅੱਜ ਕੱਲ੍ਹ बहुत जास्ती है भाजी बहुत जास्ती है ਤੁਸੀਂ रब खैर करे तुसी हुणे प्राइम मिनिस्टर की मीटिंग सुनी कल ਉਹਦਾ ਅੱਜ ਅਨਾਉਂਸਮੈਂਟ ਹੋਏਗੀ ਸੈਕੰਡ ਵੇਵ ਇਜ਼ ਕੁਆਇਟ ਸੀਰੀਅਸ ਅਸੀਂ ਸ਼ੁਰੂ ਤੋਂ ਕਹਿੰਦੇ ਰਹੇ ਕਾਲ ਚੈਨਲ ਦੇ ਉੱਪਰ ਕਿ ਪਲੀਜ਼ ਆਪਣਾ ਖਿਆਲ ਰੱਖੋ ਇਹਦੇ ਬਾਰੇ ਵੀ ਅਸੀਂ ਪ੍ਰੋਗਰਾਮ 1 ਘੰਟੇ ਦਾ ਪ੍ਰੋਪਰ ਕਰਾਂਗੇ ਤਾਂ ਕਿ ਆਪਣੇ ਜਿੰਨੇ ਵੀ ਘਰ ਬੈਠੇ ਨੇ ਬਜ਼ੁਰਗ ਉਹਨਾਂ ਨੂੰ ਸਮਝਾ ਸਕੀਏ ਕਿ ਪ੍ਰਾਈਮ ਮਿਨਿਸਟਰ ਨੇ ਕੀ ਕਿਹਾ ਜੀ ਡਾਕਟਰ ਸਾਹਿਬ ਅੱਜ ਕੀ ਗੱਲ ਕਰ ਰਹੇ ਹਾਂਜੀ ਅੱਜ ਆਪਾਂ ਜੀ ਕੋਲੇਸਟ੍ਰੋਲ ਦੀ ਗੱਲ ਕਰਦੇ ਕੀ ਬਾਤ ਹੈ ਕੀ ਬਾਤ ਹੈ ਇਹ ਤਾਂ ਸਾਰੇ ਪਾਸ ਪੁੰਜੀ ਬਣੀ ਹੈ ਕੋਲੇਸਟ੍ਰੋਲ ਦੀ ਤਾਂ ਹਰ ਪਾਸੇ ਹੈਗੀ ਹੈ ਉਹਦੀ ਹਾਂਜੀ ਹਾਂਜੀ ਤਕਰੀਬਨ ਹੁਣ ਹਰੇਕ ਘਰ 'ਚ ਕੋਈ ਨਾ ਕੋਈ ਹੈਗਾ ਹੈ ਜਿਹੜਾ ਕੋਲੇਸਟ੍ਰੋਲ ਦੀ ਗੋਲੀ ਖਾਂਦਾ ਹੈ ਡਾਕਟਰ ਸਾਹਿਬ ਮੇਰੇ ਦਿਮਾਗ 'ਚ ਗੱਲ ਹੈਗੀ ਹੋਪ ਕਿ ਤੁਸੀਂ ਉਹ ਗੱਲ ਕਰੋਗੇ ਕਿ ਇਹਦੇ ਪਿੱਛੇ ਨਾ ਲੋਕੀ ਬਹੁਤ ਗਲਤ ਫਹਿਮੀਆਂ 'ਚ ਨੇ ਕੋਲੇਸਟ੍ਰੋਲ ਬਾਰੇ ਤੇ ਆਈ ਹੋਪ ਕਿ ਤੁਸੀਂ ਸਾਰਾ ਕਲੀਅਰ ਕਰੋਗੇ ਹਾਂਜੀ ਅੱਜ ਆਪਾਂ ਇਹ ਗਲਤ ਫਹਿਮੀਆਂ ਸਾਰੀਆਂ ਕਲੀਅਰ ਕਰਾਂਗੇ ਹਾਂਜੀ ਦੈਟਸ ਰਾਈਟ ਬਿਲਕੁਲ ਗਲਤ ਫਹਿਮੀਆਂ ਹੀ ਆ ਤੇ ਇਹਦੀ ਮੈਂ ਪੂਰੀ ਸਟੋਰੀ ਤੁਹਾਨੂੰ ਸੁਣਾਉਣਾ ਵੀ ਕਿੱਦਾਂ ਇਹ ਕੋਲੇਸਟ੍ਰੋਲ ਦੀਆਂ ਗੋਲੀਆਂ ਬਣੀਆਂ ਤੇ ਹੈਗੀ ਹੁਣ ਅੱਜ ਕੱਲ੍ਹ ਇਹ ਸਟੋਰੀ ਬਣ ਜਾਂਦੀ ਆ ਕਿਉਂਕਿ ਪਹਿਲਾਂ ਹੁੰਦਾ ਸੀ ਵੀ ਇਹ ਬਿਮਾਰੀ ਆ ਇਹਦੇ ਲਈ ਆਪਾਂ ਦਵਾਈ ਲੱਭੀਏ ਤੇ ਹੁਣ ਕੁਛ ਗਲਤ ਹੀ ਹੋ ਗਿਆ ਹੁਣ ਕਹਿੰਦੇ ਪਈ ਸਾਡੇ ਕੋਲ ਆਹ ਕੰਪਾਊਂਡ ਆਇਆ ਕਿ ਇੱਕ ਕੈਮੀਕਲ ਆਇਆ ਸੀ ਲੈਬੋਰੇਟਰੀ ਵਿੱਚ ਬਣਾਇਆ ਵੀ ਇਹਦੇ ਲਈ ਕੋਈ ਬਿਮਾਰੀ ਲੱਭੀ ਹੈ ਹੁਣ ਡਾਕਟਰ ਜੀ ਬਹੁਤ ਸਵਾਲ ਦੀ ਗੱਲ ਹੈ ਬਹੁਤ ਇਹ ਸਮਝਣ ਵਾਲੀ ਗੱਲ ਹੈ ਰੀਅਲੀ ਹੈ ਕਿ ਉਹਨਾਂ ਦੀ ਇਹ ਪਤਾ ਸੁਣਨ ਵਾਲੀ ਗੱਲ ਹੈ ਅਸੀਂ ਬੇਸ਼ੱਕ ਕਹਿ ਦਿੰਦੇ ਹਾਂ ਕਿ ਇੰਡੀਆ ਪਾਕਿਸਤਾਨ ਇੱਦਾਂ ਦੀ ਗੱਲਾਂ ਹੁੰਦੀਆਂ ਪਲੀਜ਼ ਵੈਸਟਰਨ ਕੰਟਰੀ 'ਚ ਹੁੰਦੀਆਂ ਅੱਜ ਗੱਲ ਸੁਣੋ ਡਾਕਟਰ ਸਾਹਿਬ ਸਮਝਾਉਣਗੇ ਹਾਂਜੀ ਸੋ ਆਪਾਂ ਜਿੱਦਾਂ ਪਹਿਲਾਂ ਇੱਕ ਪ੍ਰੋਗਰਾਮ ਡਿਸਕਸ ਕੀਤਾ ਸੀ ਨਾ ਵੀ ਮੈਨੋਪੌਜ਼ ਬਾਰੇ ਮੈਨੋਪੌਜ਼ ਇੱਕ ਨੈਚੁਰਲ ਪ੍ਰੋਸੈਸ ਆ ਹਰੇਕ ਲੇਡੀ ਨੂੰ ਜਾਣਾ ਪੈਂਦਾ ਥਰੂ ਇਟ ਤੇ ਉਹਨੇ ਬਣਾਤਾ ਵੀ ਇੱਕ ਬਿਮਾਰੀ ਆ ਇਹਦੇ ਲਈ ਇਹ ਦਵਾਈਆਂ ਵਰਤੋ ਹੈ ਨਾ ਤੇ ਉਹ ਦਵਾਈਆਂ ਦੇ ਆਪਾਂ ਦੱਸੇ ਸੀ ਵੀ ਕਿੰਨੇ ਸਾਈਡ ਇਫੈਕਟਸ ਹੁੰਦੇ ਆ ਉਹਦੇ ਬ੍ਰੈਸਟ ਕੈਂਸਰ ਹੋ ਜਾਂਦੀ ਸੀ ਯੂਟਰਸ ਦੀ ਕੈਂਸਰ ਹੋ ਜਾਂਦੀ ਸੀ ਤੇ ਹੁਣ ਉਹ ਥੋੜ੍ਹੀਆਂ ਜਿਹੀਆਂ ਦਵਾਈਆਂ ਬਦਨਾਮ ਹੋਈਆਂ ਤੇ ਬਾਕੀ ਆਪਾਂ ਆਸਟੀਓਪੋਰੋਸਿਸ ਬਾਰੇ ਗੱਲ ਕੀਤੀ ਸੀਗੀ ਆਸਟੀਓਪੋਰੋਸਿਸ ਜਿਹੜਾ ਇੱਕ ਨੈਚੁਰਲ ਪ੍ਰੋਸੈਸ ਆ ਜਿੱਦਾਂ ਤੁਹਾਡੀ ਉਮਰ ਵੱਧਦੀ ਜਾਂਦੀ ਆ ਹੱਡੀਆਂ ਥੋੜ੍ਹੀਆਂ ਪਤਲੀਆਂ ਹੋਣ ਲੱਗ ਪੈਂਦੀਆਂ ਪਰ ਉਹਦੀ ਇੱਕ ਬਿਮਾਰੀ ਬਣਾ ਦਿੱਤੀ ਆ ਤੇ ਇੰਨੀਆਂ ਖਤਰਨਾਕ ਦਵਾਈਆਂ ਉਹਨਾਂ ਨੂੰ ਵਰਤਣ ਲਈ ਦੇ ਰਹੇ ਆ ਵੀ ਇਹ ਹੀ ਖਾਓ ਤੁਸੀਂ ਤੇ ਉਹ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਨਾਂ ਦਾ ਇਫੈਕਟਿਵ ਵੀ ਨਹੀਂ ਹੈਗੀਆਂ ਇੰਨੀਆਂ ਦਵਾਈਆਂ ਇੰਨਾ ਚਿਰ ਖਾਣੀਆਂ ਵੀ ਪੈਂਦੀਆਂ ਤੇ ਉਹਨਾਂ ਦੇ ਇੰਨੇ ਖਰਾਬ ਸਾਈਡ ਇਫੈਕਟਸ ਵੀ ਸੀਗੇ ਸੋ ਕੋਲੇਸਟ੍ਰੋਲ ਦੀ ਕਹਾਣੀ ਵੀ ਕੁਛ ਇੱਦਾਂ ਦੀ ਆ ਤੇ ਹੁਣ 40-45 ਸਾਲ ਪਹਿਲਾਂ ਦੀ ਗੱਲ ਆ ਉਦੋਂ ਕੋਲੇਸਟ੍ਰੋਲ ਬਾਰੇ ਕੋਈ ਨੌਲੇਜ ਨਹੀਂ ਸੀਗੀ ਕੋਈ ਬੋਦਰ ਨਹੀਂ ਸੀ ਕਰਦਾ ਕੋਲੇਸਟ੍ਰੋਲ ਬਾਰੇ ਤੇ ਤੁਹਾਨੂੰ ਪਤਾ ਹੀ ਹੈ ਸਾਡੇ ਬਜ਼ੁਰਗ ਹੁੰਦੇ ਸੀਗੇ ਪਿੰਡਾਂ ਵਿੱਚ ਉਹ ਚੰਗਾ ਘੇ ਖਾਂਦੇ ਸੀ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਸੀ ਹੁੰਦਾ ਤੇ ਫਿਰ ਇੱਕ ਕੰਪਨੀ ਨੇ ਇੱਕ ਦਵਾਈ ਲੈਬੋਰੇਟਰੀ ਵਿੱਚ ਬਣਾਈ ਤੇ ਉਹਨੇ ਹੈਲਥੀ ਵੋਲੰਟੀਅਰਸ 'ਤੇ ਟੈਸਟ ਕੀਤੀ ਤੇ ਉਹਨੇ ਦੇਖਿਆ ਵੀ ਇਹ ਕੋਈ ਖਾਸ ਕੰਮ ਤਾਂ ਨਹੀਂ ਕਰਦੀ ਪਰ ਇੱਕ ਆਹ ਰਿਜ਼ਲਟ ਆਇਆ ਬਲੱਡ ਟੈਸਟ ਜਦੋਂ ਕਰਦੇ ਸੀ ਵੀ ਕੋਲੇਸਟ੍ਰੋਲ ਘਟਾ ਦਿੱਤਾ ਇਹਨੇ ਹਾਂਜੀ ਤੇ ਉਹਨੇ ਫਿਰ ਕਹਿੰਦੇ ਵੀ ਹੁਣ ਆਪਾਂ ਇਹਨੂੰ ਵਰਤਣਾ ਤਾਂ ਹੈਗਾ ਹੀ ਪੈਨੇ ਮਿਲੀਅਨਸ ਆਫ ਪਾਉਂਡਸ ਅਸੀਂ ਖਰਚੇ ਡਿਵੈਲਪ ਕਰਨ ਲਈ ਤੇ ਉਹਨੇ ਫਿਰ ਕੁਝ ਸਾਇੰਟਿਸਟ ਨੂੰ ਪੈਸਾ ਚੰਗਾ ਦਿੱਤਾ ਵੀ ਤੁਸੀਂ ਸਟੱਡੀ ਕਰੋ ਤੇ ਉਹਨੇ ਸਟੱਡੀ ਕੀਤੀ ਤੇ ਉਹਨੇ ਫਿਰ ਉਹਨਾਂ ਦੇ ਹੱਕ ਵਿੱਚ ਰਿਜ਼ਲਟ ਦੇਣਾ ਸੀਗਾ ਬਿਲਕੁਲ ਤੇ ਉਹਨੇ ਸ਼ੋਅ ਕਰ ਦਿੱਤਾ ਵੀ ਕੁਛ ਮੁਲਕ ਹੈਗੇ ਆ ਜਿੱਥੇ ਲੋਕਾਂ ਦਾ ਹਾਈ ਕੋਲੇਸਟ੍ਰੋਲ ਆ ਤੇ ਉਹਨਾਂ ਦੇ ਹਾਰਟ ਅਟੈਕ ਜ਼ਿਆਦਾ ਹੁੰਦੇ ਆ ਤੇ ਉਹਨੇ ਇੱਕ ਕੋਰਿਲੇਸ਼ਨ ਜਿਹਾ ਬਣਾ ਦਿੱਤਾ ਤੇ ਉੱਥੋਂ ਬਸ ਇਹ ਸ਼ੁਰੂ ਹੋ ਗਿਆ ਜੀ ਤੁਸੀਂ ਹੁਣ ਕੋਲੇਸਟ੍ਰੋਲ ਦੀਆਂ ਗੋਲੀਆਂ ਖਾਓ ਜੇ ਤੁਸੀਂ ਹਾਰਟ ਅਟੈਕ ਤੋਂ ਬਚਣਾ ਹੈ ਹਾਂਜੀ ਸਹੀ ਇੱਥੋਂ ਸ਼ੁਰੂ ਹੋਇਆ ਇਹ ਕੰਮ ਸਾਰਾ ਇਹ ਦੇਖੋ ਜਿਹੜੇ ਡਾਕਟਰ ਸਾਹਿਬ ਕਹਿੰਦੇ ਪਲੀਜ਼ ਗੱਲ ਸੁਣੋ ਕਈ ਦਫਾ ਕਿਤੇ ਜਦੋਂ ਗੈਦਰਿੰਗ ਹੁੰਦੀ ਹੈ ਲੋਕਾਂ ਨੂੰ ਪਤਾ ਕਿ ਮੈਂ ਇੱਦਾਂ ਦੇ ਮੈਡੀਕਲ ਸ਼ੋਅ ਕਰਦਾ ਤੇ ਉੱਥੇ ਆਰਗੂਮੈਂਟ ਨਹੀਂ ਡਿਸਕਸ਼ਨ ਹੋ ਜਾਂਦੇ ਪਰ ਲੋਕੀ ਬਿਲੀਵ ਨਹੀਂ ਕਰਦੇ
ਉਹਨਾਂ ਦੇ ਦਿਮਾਗ ਦੇ ਵਿੱਚ ਉਹ ਕੀ ਅੰਦਰ ਵਿਸ਼ਵਾਸ ਜਿਹੜਾ ਹੁੰਦਾ ਨਾ ਕਿ ਗਵਰਨਮੈਂਟ ਦੇ ਉੱਪਰ ਕਿ ਲੈ ਇਹ ਪਾਗਲ ਥੋੜੋ ਇਹ ਇੱਦਾਂ ਥੋੜੋ ਭਾਜੀ ਅਸੀਂ ਨਾ ਉਹਨੂੰ ਬਸ ਉਹਨੂੰ ਵਿਸ਼ਵਾਸ ਕਰਕੇ ਬੈਠ ਗਏ ਗੱਲ ਨੂੰ। ਬਿਲਕੁਲ ਆਪਾਂ ਅੰਧ ਵਿਸ਼ਵਾਸ ਕਰ ਲੈਂਦੇ ਆ। ਤੁਸੀਂ ਆਪਣੇ ਆਪ ਰਿਸਰਚ ਕਰੋ, ਆਪਣੇ ਆਪ ਫਾਈਂਡ ਆਊਟ ਕਰੋ ਵੀ ਇਹ ਚੀਜ਼ ਤੁਹਾਡੇ ਲਈ ਮਾਫਕ ਹੈਗੀ ਆ ਜਾਂ ਕਿ ਨਹੀਂ। ਹਾਂਜੀ, ਤੇ ਇਦਾਂ ਆ ਵੀ ਇਹ ਇੱਕ ਤਰ੍ਹਾਂ ਦੀ ਬ੍ਰੇਨ ਵਾਸ਼ਿੰਗ ਹੋ ਜਾਂਦੀ ਆ। ਤੇ ਇਹ ਜਿਹੜੀਆਂ ਕੰਪਨੀਜ਼ ਆ ਇਹ ਜਿਹੜੀਆਂ ਦਵਾਈਆਂ ਬਣਾਉਂਦੀਆਂ ਇਹ ਖੁਦ ਇਨਫੋਰਮੇਸ਼ਨ ਡਾਕਟਰਾਂ ਨੂੰ ਦਿੰਦੇ ਆ। ਹਾਂਜੀ, ਵੀ ਆਹ ਹੈ ਬਿਮਾਰੀ ਲਈ ਇਹ ਵਧੀਆ ਚੀਜ਼ ਆ, ਤੇ ਡਾਕਟਰਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਪੂਰਾ ਫਾਈਂਡ ਆਊਟ ਕਰਨ ਲਈ। ਉਹ ਉਹਨਾਂ ਦੀ ਗੱਲ ਮੰਨ ਲੈਂਦੇ ਆ ਵੀ ਸਹੀ ਆ ਜੋ ਕੁਛ ਨਹੀਂ ਰਿਜ਼ਲਟ ਦਿੰਦੇ ਆ। ਜਿਹੜੀ ਸਟੱਡੀ ਵੀ ਹੁੰਦੀ ਕੋਈ ਕੀਤੀ ਆ ਉਹ ਖੁਦ ਨਹੀਂ ਆਪ ਕਮਿਸ਼ਨ ਕੀਤੀ ਹੁੰਦੀ ਆ ਦਵਾਈਆਂ ਵਾਲੀ ਕੰਪਨੀ ਨੇ। ਹਾਂਜੀ, ਉਹ ਸਾਇੰਟਿਸਟ ਨੂੰ ਪੇਮੈਂਟ ਦਿੰਦੇ ਆ ਤੇ ਇੰਨਾ ਪੈਸਾ ਹੋਰ ਕਿਹਨ ਖਰਚਣਾ ਹੁੰਦਾ। ਹਾਂਜੀ, ਸੋ ਇੱਦਾਂ ਹੀ ਅੰਧ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਆਪਣੀ ਸਿਹਤ ਲਈ ਤੁਸੀਂ ਆਪ ਰਿਸਪੌਂਸਿਬਿਲਿਟੀ ਲਓ। ਪਰ ਡਾਕਟਰ ਸਾਹਿਬ ਜਿੱਥੇ ਵੀ ਤੁਸੀਂ ਦੇਖੋ ਨਾ ਜਦੋਂ ਬੰਦੇ ਬੈਠਦੇ ਨੇ ਜਾਂ ਤਾਂ ਨਿਊਜ਼ ਦੀ ਗੱਲ ਕਰਨਗੇ ਇੰਡੀਆ 'ਚ ਕੀ ਹੋ ਰਿਹਾ ਜਾਂ ਫਿਰ ਬਿਮਾਰੀਆਂ ਦੀ ਗੱਲ ਕਰਨਗੇ, ਉਹ ਟੋਟਲੀ ਬ੍ਰੇਨ ਵਾਸ਼ ਹੋ ਜਾਂਦੇ ਲੋਕੀ ਕਿ ਉਹਨਾਂ ਨੂੰ ਕਿ ਇਹਨੂੰ ਮਾਰੀਏ ਇਹਨੂੰ ਘੱਟ ਕਰੀਏ। ਹਾਂਜੀ, ਇਹਦਾ ਹੁਣ ਤੁਸੀਂ ਦੱਸੋ ਇਹਨੂੰ ਬਿਲਕੁਲ ਵੀ ਤਾਂ ਖਰਾਬ ਕਰਨਾ, ਉਹਨੂੰ ਬੰਦ ਕਰਨਾ ਖਰਾਬ ਹੈਗਾ? ਨਹੀਂ, ਦੇਖੋ ਜੀ ਇਹ ਤਕਰੀਬਨ ਕਹਿੰਦੇ ਪਈ 20% ਕੋਲੈਸਟਰੋਲ ਜਿਹੜਾ ਤੁਹਾਡੇ ਡਾਈਟ 'ਚ ਮਿਲਦਾ ਤੁਹਾਨੂੰ, ਤੇ 80% ਕੋਲੈਸਟਰੋਲ ਤੁਹਾਡਾ ਲਿਵਰ ਖੁਦ ਬਣਾਉਂਦਾ ਆ। ਹਾਂਜੀ, ਹੁਣ ਜਦੋਂ 80% ਕੋਲੈਸਟਰੋਲ ਤੁਹਾਡਾ ਲਿਵਰ ਖੁਦ ਬਣਾਉਂਦਾ ਹੈ ਇਹਦਾ ਮਤਲਬ ਹੈ ਕਿ ਤੁਹਾਡੇ ਸਰੀਰ ਨੂੰ ਲੋੜ ਆ ਕੋਲੈਸਟਰੋਲ। ਲੋੜ ਹੈ ਨਾ ਉਹਦੀ। ਦੈਟਸ ਰਾਈਟ, ਨਹੀਂ ਤਾਂ ਲਿਵਰ ਤੁਹਾਡਾ ਬਣਾਵੇ ਨਾ। ਹਾਂਜੀ, ਤੇ ਬੋਡੀ ਸਾਡੀ ਡਿਜ਼ਾਈਨ ਹੀ ਇਦਾਂ ਕੀਤੀ ਗਈ ਆ ਵੀ ਹਰ ਇੱਕ ਚੀਜ਼ ਦਾ ਬੈਲੈਂਸ ਰੱਖੇ ਆਪਣੇ ਆਪ। ਹਾਂਜੀ, ਤੇ ਹੁਣ ਇਹ ਜਿਹੜਾ ਕੋਲੈਸਟਰੋਲ ਹੈ ਕਿੱਥੇ ਕੰਮ ਆਉਂਦਾ ਇਹ ਸੋਚਣਾ ਚਾਹੀਦਾ ਹੈ ਵੀ ਕਿਉਂ ਲਿਵਰ ਸਾਡਾ ਬਣਾਉਂਦਾ ਕੋਲੈਸਟਰੋਲ। ਹਾਂਜੀ, ਤੇ ਹੁਣ ਤੁਹਾਨੂੰ ਪਤਾ ਵੀ ਸਾਡੀ ਸਾਰੀ ਬੋਡੀ ਜਿਹੜੀ ਆ ਇਹ ਛੋਟੇ ਸੈਲਸ ਦੀ ਬਣੀ ਆ। ਹਾਂਜੀ, ਮਿਲੀਅਨਸ ਆਫ ਸੈਲਸ ਹੋ ਸਕਦੇ ਪਏ। ਜਿਹੜੀ ਕਿਡਨੀ ਵਿੱਚ ਉਹ ਕਿਡਨੀ ਸੈਲਸ ਥੋੜ੍ਹੇ ਜਿਹੇ ਡਿਫਰੈਂਟ ਆ, ਲਿਵਰ ਵਿੱਚ ਹੈਗੇ ਲਿਵਰ ਸੈਲਸ ਉਹ ਥੋੜ੍ਹੇ ਜਿਹੇ ਡਿਫਰੈਂਟ ਆ। ਹਾਂਜੀ, ਬ੍ਰੇਨ ਸੈਲਸ ਜਿਹੜੇ ਉਹ ਅਲੱਗ ਆ, ਪਰ ਹਰੇਕ ਸੈੱਲ ਦੀ ਮੈਂਬਰੇਨ ਹੁੰਦੀ ਆ। ਹਾਂਜੀ, ਮੈਂਬਰੇਨ ਜਿਹੜੀ ਆ ਉਹ ਸੈੱਲ ਦਾ ਸਟਰਕਚਰ ਇੰਟੈਕਟ ਰੱਖਦੀ ਆ। ਜੇ ਉਹ ਮੈਂਬਰੇਨ ਨਾ ਹੋਵੇ ਤਾਂ ਉਹ ਫਿਰ ਸੈੱਲ ਖੁਰ ਜਾਂਦਾ ਤਕਰੀਬਨ। ਠੀਕ ਹੈ, ਤੇ ਹਰੇਕ ਮੈਂਬਰੇਨ ਦੇ ਵਿੱਚ ਕੋਲੈਸਟਰੋਲ ਹੁੰਦਾ ਜੀ। ਰਾਈਟ, ਇਹ ਨੰਬਰ 1 ਇੰਪੋਰਟੈਂਸ ਕੋਲੈਸਟਰੋਲ ਦਾ ਆ ਵੀ ਉਹ ਸੈੱਲ ਦੀ ਮੈਂਬਰੇਨ ਨਹੀਂ ਬਣ ਸਕਦੀ ਜੇ ਕੋਲੈਸਟਰੋਲ ਨਾ ਹੋਵੇ। ਸੋ ਇਹ ਇੰਨੀ ਬੇਸਿਕ ਨੀਡ ਆ ਇਹ। ਹਾਂਜੀ, ਬੋਡੀ ਨੂੰ ਕੋਲੈਸਟਰੋਲ ਦੀ। ਪਰ ਡਾਕਟਰ ਸਾਹਿਬ ਆਪਾਂ ਤੇ ਜਾਰੀ ਰੱਖਦੇ, ਮੈਂ ਬਾਹਰ ਨਹੀਂ ਜਾਣਾ, ਮੁੱਦਾ ਬਹੁਤ ਇੰਟਰਸਟਿੰਗ ਹੈਗਾ। ਆਪਣੇ ਸੋਹਣੇ ਰੱਬ ਨੇ ਇੱਕ ਜਿਸਮ ਬਣਾਇਆ, ਇਹਦੇ ਬਾਰੇ ਕੁਝ ਨਹੀਂ ਸੀ ਪਤਾ ਇਨਸਾਨ ਨੂੰ। ਹਾਂਜੀ, ਹੁਣ ਕਿੰਨੀ ਖੋਜ ਕਰਕੇ ਜਿੱਦਾਂ ਤੁਸੀਂ ਗੱਲਾਂ ਮੈਂ ਨਹੀਂ ਧਿਆਨ ਨਾਲ ਸੁਣਦਾ ਪਿਆ ਕਿ ਲਿਵਰ ਕੀ ਕਰਦਾ, ਉਹ ਕੀ ਕਰਦਾ, ਕਿੰਨੀ ਖੋਜ ਕਿੰਨੀ ਇਹਦੇ 'ਚ ਵਰਕ ਗਿਆ ਹੋਇਆ ਇਨਸਾਨ ਦਾ ਪਤਾ ਕਰਨ ਨੂੰ ਕਿ ਬੋਡੀ ਕੀ ਕੁਝ ਪ੍ਰੋਡਿਊਸ ਕਰਦੀ ਹੈ, ਕਿਉਂ ਕਰਦੀ, ਕਾਤੇ ਕਰਦੀ। ਹਾਂਜੀ, ਬਹੁਤ ਕਮਾਲ ਦੀ ਗੱਲ ਹੈ। ਹਾਂ, ਇਟ ਇਜ਼ ਅਮੇਜ਼ਿੰਗ ਆ ਵੀ ਜਿੱਦਾਂ ਡਿਸਕਵਰੀਜ਼ ਕੀਤੀ ਹੈ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ। ਸੋ ਆਪਾਂ ਉਹਨੂੰ ਡਾਊਨ ਨਹੀਂ ਕਰ ਰਹੇ। ਇਟਸ ਵੈਰੀ ਗੁੱਡ। ਹਾਂਜੀ, ਜਿੰਨੀ ਤਰੱਕੀ ਕੀਤੀ ਆਪਾਂ ਇਨਵੈਸਟੀਗੇਸ਼ਨ ਦੀ ਤੇ ਬੋਡੀ ਬਾਰੇ ਜਾਣਨ ਬਾਰੇ, ਇਟਸ ਵੈਰੀ ਗੁੱਡ। ਤੇ ਪਰ ਇੱਦਾਂ ਹੀ ਵੀ ਲੋਕਾਂ ਨੂੰ ਜਿਹੜੇ ਡਰੱਗ ਇੰਡਸਟਰੀ ਆ, ਫਾਰਮਾਸਿਊਟੀਕਲ ਇੰਡਸਟਰੀ ਹੈ, ਗਲਤ ਫਹਿਮੀਆਂ 'ਚ ਬਹੁਤ ਪਾਇਆ ਸਿਰਫ ਆਪਣੀਆਂ ਦਵਾਈਆਂ ਵੇਚਣ ਲਈ। ਦੈਟਸ ਦ ਬਿਗ ਪ੍ਰੋਬਲਮ। ਹਾਂਜੀ, ਤੇ ਹੋਰ ਦੇਖੋ ਕੋਲੈਸਟਰੋਲ ਦੀ ਲੋੜ ਪੈਂਦੀ ਹੈ ਸਾਰੇ ਜਿਹੜੇ ਹਾਰਮੋਨਸ ਹੈ ਬੋਡੀ ਵਿੱਚ। ਹਾਂਜੀ, ਐਡਰੇਨਲਿਨ, ਟੈਸਟੋਸਟਰੋਨ ਵਗੈਰਾ ਇੱਦਾਂ ਦੇ ਜ਼ਰੂਰੀ ਹਾਰਮੋਨਸ ਆ, ਉਹਦੇ ਨਾਲ ਤੁਹਾਡੀ ਬੋਡੀ ਚੱਲ ਨਹੀਂ ਸਕਦੀ ਤੇ ਉਹ ਕੋਲੈਸਟਰੋਲ ਤੋਂ ਬਣਦੇ ਜੀ। ਹਾਂਜੀ, ਬੇਸਿਕ ਨੀਡ ਆ। ਤੇ ਫਿਰ ਵਿਟਾਮਿਨ ਡੀ ਆ ਜਿਹੜੀ ਹੁਣ ਸਾਰਿਆਂ ਨੂੰ ਅੱਜ ਕੱਲ੍ਹ ਤਾਂ ਪਤਾ ਵੀ ਵਿਟਾਮਿਨ ਡੀ ਕਿੰਨੀ ਇੰਪੋਰਟੈਂਟ ਹੈ। ਹਾਂਜੀ, ਖਾਸ ਕਰਕੇ ਹੁਣ ਜੀਪੀਸ ਨੂੰ ਵੀ ਪਤਾ ਲੱਗ ਗਿਆ ਵੀ ਵਿਟਾਮਿਨ ਡੀ ਦੀ ਘਾਟ ਹਰੇਕ ਨੂੰ ਇਸ ਮੁਲਕ ਵਿੱਚ ਰਹਿੰਦੀ ਹੈ। ਹਾਂਜੀ, ਬਿਕੋਜ਼ ਇੱਥੇ ਧੁੱਪ ਨਹੀਂ ਮਿਲਦੀ ਹੈਗੀ। ਤੇ ਵਿਟਾਮਿਨ ਡੀ ਬਹੁਤ ਜ਼ਿਆਦਾ ਜ਼ਰੂਰੀ ਆ ਬੋਡੀ ਲਈ, ਤੇ ਉਹ ਵੀ ਬਣਦੀ ਹੈਗੀ ਆ ਕੋਲੈਸਟਰੋਲ ਤੋਂ। ਹਾਂਜੀ, ਸੋ ਤੁਸੀਂ ਵਿਟਾਮਿਨ ਡੀ ਖਾਈ ਜਾਂਦੇ ਆ ਪਰ ਕੋਲੈਸਟਰੋਲ ਨੂੰ ਤੁਸੀਂ ਮਾਰੀ ਜਾਂਦੇ ਆ। ਵਿਟਾਮਿਨ ਡੀ ਦਾ ਉਹ ਤੁਹਾਨੂੰ ਕੀ ਫਾਇਦਾ ਹੋਊਗਾ? ਉਹ ਵੀ ਕੋਈ ਫਾਇਦਾ ਨਹੀਂ ਹੈਗਾ। ਹਾਂਜੀ, ਹੁਣ ਜਿੱਦਾਂ ਆਸਟੀਓਪੋਰੋਸਿਸ ਬਾਰੇ ਗੱਲ ਕੀਤੀ ਸੀ ਆਪਾਂ, ਕੈਲਸ਼ੀਅਮ 3 ਗ੍ਰਾਮ ਹਰ ਰੋਜ਼ ਦੇਈ ਜਾਂਦੇ ਲੋਕਾਂ ਨੂੰ ਵੀ ਤੁਹਾਡੀਆਂ ਹੱਡੀਆਂ 'ਚ ਕੈਲਸ਼ੀਅਮ ਜਾਊਗਾ। ਹਾਂਜੀ, ਉਹ ਕੈਲਸ਼ੀਅਮ ਤਾਂ ਤੁਹਾਨੂੰ ਨੁਕਸਾਨ ਕਰਦਾ, ਤੁਹਾਡੀ ਕਿਡਨੀ ਵਿੱਚ ਜੰਮ ਜਾਂਦਾ, ਕਿਡਨੀ ਸਟੋਨ ਹੋ ਜਾਂਦੀ ਹੈ। ਹਾਂਜੀ, ਤੇ ਉਹਦਾ ਫਾਇਦਾ ਕੀ ਹੈ ਜਦੋਂ ਤੁਹਾਡੀ ਬੋਡੀ 'ਚ ਕੋਲੈਸਟਰੋਲ ਨਹੀਂ ਰਹਿੰਦਾ ਹੈਗਾ। ਵਿਟਾਮਿਨ ਡੀ ਤਾਂ ਹੀ ਬਣੇਗਾ, ਉਹ ਤਾਂ ਹੀ ਕੈਲਸ਼ੀਅਮ ਐਬਜ਼ੋਰਬ ਕਰੇਗਾ ਜੇ ਤੁਹਾਡੇ ਪਹਿਲਾਂ ਕੋਲੈਸਟਰੋਲ ਹੋਊਗਾ। ਠੀਕ ਹੈ ਜੀ। ਪਰ ਭਾਜੀ ਇਹ ਬੜਾ ਜ਼ੁਰਮ ਹੁੰਦਾ ਆਪਣੇ ਇਨਸਾਨ। ਦੇਖੋ ਜਿੰਨੇ ਵੀ ਬਜ਼ੁਰਗ ਹੈਗੇ ਨੇ, ਹੁਣ ਭਾਜੀ ਹਰ ਇੱਕ ਤੋਂ ਨਹੀਂ ਪਤਾ ਕਿ ਵੈਬਸਾਈਟ 'ਤੇ ਜਾ ਕੇ ਰਿਸਰਚ ਕਿੱਦਾਂ ਕਰਨਾ। ਉਹ ਇੱਦਾਂ ਦੇ ਸ਼ੋਅ 'ਚ ਡਿਪੈਂਡ ਕਰਦੇ ਨੇ। ਹੁਣ ਅਸੀਂ ਕਿਤੇ ਦਫਾ ਸ਼ੋਅ ਕਰਦੇ ਹਾਂ, ਸਾਨੂੰ ਕਿੰਨਾ ਸਾਡੇ 'ਤੇ ਯਕੀਨ ਕਰਦੇ ਕਿ ਨਹੀਂ ਕਰਦੇ ਉਹ ਰੱਬ ਜਾਣੇ। ਆਪਾਂ ਪਹਿਲਾਂ ਕਾਲ ਲੈਂਦੇ ਫਿਰ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਮੈਂ ਇੱਥੋਂ ਕਮੈਂਟਰੀ ਤੋਂ ਬੋਲਦਾ ਜੀ।
ਭਾਜੀ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸੁਣ ਰਹੇ ਨੇ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਪੁੱਛਣਾ ਚਾਹੁੰਦਾ ਜੀ, ਮੈਂ 2 ਵਾਰੀ ਫੋਨ ਕੀਤਾ ਤੇ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਮੇਰੀ ਕਦੋਂ ਵਾਰੀ ਆਉਣੀ। ਮੇਰਾ ਨਾਮ ਦਰਸ਼ਨ ਸਿੰਘ ਹੈ, ਮੇਰੀ ਵਾਰੀ ਕਦੋਂ ਆਉਣੀ? ਜੀ ਡਾਕਟਰ ਸਾਹਿਬ। ਦਰਸ਼ਨ ਸਿੰਘ ਜੀ, ਤੁਹਾਡਾ ਨੰਬਰ ਆਇਆ ਸੀ, ਤੁਹਾਨੂੰ ਕਾਲ ਕੀਤਾ ਸੀ, ਪਰ ਕਾਲ ਲੱਗਿਆ ਨਹੀਂ, ਤੁਸੀਂ ਚੁੱਕਿਆ ਨਹੀਂ ਫੋਨ। ਫਿਰ ਅਸੀਂ ਦੁਬਾਰਾ ਫੇਰ ਕਰ ਲਵਾਂਗੇ। ਹੁਣ ਤੁਹਾਡਾ ਨੰਬਰ ਸਾਡੇ ਕੋਲ ਆ ਗਿਆ, ਫਿਰ ਅਸੀਂ ਜ਼ਰੂਰ ਐਸ ਵੀ ਕਰਾਂਗੇ ਤੁਹਾਨੂੰ। ਠੀਕ ਹੈ ਜੀ ਭਾਜੀ, ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਪੱਕਾ 100% ਤੁਹਾਨੂੰ ਡਾਕਟਰ ਸਾਹਿਬ ਕਾਲ ਕਰਨਗੇ। ਮੈਂ ਇੱਕ ਦਫਾ ਫਿਰ ਅਸੀਂ ਗੱਲ ਰਿਪੀਟ ਕੀਤੀ ਸੀ, ਮੈਂ ਦੁਬਾਰਾ ਕਰ ਦੇਣਾ। ਡਾਕਟਰ ਸਾਹਿਬ ਹਮੇਸ਼ਾ ਜੇ ਬੇਸ਼ੱਕ ਦੀ ਉਹਨੂੰ ਥੋੜਾ ਟਾਈਮ ਲੱਗ ਜਾਏ, ਹਫਤਾ ਡੇਢ ਹਫਤਾ ਲੱਗ ਜਾਏ, ਕਾਲ ਕਰਦੇ ਨੇ। ਬੜੀ ਦਫਾ ਜਦੋਂ ਕਾਲ ਤੁਸੀਂ ਆਨਸਰ ਨਹੀਂ ਕਰਦੇ ਤੇ ਤੁਸੀਂ ਪਿਕ ਨਹੀਂ ਕਰਦੇ ਕਿ ਤੁਹਾਨੂੰ ਮਿਸ ਕਾਲ ਆਇਆ ਹੋਇਆ। ਉਹ ਕਈ ਦਫਾ ਆਪਣੇ ਲੋਕਾਂ ਨੂੰ ਨਹੀਂ ਪਤਾ ਕਿ ਕਿੱਦਾਂ ਚੈੱਕ ਕਰਨਾ ਕਿ ਮਿਸ ਕਾਲ ਆਇਆ ਕਿ ਨਹੀਂ ਆਇਆ। ਸਪੈਸ਼ਲੀ ਦੇ ਲਾਈਨ ਦਾ ਨੰਬਰ ਹੋਵੇ, ਜੇ ਮੋਬਾਈਲ ਦਾ ਨਹੀਂ ਪਤਾ ਲੱਗਦਾ ਡਾਕਟਰ ਨੂੰ ਨਾ, ਤੇ ਥੋੜਾ ਤੁਸੀਂ ਖਿਆਲ ਕਰ ਕਰੋ, ਬੱਚਿਆਂ ਨੂੰ ਪੁੱਛ ਲਓ ਕਰੋ ਕੋਈ ਮਿਸ ਕਾਲ ਹੋਵੇ। ਤੇ ਥੋੜਾ ਬਹੁਤਾ ਲੇਟ ਨੇ ਕਾਲ ਕਰਨ ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਬੜੇ ਕਾਲ ਆਉਂਦੇ ਨੇ, ਲੇਕਿਨ ਕਾਲ ਜ਼ਰੂਰ ਕਰਦੇ ਨੇ। ਆਪਣਾ ਫੋਨ ਚੈੱਕ ਕਰਿਆ ਕਰੋ, ਇੱਦਾਂ ਨਾ ਹੋਏਗਾ ਕਿ ਇਹਨਾਂ ਨੇ ਤੁਹਾਨੂੰ ਕਾਲ ਨਹੀਂ ਕੀਤਾ। ਹੀ ਵਿਲ ਡੈਫੀਨਿਟਲੀ ਕਾਲ ਯੂ। ਥੈਂਕ ਯੂ ਜੀ ਤੁਹਾਡੇ ਕਾਲ ਕਰਨ ਦਾ। ਆਪਾਂ ਨੂੰ ਪਹਿਲਾਂ ਵੀ ਹੋਈ ਸੀ, ਆਪਾਂ ਗੱਲ ਕਲੀਅਰ ਕੀਤੀ ਸੀ, ਲੋਕ ਭੁੱਲ ਜਾਂਦੇ ਨੇ ਕਿਉਂਕਿ ਤੁਸੀਂ ਕਾਲ ਕਰਦੇ ਹੋ ਤੇ ਲੋਕਾਂ ਨੂੰ ਪਤਾ ਨਹੀਂ ਨਾ ਤੁਹਾਡਾ ਕਾਲ ਆਇਆ। ਹਾਂਜੀ, ਦੈਟਸ ਰਾਈਟ। ਮਿਸ ਹੁਣ ਜਦੋਂ ਤੁਸੀਂ ਫਿਰ ਹੋਲਡ ਲਿਸਟ ਹੁੰਦੀ ਹੈ, ਦੁਬਾਰਾ ਉਹਦਾ ਨੰਬਰ ਆਉਣਾ ਫਿਰ ਟਾਈਮ ਲੱਗ ਜਾਂਦਾ। ਹਾਂਜੀ ਹਾਂਜੀ, ਉਹ ਸਿਸਟਮ 'ਚ ਪਿੱਛੇ ਚਲੇ ਗਿਆ ਨਾ। ਦੈਟਸ ਰਾਈਟ। ਹਾਂਜੀ, ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਕਾਲ ਕੀਤਾ ਹੈ, ਕਿਉਂਕਿ ਦੁਬਾਰਾ ਜਦੋਂ ਸਾਡੇ ਫੋਨ ਤੇ ਨੰਬਰ ਆ ਜਾਂਦਾ ਨਾ, ਸਾਨੂੰ ਪਤਾ ਲੱਗਦਾ ਅਸੀਂ ਕਰ ਚੁੱਕੇ ਇੱਕ ਵਾਰੀ ਇਹਨਾਂ ਨੂੰ ਫੋਨ। ਸਹੀ ਗੱਲ ਹੈ। ਤੇ ਐਨੀਵੇ, ਆਪਾਂ ਗੱਲ ਕਰ ਰਹੇ ਸੀ ਕੋਲੈਸਟਰੋਲ ਬਾਰੇ, ਤੇ ਫਿਰ ਇਹ ਹਾਰਟ ਅਟੈਕ ਦੇ ਨਾਲ ਕਿੱਦਾਂ ਨਹੀਂ ਲਿੰਕ ਕੀਤਾ, ਹੈ ਨਾ? ਇਹ ਵੀ ਸਮਝਣ ਵਾਲੀ ਗੱਲ ਆ। ਬਿਲਕੁਲ। ਤੇ ਸੋ ਐਕਚੁਅਲੀ ਕੀ ਹੁੰਦਾ ਆ ਵੀ ਤੁਹਾਡੇ ਜਿਹੜੇ ਬਲੱਡ ਵੈਸਲਸ ਆ ਉਹ ਹੈਲਥੀ ਰਹਿਣੇ ਜ਼ਰੂਰੀ ਆ। ਹਾਂਜੀ, ਤੇ ਹੁਣ ਜਦੋਂ ਲੋਕੀ ਡਰਿੰਕ ਜ਼ਿਆਦਾ ਪੀਂਦੇ ਆ ਜਾਂ ਸਿਗਰਟ ਪੀਂਦੇ ਆ ਤੇ ਜਾਂ ਵਿਟਾਮਿਨ ਸੀ ਦੀ ਬਹੁਤ ਘਾਟ ਹੋ ਜਾਂਦੀ ਆ, ਤਾਂ ਉਹ ਜਿਹੜੇ ਬਲੱਡ ਵੈਸਲਸ ਡੈਮੇਜ ਹੋਣ ਲੱਗ ਪੈਂਦੇ ਆ। ਠੀਕ ਹੈ ਜੀ? ਤੇ ਉਹ ਜਦੋਂ ਡੈਮੇਜ ਹੁੰਦੇ ਆ, ਉਹਨਾਂ ਵਿੱਚ ਛੋਟੇ ਛੋਟੇ ਟੇਰ ਆਉਣ ਲੱਗ ਪੈਂਦੇ ਆ। ਹਾਂਜੀ, ਤੇ ਫਿਰ ਬੋਡੀ ਸੋਚਦੀ ਪਈ ਇਹਨੂੰ ਰਿਪੇਅਰ ਕਿੱਦਾਂ ਕਰਨਾ ਹੈ। ਸੌਰੀ, ਮਾਫੀ ਚਾਹਾਂਗਾ, ਆਪਾਂ ਕਾਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਡਾਕਟਰ ਉਹਨਾਂ ਨੂੰ ਮਿਲਣਾ ਹੈ। ਮਿਲਣਾ ਤੇ ਤੁਸੀਂ ਗੱਲ ਹੀ ਕਰੋਗੇ, ਮਿਲ ਤਾਂ ਨਹੀਂ ਪਾਉਂਗੇ ਫੋਨ ਦੇ ਉੱਪਰ। ਚਲੋ ਭਾਜੀ, ਕੌਣ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਤਾਰ ਬੋਲਦਾ, ਲੰਡਨ ਤੋਂ। ਥੈਂਕ ਯੂ ਜੀ। ਡਾਕਟਰ ਸਾਹਿਬ ਸੁਣ ਰਹੇ, ਤੁਸੀਂ ਪੁੱਛ ਲਓ ਕੀ ਪੁੱਛਣਾ ਚਾਹੁੰਦੇ ਹੋ। ਹਾਂਜੀ ਡਾਕਟਰ ਸਾਹਿਬ, ਮੇਰਾ ਢਿੱਡ ਦਾ ਰਾਈਟ ਸਾਈਡ ਬਹੁਤ ਭਾਰੀ ਭਾਰੀ ਰਹਿੰਦੀ ਆ, ਜਿੱਦਾਂ ਅੰਦਰੋਂ ਹੱਥ ਨਾਲ ਕਿਨੇ ਫੜਿਆ ਹੁੰਦਾ ਨਾ, ਇਦਾਂ ਜਕੜਿਆ ਜਿਹਾ ਰਹਿੰਦਾ। ਅੱਛਾ ਅੱਛਾ, ਰਾਈਟ ਸਾਈਡ ਤੇ ਕਿ ਲੈਫਟ ਤੇ ਜੀ? ਰਾਈਟ ਸਾਈਡ ਆ, ਧੁੰਨੀ ਤੇ ਰਾਈਟ ਨੂੰ। ਹਾਂਜੀ ਹਾਂਜੀ, ਰਾਈਟ ਤੋਂ। ਇਹ ਧੁੰਨੀ ਤੋਂ ਰਾਈਟ ਤੋਂ, ਜਾਂ ਤਾਂ ਤੁਹਾਡੀ ਅਪੈਂਡਿਕਸ ਹੈ ਜੀ? ਹਾਂਜੀ ਹਾਂਜੀ। ਜੇ ਦਰਦ ਰਹਿੰਦਾ ਤਾਂ? ਦਰਦ ਨਹੀਂ ਹੁੰਦੀ। ਅੱਛਾ ਜੀ। ਉਦਾਂ ਬਹੁਤ ਭਾਰਾ ਭਾਰਾ ਰਹਿੰਦਾ, ਜਿੱਦਾਂ ਫੁੱਲਾ ਫੁੱਲਾ। ਓਕੇ, ਇਹਦਾ ਤੁਹਾਨੂੰ ਸਕੈਨ ਕਰਾਉਣਾ ਚਾਹੀਦਾ ਜ਼ਰੂਰੀ ਜੀ। ਸਕੈਨ ਵੀ ਕਰਾਇਆ, ਅਲਟਰਾਸਾਊਂਡ ਵੀ ਕਰਾਇਆ। ਅੱਛਾ ਜੀ। ਸੀਟੀ ਸਕੈਨ ਕਰਾਇਆ, ਵਿੱਚ ਨਹੀਂ ਕੁਝ ਵੀ ਆਉਂਦਾ। ਤੇ ਹਾਰਨੀਆਂ ਆਈਆਂ ਸੀ, ਪਰ ਬਹੁਤ ਮਾਈਨਰ ਆ, ਕਹਿੰਦੇ ਉਹਦੇ ਨਾਲ ਇਹਦਾ ਕੋਈ ਤਾਲੁਕ ਨਹੀਂ। ਅੱਛਾ ਅੱਛਾ ਜੀ। ਚਲੋ, ਹੋ ਸਕਦਾ ਫਿਰ ਤੁਹਾਡਾ ਜਿਹੜਾ ਕੋਲ ਆਉਂਦੇ ਆ ਨਾ ਆਂਦਰਾਂ ਆ, ਉਹਦੇ ਵਿੱਚ ਥੋੜਾ ਬਹੁਤਾ ਸੋਜ ਰਹਿੰਦਾ ਹੋਊਗਾ, ਤਾਂ ਫਿਰ ਭਰਿਆ ਭਰਿਆ ਜਿਹਾ ਫੀਲਿੰਗ ਆਉਂਦਾ ਰਹਿੰਦਾ ਹੈ। ਬਹੁਤ ਜਿੱਦਾਂ ਹੈਵੀ ਆ, ਜਿੱਦਾਂ ਅੰਦਰੋਂ ਫੜ ਕੇ ਘੁੱਟਿਆ ਜਾਂਦਾ ਨਾ। ਹਾਂਜੀ ਹਾਂਜੀ, ਠੀਕ ਹੈ। ਇਹਦਾ ਘੁੱਟਿਆ ਦਾ ਮਤਲਬ ਇਹੀ ਹੈ ਵੀ ਉਹ ਸਪੈਜ਼ਮ ਹੋਏ ਆ। ਹਾਂਜੀ, ਜਿਹੜੇ ਮਸਲ ਆ ਉਹ ਟਾਈਟ ਹੋਏ ਆ। ਹਾਂਜੀ, ਸੋ ਇਹਦੇ ਲਈ ਦਵਾਈ ਆਪਾਂ ਤੁਹਾਨੂੰ ਦੇਵਾਂਗੇ ਤੇ ਫੋਨ ਕਰਾਂਗੇ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ। ਤੇ ਉਹ ਸੌਖਾ ਹੀ ਆ ਕੰਮ ਜੀ, ਉਹ ਰਿਲੈਕਸ ਕਰਨਾ ਮਸਲ ਨੂੰ ਸਿਰਫ। ਜਾਣੀ ਇਦਾਂ ਆ ਵੀ ਜਿੱਦਾਂ ਨਾ ਬਹੁਤ ਭਾਰਾ ਰਹਿੰਦਾ, ਇੱਧਰ ਨੂੰ ਕੁਝ ਬੰਨਿਆ ਹੁੰਦਾ ਇੱਥੇ ਅੰਦਰ। ਹਾਂਜੀ ਹਾਂਜੀ, ਬਹੁਤ ਵਧੀਆ ਸਿੰਪਟਮ ਹੈ ਤੁਹਾਡਾ ਇਹ ਹੋਮਿਓਪੈਥੀ 'ਚ ਖਾਸ ਇਦਾਂ ਦੇ ਸਿੰਪਟਮ ਬਹੁਤ ਇੰਪੋਰਟੈਂਟ ਹੁੰਦੇ ਆ। ਟੈਸਟ ਤਾਂ ਮੈਂ ਸਾਰੇ ਕਰਾ ਲਿਆ, ਪਰ ਉਹਨਾਂ 'ਚ ਆਇਆ ਨਹੀਂ ਕੁਝ। ਹਾਂਜੀ ਹਾਂਜੀ, ਹਾਂਜੀ, ਤੁਸੀਂ ਫਿਕਰ ਨਾ ਕਰੋ, ਤੁਹਾਡੀ ਗੱਲ ਹੋ ਗਈ, ਕਿਉਂਕਿ ਔਨ 에ਅਰ ਬਹੁਤੀ ਖੁੱਲ੍ਹ ਕੇ ਗੱਲ ਨਹੀਂ ਹੁੰਦੀ। ਤੇ ਜਦੋਂ ਡਾਕਟਰ ਸਾਹਿਬ ਤੁਹਾਨੂੰ ਕਾਲ ਕਰਨਗੇ, ਫਿਰ ਖੁੱਲ੍ਹ ਕੇ ਗੱਲ ਕਰਨਾ ਤੇ ਕੁਛ ਨਾ ਕੁਛ ਤੁਹਾਨੂੰ ਇਲਾਜ ਦੱਸਣਗੇ ਜੀ। ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਸਤਿ ਸ਼੍ਰੀ ਅਕਾਲ। ਕਿੰਨਾ ਟਾਈਮ ਲੱਗੂਗਾ ਕਰਨੇ? ਟਾਈਮ ਭਾਜੀ ਮੈਂ ਹੁਣੀ ਦੱਸ ਕੇ ਹਟਿਆ। ਪਤਾ ਨਹੀਂ ਤੁਸੀਂ ਟੀਵੀ ਨਹੀਂ ਦੇਖਦੇ ਹੋਣਗੇ। ਹਫਤਾ ਡੇਢ ਹਫਤਾ ਲੱਗ ਜਾਂਦਾ, ਕਿਉਂਕਿ ਡਿਪੈਂਡ ਕਰਦਾ ਅੱਜ ਕਾਲ 'ਚ ਕਿੰਨੇ ਕਾਲ ਆਉਂਦੇ। ਸ਼ੋਅ ਦੇ ਵਿੱਚ ਬੇਸ਼ੁਮਾਰ ਕਾਲ ਆਉਂਦੇ ਨੇ, ਇਹਨਾਂ ਨੂੰ ਕਈ ਦਿਨ ਲੱਗ ਜਾਂਦੇ ਨੇ ਸਾਰੇ ਕਾਲਾਂ ਨੂੰ ਆਨਸਰ ਕਰਨ ਨੂੰ। ਉਹ ਤੁਹਾਨੂੰ ਪਤਾ ਕਿ ਕਾਲ ਕਰਨਾ 15-20 ਮਿੰਟ ਕਿ ਇੱਕ ਬੰਦਾ ਪੇਸ਼ੈਂਟ ਲੈ ਲੈਂਦਾ। ਤੇ ਆਪਣਾ ਨੰਬਰ ਨਹੀਂ ਦਿੰਦੇ ਡਾਕਟਰ ਡਾਇਰੈਕਟਲੀ? ਨਹੀਂ, ਤੁਹਾਡਾ ਨੰਬਰ ਡਾਕਟਰ ਨੂੰ ਅਸੀਂ ਅਕਾਲ ਚੈਨਲ ਪਾਸ ਕਰਾਂਗੇ, ਇਹਨਾਂ 'ਚ ਲਿਸਟ ਆ ਜਾਂਦਾ। ਜਿੱਦਾਂ ਕਾਲ ਆਉਂਦੇ ਉਹਦੇ ਮੁਤਾਬਿਕ, ਲਿਸਟ ਦੇ ਮੁਤਾਬਿਕ ਕਾਲ ਕਰਦੇ ਨੇ, ਤੁਹਾਨੂੰ ਪੱਕਾ ਕਾਲ ਕਰਨਗੇ। ਤੁਸੀਂ ਉਹਦੇ ਤੇ ਵਿਸ਼ਵਾਸ ਰੱਖੋ। ਥੈਂਕ ਯੂ ਜੀ ਕਾਲ ਕਰਨ ਦਾ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਹਾਂਜੀ, ਸੋ ਆਪਾਂ ਕਹਿ ਰਹੇ ਸੀ ਵੀ ਜਦੋਂ ਖੂਨ ਦੀਆਂ ਨਾੜੀਆਂ, ਹਾਰਟ ਟਰਬਲ ਕਿੱਦਾਂ ਕਨੈਕਟਡ ਹੈ? ਦੈਟਸ ਰਾਈਟ, ਕਿੱਦਾਂ ਕਨੈਕਟਡ ਹੈਗਾ ਵੀ ਖੂਨ ਦੀਆਂ ਨਾੜੀਆਂ ਜਿਹੜੀਆਂ ਉਹ ਨਾਜ਼ੁਕ ਹੁੰਦੀਆਂ, ਥੋੜ੍ਹੀਆਂ ਡੈਮੇਜ ਹੋਣ ਲੱਗ ਪੈਂਦੀਆਂ, ਜਿੱਦਾਂ ਆਪਾਂ ਦੱਸਿਆ ਸੀ ਸਿਗਰਟ ਨਾਲ ਜਾਂ ਸਮੋਕਿੰਗ, ਸ਼ਰਾਬ ਨਾਲ
ਜਾਂ ਕਿ ਵੀ ਵਿਟਾਮਿਨ ਸੀ ਦੀ ਘਾਟ ਨਾਲ, ਜਾਂ ਹੋਰ ਕੋਈ ਤੁਸੀਂ ਉਰਾ ਪਰਾ ਜਿਹੜਾ ਜੰਕ ਫੂਡਸ ਖਾਂਦੇ ਆ ਹੈ ਨਾ, ਹਾਈਡਰੋਜਨੇਟਡ ਫੈਟਸ ਵਗੈਰਾ, ਅਤੇ ਉਹ ਫਿਰ ਜਦੋਂ ਥੋੜ੍ਹੇ ਜਿਹੇ ਡੈਮੇਜ ਹੋਣ ਲੱਗ ਪੈਂਦੇ ਉਹਦੇ ਵਿੱਚ ਇਨਫਲੇਮੇਸ਼ਨ ਹੋਣ ਲੱਗ ਪੈਂਦੀ ਆ। ਹਾਂਜੀ, ਅਤੇ ਇਨਫਲੇਮੇਸ਼ਨ ਕੰਟਰੋਲ ਕਰਨ ਲਈ ਫਿਰ ਤੁਹਾਡਾ ਲਿਵਰ ਜਿਹੜਾ ਉੱਥੇ ਕੋਲੈਸਟਰੋਲ ਨੂੰ ਭੇਜਦਾ ਆ। ਕੋਲੈਸਟਰੋਲ ਇੱਕ ਉੱਥੇ ਇੱਕ ਰਿਪੇਅਰ ਜੋਬ ਕਰਦਾ ਜੀ। ਹਾਂਜੀ, ਇਸ ਲਾਈਕ ਅ ਪੈਚ ਅਪ ਜੋਬ। ਜਿਹੜਾ ਉੱਥੇ ਟੇਅਰ ਆ ਜਾਂ ਥੋੜ੍ਹਾ ਜਿਹਾ ਨਾ ਫਟਿਆ ਬਲੱਡ ਵੈਸਲ, ਉਹਨੂੰ ਇਹ ਪੈਚ ਅਪ ਕਰਦਾ ਲਾਈਕ ਅ ਗਲੂ। ਸੋ ਬੇਸਿਕਲੀ ਕੋਲੈਸਟਰੋਲ ਹੋਣਾ ਚਾਹੀਦਾ ਬੋਡੀ 'ਚ। ਹਾਂਜੀ ਹਾਂਜੀ, ਦੈਟਸ ਰਾਈਟ, ਯੈਸ। ਸੋ ਇਟਸ ਡੂਇੰਗ ਅ ਰਿਪੇਅਰ ਜੋਬ। ਹਾਂਜੀ, ਅਤੇ ਇੱਦਾਂ ਫਿਰ ਉੱਥੇ ਥੋੜ੍ਹਾ ਜਿਹਾ ਪਲੈਕ ਜਿਹਾ ਬਣ ਜਾਂਦਾ ਜਾਂ ਜੰਮ ਜਾਂਦਾ ਉੱਥੇ। ਹਾਂਜੀ, ਅਤੇ ਪ੍ਰੋਬਲਮ ਇਹ ਆ ਵੀ ਜਦੋਂ ਤੁਸੀਂ ਉਹਨੂੰ ਨਹੀਂ ਠੀਕ ਕਰਦੇ ਹੈਗੇ, ਉਹ ਇਨਫਲੇਮੇਸ਼ਨ ਵੱਧਦਾ ਰਹਿੰਦਾ, ਉਹਦੇ ਵਿੱਚ ਚਾਂਸ ਹੈਗਾ ਇਨਫੈਕਸ਼ਨ ਵੀ ਹੋ ਸਕਦਾ ਆ। ਅਤੇ ਉਹ ਫਿਰ ਜਦੋਂ ਉਹ ਵੱਧ ਜਾਂਦਾ, ਉਹਨੂੰ ਪਲੈਕ ਕਹਿੰਦੇ ਆ। ਉਹ ਕਈ ਵਾਰੀ ਉੱਥੋਂ ਟੁੱਟ ਕੇ ਹੈ ਨਾ ਤੁਹਾਡੇ ਛੋਟੇ ਕਿਸੇ ਬਲੱਡ ਵੈਸਲ ਵਿੱਚ ਪਹੁੰਚ ਸਕਦਾ ਹੈ। ਰਾਈਟ, ਉਹ ਫਿਰ ਜਦੋਂ ਹਾਰਟ ਦੇ ਜਿਹੜੇ ਕੋਰਨਰੀ ਆਰਟਰੀਜ਼ ਬੜੇ ਬਰੀਕ ਹੁੰਦੇ ਆ, ਉੱਥੇ ਜਾ ਕੇ ਜੇ ਸਟਕ ਹੋ ਜਾਵੇ ਉਹਨੂੰ ਫਿਰ ਕਹਿੰਦੇ ਵੀ ਹਾਰਟ ਅਟੈਕ ਹੋ ਗਿਆ। ਜਦੋਂ ਕਹਿੰਦੇ ਕਿ ਆਰਟਰੀ ਬਲੌਕ ਹੋਈ ਹਾਂ, ਬਲੌਕ ਹੋ ਗਈ। ਹਾਂਜੀ, ਉੱਥੇ ਜਾ ਕੇ ਉਹ ਸਟਕ ਹੋ ਜਾਂਦਾ ਅਤੇ ਤੁਹਾਡੇ ਹਾਰਟ ਦੇ ਮਸਲ ਨੂੰ ਫਿਰ ਆਕਸੀਜਨ ਨਹੀਂ ਮਿਲਦੀ। ਹਾਂਜੀ, ਫਿਰ ਪੇਨ ਹੁੰਦਾ ਹੈ ਅਤੇ ਉਹ ਹਾਰਟ ਮਸਲ ਡੈਮੇਜ ਵੀ ਹੋ ਸਕਦਾ ਹੈ। ਅਤੇ ਇਹ ਇਸ ਤਰ੍ਹਾਂ ਤਰੀਕੇ ਨਾਲ ਕਹਿੰਦੇ ਵੀ ਹਾਰਟ ਅਟੈਕ ਹੋ ਗਿਆ। ਹਾਂਜੀ, ਸੋ ਉਹ ਕਸੂਰ ਐਕਚੁਅਲੀ ਕੋਲੈਸਟਰੋਲ ਦਾ ਨਹੀਂ ਹੈਗਾ। ਹਾਂਜੀ, ਕੋਲੈਸਟਰੋਲ ਵਾਜ਼ ਜਸਟ ਐਜ਼ ਅ ਰਿਪੇਅਰ ਜੋਬ। ਹਾਂਜੀ, ਕਸੂਰ ਉਹਦਾ ਪਹਿਲਾਂ ਕੁਝ ਹੋਰ ਸੀ, ਪਰ ਉਹ ਬਲੇਮ ਲਾਈ ਗਈ ਕੋਲੈਸਟਰੋਲ ਦੇ ਤੇ। ਹਾਂਜੀ, ਵੀ ਹੁਣ ਕਹਿੰਦੇ ਵੀ ਤੁਸੀਂ ਗੋਲੀਆਂ ਖਾਓ ਕੋਲੈਸਟਰੋਲ ਦੀਆਂ, ਕੋਲੈਸਟਰੋਲ ਤੁਹਾਡਾ ਘਟੇਗਾ। ਹਾਂਜੀ, ਵੀ ਤੁਹਾਡਾ ਘੱਟ ਚਾਂਸ ਹੋਏਗਾ ਹਾਰਟ ਅਟੈਕ ਡਾਕਟਰ ਬੜੀ ਕਮਾਲ ਦੀ ਗੱਲ ਹੈ। ਫਟਾਫਟ ਤੁਸੀਂ ਬਲੇਮ ਲਾਤਾ ਕਿ ਤੈਨੂੰ ਜੋ ਹੋਇਆ ਕੋਲੈਸਟਰੋਲ ਕਰਕੇ ਹੋਇਆ। ਹਾਲਾਂਕਿ ਕੋਲੈਸਟਰੋਲ ਜਿਹੜਾ ਹੈਗਾ ਉਹ ਰਿਪੇਅਰ ਕਰਦਾ, ਉਹ ਬਚਾਉਂਦਾ ਚੀਜ਼, ਉਹ ਬਚਾਉਂਦਾ ਤੁਹਾਨੂੰ। ਐਗਜ਼ੈਕਟਲੀ। ਹਾਂਜੀ, ਅਤੇ ਇੱਕ ਸਰਵੇ ਕੀਤਾ ਗਿਆ ਸੀ ਭਾਜੀ 1,30,000 ਬੰਦੇ ਦਾ ਜਿਨ੍ਹਾਂ ਨੂੰ ਹਾਰਟ ਅਟੈਕ ਹੋਇਆ। ਉਹਨਾਂ ਦਾ ਖੂਨ ਟੈਸਟ ਕੀਤਾ ਗਿਆ ਵੀ ਇਹਨਾਂ ਦੇ ਖੂਨ ਵਿੱਚ ਕਿੰਨਾ ਕੋਲੈਸਟਰੋਲ ਸੀ ਜਦੋਂ ਇਹਨਾਂ ਨੂੰ ਹਾਰਟ ਅਟੈਕ ਹੋਇਆ। 90% ਤੋਂ ਵੱਧ ਭਾਜੀ, 90% ਤੋਂ ਵੱਧ ਕੇਸਿਸ ਦਾ ਕੋਲੈਸਟਰੋਲ ਨੋਰਮਲ ਨਿਕਲਿਆ। ਹਾਂਜੀ, ਫਿਰ ਕਿੱਦਾਂ ਤੁਸੀਂ ਕਹਿ ਸਕਦੇ ਆ ਵੀ ਕੋਲੈਸਟਰੋਲ ਕਰਕੇ ਹਾਰਟ ਅਟੈਕ ਕਰਕੇ ਹੋਇਆ? ਹਾਂ, ਦੈਟਸ ਰਾਈਟ। ਅਤੇ ਇਹ 40 ਸਾਲ ਪਹਿਲਾਂ ਉਹਨੇ ਲਿਮਿਟ ਰੱਖਿਆ ਸੀਗਾ ਕੋਲੈਸਟਰੋਲ ਦਾ, ਜੇ 6 ਤੋਂ ਵੱਧ ਹੋਵੇ ਹੈ ਨਾ ਤੁਹਾਨੂੰ ਦਵਾਈ ਦੇਣੀ ਚਾਹੀਦੀ ਆ, ਠੀਕ, ਕੋਲੈਸਟਰੋਲ ਦੀ। ਅਤੇ ਉਹ ਹੁਣ ਹੌਲੀ ਹੌਲੀ ਲੈ ਕੇ ਇਹ 5 'ਤੇ ਲਏ ਆ। ਹਾਂਜੀ, ਉਹਨੇ ਦੇਖਿਆ ਵੀ ਬਹੁਤ ਜ਼ਿਆਦਾ ਲੋਕਾਂ ਦਾ ਬਿਟਵੀਨ 5 and 6 ਹੁੰਦਾ ਕੋਲੈਸਟਰੋਲ। ਹੁੰਦੇ ਉਹਨਾਂ ਨੂੰ ਤਾਂ ਫਿਰ ਦਵਾਈਆਂ 'ਤੇ ਲਾਉਂਦੇ ਨਹੀਂ ਗੇ GP। ਬਿਲਕੁਲ। ਹਾਂਜੀ, ਇਹਨੂੰ ਥੱਲੇ ਲਾਈਏ, 5 'ਤੇ ਲਾਈਏ, ਫਿਰ ਬਹੁਤ ਜ਼ਿਆਦਾ ਲੋਕੀ ਦਵਾਈ ਖਾਣਗੇ। ਓ ਮਾਈ ਗॉड, ਠੀਕ ਹੈ। ਇਹ ਮੈਂ ਗੱਲ ਪਹਿਲਾਂ ਸੁਣ ਚੁੱਕਿਆ ਹੈ। ਆਈ ਹਰਡ ਦੈਟ ਬਿਫੋਰ। ਹਾਂਜੀ, ਸੋ ਇਹ ਤਰੀਕੇ ਹੁੰਦੇ ਆ ਇੰਡਸਟਰੀ ਦੇ ਵੀ ਆਪਣੀ ਦਵਾਈਆਂ ਕਿੱਦਾਂ ਜ਼ਿਆਦਾ ਵੇਚਣੀਆਂ। ਡਾਕਟਰ ਸਾਹਿਬ, ਤੁਸੀਂ ਉਹਦਾ ਉੱਪਰ ਜਾਣ ਦਾ ਤਾਂ ਦੱਸਿਆ ਨੁਕਸਾਨ ਫਾਇਦਾ, ਜੇ ਬਿਲਕੁਲ ਲੋ ਹੋਵੇ ਉਹਦਾ ਕੀ ਨੁਕਸਾਨ ਹੈ? ਨੁਕਸਾਨ ਉਹੀ ਆ ਵੀ ਤੁਹਾਡੇ ਹਾਰਮੋਨਸ ਕਿੱਥੋਂ ਬਣਨੇ ਆ। ਹਾਂਜੀ, ਬੈਲੈਂਸ ਹੋਣਾ ਚਾਹੀਦਾ। ਬੈਲੈਂਸ ਹੋਣਾ ਚਾਹੀਦਾ। ਵਿਟਾਮਿਨ ਡੀ ਕਿੱਥੋਂ ਬਣਨੀ ਆ। ਹਾਂਜੀ, ਅਤੇ ਇਹ ਇੱਕ ਹੁਣ ਇਹਨੇ ਇੱਕ ਹੋਰ ਡਿਵਾਈਡ ਕਰ ਦਿੱਤਾ ਹੈ ਵੀ ਇੱਕ ਗੁੱਡ ਕੋਲੈਸਟਰੋਲ ਹੁੰਦਾ, ਇੱਕ ਬੈਡ ਕੋਲੈਸਟਰੋਲ ਹੁੰਦਾ ਹੈ। ਹਾਂਜੀ, ਉਹਨੂੰ ਕਹਿੰਦੇ HDL ਐਂਡ LDL। HDL ਜਿਹੜਾ ਉਹ ਹਾਈ ਡੈਂਸਿਟੀ ਲਾਈਪੋਪ੍ਰੋਟੀਨ ਹੁੰਦਾ ਹੈ, ਅਤੇ ਉਹ ਕੀ ਕਰਦਾ ਆ, ਉਹ ਕੋਲੈਸਟਰੋਲ ਬੋਡੀ ਵਿੱਚੋਂ ਲਿਵਰ ਨੂੰ ਵਾਪਸ ਲੈ ਕੇ ਆਉਂਦਾ, ਜਿਹੜਾ ਯੂਜ਼ਡ ਅਪ ਹੋਇਆ ਹੁੰਦਾ ਉਹ ਲਿਵਰ ਉਹਨੂੰ ਪ੍ਰੋਸੈਸ ਕਰਕੇ ਫਿਰ ਬੋਡੀ 'ਚੋਂ ਬਾਹਰ ਕੱਢ ਦਿੰਦੀ ਹੈ। ਜਿਹੜਾ LDL ਲੋ ਡੈਂਸਿਟੀ ਲਾਈਪੋਪ੍ਰੋਟੀਨ ਹੁੰਦਾ ਹੈ, ਉਹ ਲਿਵਰ ਤੋਂ ਕੋਲੈਸਟਰੋਲ ਨੂੰ ਬੋਡੀ ਵਿੱਚ ਲੈ ਕੇ ਜਾਂਦਾ ਆ। ਹਾਂਜੀ, ਅਤੇ ਇਹ ਨਹੀਂ ਬਣਾ ਦਿੱਤਾ ਪਰ ਜਿਹੜੇ ਬੋਡੀ ਵਿੱਚ ਲੈ ਕੇ ਜਾਂਦਾ ਉਹ ਬੈਡ ਆ, ਜਿਹੜਾ ਬੋਡੀ 'ਚੋਂ ਲੈ ਕੇ ਲਿਵਰ 'ਤੇ ਹੀ ਪਹੁੰਚਾਉਂਦਾ ਉਹ ਗੁੱਡ ਆ। ਹਾਂਜੀ ਭਾਜੀ, ਮੈਂ ਮੈਡੀਕਲ ਸਿਸਟਮ ਦੇ ਅਗੇਂਸਟ ਨਹੀਂ, ਇੱਦਾਂ ਨਹੀਂ ਹੈਗਾ। ਮੈਂ ਸਿਰਫ ਸਵਾਲ ਕਰਦਾ, ਜਿਹੜਾ ਆਪਣਾ ਲਾਸਟ ਕਾਲ ਆਇਆ ਸੀ ਜਿਨ੍ਹਾਂ ਦਾ ਪੇਟ ਸੁੱਜਿਆ ਹੋਇਆ, ਉਹਨਾਂ ਨੇ ਹਰ ਤਰ੍ਹਾਂ ਦਾ CT ਸਕੈਨ ਵਗੈਰਾ, ਐਕਸਰੇ ਵਗੈਰਾ ਸਭ ਕੁਝ ਕੀਤਾ ਹੈ। ਇਹ ਕਦੀ ਵੀ ਇੱਦਾਂ ਦੇ ਬਹੁਤ ਕੇਸਿਸ ਸੁਣੇ, ਉੱਥੇ ਦਿਖਾਈ ਕਦੇ ਨਹੀਂ ਦਿੰਦੀ ਕਿ ਪ੍ਰੋਬਲਮ, ਬਟ ਹੀ ਹੈਜ਼ ਅ ਪ੍ਰੋਬਲਮ। ਦੈਟਸ ਰਾਈਟ। ਇੱਦਾਂ ਦੇ ਬਹੁਤ ਕੇਸਿਸ ਮੈਂ ਵੀ ਦੇਖੇ ਆ ਵੀ ਸਾਰੇ ਟੈਸਟ ਕਰਾ ਚੁੱਕੇ ਉਹ। ਬਿਲਕੁਲ। ਹਾਂਜੀ, ਕੁਛ ਵੀ ਨਹੀਂ ਲੱਭਦਾ ਉਹਨਾਂ ਨੂੰ, ਪਰ ਉਹ ਬੰਦੇ ਨੂੰ, ਇਨਸਾਨ ਨੂੰ ਪਤਾ ਹੈ ਵੀ ਮੈਂ ਬਿਮਾਰ ਹਾਂ, ਮੈਂ ਠੀਕ ਨਹੀਂ ਹੈਗੇ, ਜਿੱਦਾਂ ਮੈਂ ਪਹਿਲਾਂ ਹੁੰਦਾ ਸੀਗਾ ਮੇਰੀ ਉਹ ਹਾਲਤ ਨਹੀਂ ਹੈਗੀ, ਪਰ ਇਹ ਮੰਨਦੇ ਨਹੀਂ ਹੈਗੇ। ਬਿਲਕੁਲ। ਆਪਾਂ ਗੱਲ ਜਾਰੀ ਰੱਖਦੇ ਹਾਂ। ਆਪਾਂ ਇੱਕ ਹੋਰ ਕਾਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਮੈਨੂੰ ਲੱਗਦਾ ਸ਼ਾਇਦ ਕਾਲ ਡ੍ਰੌਪ ਹੋ ਗਈ। ਪਲੀਜ਼ ਤੁਸੀਂ ਵਾਪਸ ਕਾਲ ਸਕਦੇ ਹੋ। ਜਦੋਂ ਪਲੀਜ਼ ਕਾਲ ਕਰਦੇ ਹੋ ਆਪਣੇ TV ਰੂਮ 'ਚੋਂ ਬਾਹਰ ਆ ਕੇ ਨਾ ਜ਼ਰਾ ਇੱਧਰ ਧਿਆਨ ਦਿਆ ਕਰੋ। ਕਈ ਦਫਾ ਫਿਰ ਜਿਹੜੇ ਕਾਲ ਵੇਸਟ ਹੋ ਜਾਂਦੇ ਨੇ ਕਿਉਂਕਿ ਕਾਫੀ ਲਾਈਨਾਂ ਬਿਜ਼ੀ ਹੋ ਜਾਂਦੀਆਂ ਨੇ।
ਜੀ ਡਾਕਟਰ ਸਾਹਿਬ। ਹਾਂਜੀ, ਸੋ ਸਾਨੂੰ ਇਹਦਾ ਹੋਮਿਓਪੈਥੀ ਵਿੱਚ ਇਹਦਾ ਵੇਟ ਨਹੀਂ ਕਰਨੀ ਪੈਂਦੀ ਹਰ ਵੇਲੇ ਵੀ ਟੈਸਟ ਦਾ ਰਿਜ਼ਲਟ ਆਵੇ ਤਾਂ ਹੀ ਅਸੀਂ ਦਵਾਈ ਦਈਏ। ਅਸੀਂ ਪਹਿਲਾਂ ਵੀ ਦਵਾਈ ਦੇ ਸਕਦੇ ਹਾਂ। ਬਿਲਕੁਲ। ਤੇ ਹੁਣ ਇਹਨਾਂ ਨੇ ਇੱਕ ਬਹੁਤ ਵਧੀਆ ਸਿੰਪਟਮ ਸਾਨੂੰ ਦੱਸਿਆ ਆਪਣੀ ਖਾਸ ਆਪਣੀ ਪਲੇਨ ਲੈਂਗੁਏਜ ਵਿੱਚ। ਹਾਂਜੀ, ਉਹ ਕਹਿੰਦਾ ਇਦਾਂ ਲੱਗਦਾ ਜਿੱਦਾਂ ਹੱਥ ਨੇ ਘੁੱਟਿਆ ਹੁੰਦਾ। ਹਾਂਜੀ, ਉਹ ਬਹੁਤ ਵਧੀਆ ਸਿੰਪਟਮ ਆ ਹੈ। ਹਾਂਜੀ ਰੀਅਲੀ? ਹਾਂ, ਹੋਮਿਓਪੈਥੀ ਵਿੱਚ ਇਦਾਂ ਜਕੜੀਆਂ ਹੋ ਗਈਆਂ ਨੇ। ਹਾਂ, ਜਕੜਿਆ ਆ। ਹਾਂਜੀ, ਬਹੁਤ ਵਧੀਆ ਸਿੰਪਟਮ ਆ। ਇਹ 'ਚ ਸਾਡੀ ਖਾਸ ਦਵਾਈ ਬਣ ਜਾਂਦੀ ਆ। ਭਾਜੀ ਮੈਂ ਸਾਲ 2 ਸਾਲ ਤੁਹਾਡੇ ਨਾਲ ਸ਼ੋਅ ਕਰੇਗਾ ਤੇ ਕਾਫੀ ਨੌਲੇਜ ਹੋ ਜਾਣੀ ਹੈ। ਹਾਂਜੀ। ਜਿੱਦਾਂ ਉਹਨੇ ਤੁਸੀਂ ਉਹਨਾਂ ਦਾ ਇੱਕ ਡਾਇਗਨੋਸ ਕਰ ਲਿਆ, ਉਹਨਾਂ ਦੇ ਵਰਡ ਜਿਹੜਾ ਉਹਨਾਂ ਨੇ ਯੂਜ਼ ਕੀਤਾ, ਉਹ ਤੁਹਾਨੂੰ ਸਮਝ ਪੈ ਗਈ ਕਿ ਕੀ ਗੱਲ ਹੈਗੀ। ਉਹ ਤਾਂ ਸਮਝ ਪੈ ਗਈ ਸਾਨੂੰ। ਦੈਟਸ ਰਾਈਟ। ਤੇ ਇਦਾਂ ਦੇ ਜਿਹੜੇ ਅਨਯੂਜੂਅਲ ਸਿੰਪਟਮ ਹੈ ਉਹ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ ਹੋਮਿਓਪੈਥੀ ਵਿੱਚ ਭਾਜੀ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਇੱਕ ਪੇਸ਼ੈਂਟ ਕਹਿੰਦਾ ਵੀ ਮੈਨੂੰ ਇਦਾਂ ਲੱਗਦਾ ਵੀ ਮੇਰੇ ਦਿਲ ਤੋਂ ਹੈ ਨਾ ਇਦਾਂ ਤਿਬਕੇ ਡਿੱਗ ਰਹੇ ਆ। ਰੀਅਲੀ? ਹਾਂਜੀ। ਹਾਂ। ਕਿੰਨਾ ਦੇਖੋ ਅਮੇਜ਼ਿੰਗ ਸਿੰਪਟਮ ਉਹਨੇ ਦਿੱਤਾ। ਹਾਂਜੀ, ਹੁਣ ਆਰਥੋਡਾਕਸ ਮੈਡੀਸਨ ਵਿੱਚ ਇਹਦਾ ਕੋਈ ਮੀਨਿੰਗ ਨਹੀਂ ਹੈਗਾ, ਪਰ ਹੋਮਿਓਪੈਥੀ ਵਿੱਚ ਇੱਕ ਖਾਸ ਦਵਾਈ ਹੈ ਜਿਹੜਾ ਸਿੰਪਟਮ ਕਵਰ ਕਰਦੀ ਆ ਤੇ ਉਹਦਾ ਕੋਈ ਹਾਰਟ ਪ੍ਰੋਬਲਮ ਹੋਵੇ ਕੁਝ ਵੀ ਹੋਵੇ ਉਹਨੂੰ ਕਿਉਰ ਕਰੇਗੀ। ਹਾਂਜੀ, ਸੋ ਇਦਾਂ ਸਟ੍ਰੇਂਜ ਐਂਡ ਰੇਅਰ ਸਿੰਪਟਮ ਜਿਹੜੇ ਆ ਬੜੇ ਇੰਪੋਰਟੈਂਟ ਆ ਸਾਡੇ ਲਈ। ਭਾਜੀ ਕਮਾਲ ਦੀ ਗੱਲ ਆ। ਜਿੱਦਾਂ ਹੋਮਿਓਪੈਥੀ ਤੁਸੀਂ ਗੱਲ ਕਰਦੇ ਹੋ ਫਟਾਫਟ ਰੱਬ ਮਿਹਰ ਕਰੇ, ਜਿੱਦਾਂ ਕਿੰਨੇ ਵਿਚਾਰੇ ਨੇ ਕਿੱਥੇ ਧੱਕੇ ਖਾਂਦੇ ਹੁੰਦੇ ਨੇ। ਇੱਕ ਛੋਟੀ ਜਿਹੀ ਗੱਲ ਕੀਤੀ ਹੈ, ਸ਼ਾਇਦ ਅਗਰ ਰੱਬ ਦਾ ਭਲਾ ਹੋਏਗਾ ਤਾਂ ਉਹਨਾਂ ਦਾ ਇਲਾਜ ਹੋ ਜਾਏਗਾ ਅਗਰ ਜੇ ਤੁਸੀਂ ਉਹਨਾਂ ਦੀ ਨਬਜ਼ ਫੜ ਲਈ ਉਹਨਾਂ ਦੀ। ਹਾਂਜੀ, ਹੋ ਜਾਊਗਾ ਇਲਾਜ, ਇਦਾਂ ਦੀ ਕੋਈ ਗੱਲ ਨਹੀਂ। ਪਰ ਇਹ ਇੱਕ ਨਹੀਂ, ਇਦਾਂ ਦੇ ਬਹੁਤ ਕੇਸ ਇਦਾਂ ਦੇ ਦੇਖੇ ਭਾਜੀ। ਉਹਨਾਂ ਨੂੰ ਕੁਝ ਨਹੀਂ ਲੱਭਦਾ ਉਹਨਾਂ ਦੇ ਕੇਸ ਵਿੱਚ। ਹਾਂਜੀ, ਐਕਸ-ਰੇ ਕਰਾਓ, ਬਲੱਡ ਟੈਸਟ ਕਰਾਓ, ਜੋ ਮਰਜ਼ੀ ਕਰਾਓ। ਬਹੁਤ ਕੇਸਿਸ ਨੇ, ਬਹੁਤ ਜ਼ਿਆਦਾ ਕੇਸਿਸ ਇਦਾਂ ਦੇ। ਤੇ ਉਹਨਾਂ ਦੇ ਜਿਹੜੇ ਇਦਾਂ ਦੀ ਫਿਰ ਭਾਜੀ ਨੂੰ ਡਾਇਗਨੋਸ ਹੋ ਵੀ ਜਾਂਦੀ ਆ ਤੇ ਉਹ ਫਿਰ ਉਹਨਾਂ ਨੂੰ ਅਜੀਬ ਜਿਹਾ ਕੋਈ ਨਵਾਂ ਜਿਹਾ ਨਾਂ ਕੱਢ ਕੇ ਦੱਸ ਦਿੰਦੇ ਤੁਹਾਨੂੰ ਆਹ ਬਿਮਾਰੀ ਆ। ਹਾਂਜੀ, ਉਹਦਾ ਮੀਨਿੰਗਲੈਸ ਹੁੰਦਾ ਆ। ਜੇ ਉਹਨੂੰ ਐਨਾਲਾਈਜ਼ ਕਰੋ ਵੀ ਇਹਦੇ ਨਾਂ ਦਾ ਕੀ ਮੀਨਿੰਗ ਆ, ਉਹ ਸਿਰਫ ਇੰਨਾ ਹੁੰਦਾ ਵੀ ਤੁਹਾਡਾ ਆ ਜਿਹੜਾ ਸਕੈਲਪ ਦਾ ਸਕਿਨ ਆ ਇਹਦੇ ਵਿੱਚ ਇਨਫਲੇਮੇਸ਼ਨ ਹੋਈ। ਪਰ ਉਹ ਨਾਂ ਇਦਾਂ ਦਾ ਰੱਖਦੇ ਹਨ ਕੋਈ ਲੈਟਿਨ ਵਗੈਰਾ ਦਾ ਨਾਂ, ਵੀ ਬੰਦੇ ਨੂੰ ਕਨਫਿਊਜ਼ ਹੋ ਜਾਂਦਾ ਵੀ ਆਹ ਕੋਈ ਪਤਾ ਨਹੀਂ ਕਿੱਦਾਂ ਦੀ ਇਹ ਖਾਸ ਬਿਮਾਰੀ ਹੈ, ਖਤਰਨਾਕ ਬਿਮਾਰੀ ਆ। ਇੱਕ ਗੱਲ ਨੋਟ ਕਰੋ, ਜਦੋਂ ਵੀ ਭਾਜੀ ਗੱਲ ਕਰਦੇ ਮੈਂ ਕੱਟ ਕਰ ਦੇਣਾ ਬਿਕੋਜ਼ ਜਦੋਂ ਤੁਸੀਂ ਕਾਲ ਕਰਦੇ ਆ ਤੁਹਾਡੇ ਲਈ ਸ਼ੋਅ ਹੈ, ਸਾਡਾ ਕਾਲ ਲੈਣਾ ਥੋੜਾ ਜ਼ਿਆਦਾ ਇੰਪੋਰਟੈਂਟ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਭਾਜੀ ਕੌਣ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਤਾਂ ਬੋਲਟਨ ਬੋਲ ਰਿਹਾ। ਹਾਂਜੀ ਸੁਰਜੀਤ ਸਿੰਘ ਮੇਰਾ ਨਾਂ। ਮੇਰਾ ਕੋਲੇਸਟ੍ਰੋਲ ਘੱਟ ਹੈ, 3.5 ਹੈ। ਕੀ ਕਰਨਾ ਚਾਹੀਦਾ? ਤੁਸੀਂ ਘੇ ਖਾਇਆ ਕਰੋ ਜੀ। ਨਹੀਂ ਭਾਜੀ ਧਿਆਨ ਨਾਲ ਸੁਣੋ, ਅੱਛੀ ਤਰ੍ਹਾਂ ਜਵਾਬ ਦੇਣਗੇ ਬਿਕੋਜ਼ ਅਸੀਂ ਇਹਦੇ ਉੱਪਰ ਹੀ ਗੱਲਾਂ ਕਰਦੇ ਨੇ। ਬਹੁਤ ਅੱਛੀ ਗੱਲ ਹੈ, ਥੋੜਾ ਧਿਆਨ ਨਾਲ ਸੁਣੋ, ਕੁਝ ਦੱਸੋ ਕੀ ਕਰ ਸਕਦੇ ਨੇ। ਹਾਂਜੀ ਭਾਜੀ, ਨਹੀਂ ਤੁਸੀਂ ਆਪਣੀ ਖੁਰਾਕ ਚੰਗੀ ਰੱਖੋ ਤੇ ਜੇ ਨੈਚੁਰਲੀ ਲੋ ਆ ਉਹਦੀ ਵੀ ਫਿਕਰ ਕਰਨ ਦੀ ਬਾਹਲੀ ਲੋੜ ਨਹੀਂ ਹੈਗੀ। ਹਾਂਜੀ, ਜੇ ਤੁਹਾਡੇ ਕੋਲ ਨਹੀਂ ਸਿੰਪਟਮ ਆਉਂਦੇ ਹੈਗੇ, ਤੁਹਾਡੀ ਸਿਹਤ ਉੱਦਾਂ ਠੀਕ ਆ, ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ। ਹਾਂਜੀ, ਇੱਦਾਂ ਹੈਗਾ ਵੀ ਇਹ ਜਿਹੜਾ 6 ਵੈਲਿਊ ਦੱਸਦੇ ਆ ਜਾਂ 5 ਦੱਸਦੇ ਆ, ਇਹ ਐਵਰੇਜ ਹੀ ਨਹੀਂ ਕੱਢਿਆ ਹੁੰਦਾ ਆ। ਹਾਂਜੀ, ਸੋ ਇਹ 1000 ਬੰਦੇ ਦੇ ਟੈਸਟ ਕਰਦੇ ਆ ਬਿਲਕੁਲ, ਤੇ ਉਹਦਾ ਕਿਸੇ ਦਾ ਹਾਈ ਹੁੰਦਾ, ਕਿਸੇ ਦਾ ਲੋ ਹੁੰਦਾ, ਕਿਸੇ ਦਾ ਇਨ ਬਿਟਵੀਨ, ਸਾਰੇ ਰੀਡਿੰਗਸ ਹੁੰਦੇ ਇਨ ਬਿਟਵੀਨ। ਇਹ ਕੀ ਕਰਦੇ, ਉਹ ਐਵਰੇਜ ਲੈਂਦੇ ਉਹਦਾ। ਹਾਂਜੀ, ਐਵਰੇਜ ਕਹਿ ਕੇ ਫਿਰ ਕਹਿੰਦੇ ਇਹ ਨੋਰਮਲ ਆ ਜੀ। ਹਾਂਜੀ, ਹੁਣ ਦੇਖੋ ਜਿਹੜਾ ਥੋੜ੍ਹਾ ਜਿਹਾ ਘੱਟ ਆ ਇਹਦਾ ਮਤਲਬ ਥੋੜ੍ਹਾ ਪਿਆ ਉਹਦਾ ਉਹ ਐਬਨੋਰਮਲ ਆ। ਹਾਂਜੀ, ਉਹਦੇ ਲਈ ਉਹ ਸਹੀ ਆ ਜਿਹੜਾ ਉਹਦਾ ਹੈਗਾ ਬੋਡੀ ਦੇ ਮੁਤਾਬਿਕ। ਜੇ ਕਿਸੇ ਦਾ ਥੋੜ੍ਹਾ ਜਿਹਾ ਵੱਧ ਆ ਉਹਦੀ ਤਸਵੀਰ ਦੇ ਮੁਤਾਬਕ ਉਹ ਸਹੀ ਆ। ਡਾਕਟਰ ਸਾਹਿਬ ਬੜੀ ਫਾਸਟ ਜਾ ਰਿਹਾ, ਮੈਂ ਥੋੜ੍ਹੀ ਜਿਹੀ ਇਹਦੇ ਨਾਲ ਹੀ ਜਿਹੜੇ ਭਾਈ ਸਾਹਿਬ ਨੇ ਗੱਲ ਕੀਤੀ ਉਹਦੀ ਗੱਲ ਕਰਦੇ ਹਾਂ। ਹੁਣ ਇਹਨਾਂ ਨੇ ਨੰਬਰ ਰੱਖੇ ਨੇ, ਵਧਾ ਘਟਾ ਦਿੰਦੇ ਨੇ, ਲੋਕਾਂ ਦੇ ਦਿਲਾਂ 'ਚ ਸ਼ੱਕ ਪਾ ਦਿੱਤੇ ਨੇ, ਵਹਿਮੀ ਹੋ ਜਾਂਦੇ ਨੇ। ਇਹ ਲੋਅਸਟ ਲੋ ਕਿੰਨਾ ਜਾ ਸਕਦਾ ਜਾਂ ਹਾਈ ਤੋਂ ਹਾਈ ਕਿੰਨਾ ਹੋਣਾ ਚਾਹੀਦਾ ਤਾਂ ਕਿ ਇਨਸਾਨ ਉਦੋਂ ਬਾਅਦ ਉਹਦਾ ਗੌਰ ਕਰਨਾ ਸ਼ੁਰੂ ਕਰੇ? ਦੇਖੋ, ਜੇ ਤੁਹਾਡੀ ਸਿਹਤ ਠੀਕ ਆ ਫਿਰ ਦੇयर ਨਥਿੰਗ ਟੂ ਵਰੀ ਅਬਾਊਟ। ਨਥਿੰਗ ਟੂ ਵਰੀ ਅਬਾਊਟ। ਹਾਂ, ਜੇ ਤੁਹਾਨੂੰ ਕੋਈ ਫੀਲਿੰਗ ਹੁੰਦਾ ਵੀ ਮੇਰੀ ਸਿਹਤ ਖਰਾਬ ਆ, ਮੈਂ ਠੀਕ ਨਹੀਂ ਹੈਗਾ, ਮੇਰੀ ਕਮਜ਼ੋਰੀ ਆ, ਫਿਰ ਦੇयर ਮੀਨਸ ਸਮਥਿੰਗ ਇਜ਼ ਰੋਂਗ। ਭਾਜੀ ਵੈਰੀ ਇੰਪੋਰਟੈਂਟ, ਵੈਰੀ ਇੰਪੋਰਟੈਂਟ ਗੱਲ, ਬਹੁਤ ਅੱਛੀ ਤੁਸੀਂ ਗੱਲ। ਅਗਰ ਥੋੜਾ ਲੋ ਜਾ ਰਿਹਾ, ਤੁਹਾਡੇ ਜਿਸਮ ਕੁਝ ਨਹੀਂ ਤੁਹਾਨੂੰ ਕਹਿ ਰਿਹਾ, ਇਹਦਾ ਮਤਲਬ ਕਿ ਤੁਸੀਂ ਆਪਣਾ ਰੂਟੀਨ। ਪਰ ਇੱਕ ਡਾਕਟਰ ਹੋਰ ਗੱਲਾਂ ਹੈਗੀਆਂ, ਜਦੋਂ ਥੋੜਾ ਜਿਹਾ ਨਾ ਉੱਪਰ ਜਾਂਦਾ ਨਾ ਆਪਣੀ ਡੋਸੇਜ ਵਧਾ ਦਿੰਦੇ ਨੇ ਹੈ, ਤੇ ਉਹਨੂੰ ਉੱਪਰ ਥੱਲੇ ਕਰਨਾ ਵੀ ਤਾਂ ਉਹਦੇ 'ਚ ਫਰਕ ਪੈ ਜਾਂਦਾ। ਦੇਖੋ ਜੀ, ਮੈਂ ਇੱਦਾਂ ਲਾਈਵ ਸ਼ੋਅ ਮੈਂ ਕਿਸੇ ਨੂੰ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਆਪਣੀ ਕੋਲੇਸਟ੍ਰੋਲ ਦੀ ਗੋਲੀ ਖਾਓ ਜੇ ਨਾ ਖਾਓ। ਹਾਂਜੀ, ਇੱਦਾਂ ਨਹੀਂ ਮੈਂ ਕਿਸੇ ਨੂੰ ਕਹਿ ਸਕਦਾ। ਤੇ ਇਹ ਤੁਹਾਡੀ ਆਪਣੀ ਮਰਜ਼ੀ ਆ, ਆਪਣੀ ਤੁਹਾਡੀ ਰਿਸਪੌਂਸਿਬਿਲਿਟੀ ਆ। ਜੇ ਤੁਸੀਂ ਖਾਣੀ ਤਾਂ ਖਾਓ, ਨਹੀਂ ਖਾਣੀ ਨਾ ਖਾਓ, ਠੀਕ ਹੈ। ਪਰ ਇਹ ਤਾਂ ਮੈਂ ਤੁਹਾਨੂੰ ਆਪਣੀ ਐਕਸਪੀਰੀਅੰਸ ਤੋਂ ਐਡਵਾਈਸ ਦੇ ਰਿਹਾ ਤੇ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਆ ਕਿੱਦਾਂ ਤੁਸੀਂ ਐਡਜਸਟ ਕਰਨਾ ਹੈ। ਭਾਜੀ ਵਿਦਆਊਟ ਗੋਲੀਆਂ ਤੋਂ ਕਿੱਦਾਂ ਕੰਟਰੋਲ ਕਰ ਸਕਦੇ ਹੋ? ਕਿਹੜੀ ਖੁਰਾਕ ਦਾ ਉੱਪਰ ਥੱਲੇ ਕਰਨ ਦਾ ਕੀ? ਸੋ ਕੋਲੇਸਟ੍ਰੋਲ ਇੱਦਾਂ ਦੀ ਗੱਲ ਹੈਗੀ ਭਾਜੀ ਵੀ ਇਹ ਜੇ ਤੁਸੀਂ ਘਟਾਉਣੀ ਆ ਬਹੁਤ ਹੀ ਸੌਖੀ ਆ ਭਾਜੀ। ਰੀਅਲੀ? ਹਾਂਜੀ, ਤੁਸੀਂ ਸਿਰਫ ਆਪਣੀ ਡਾਇਟ ਐਡਜਸਟ ਕਰਨੀ ਆ। ਹਾਂਜੀ, ਜਿਹੜੀਆਂ
ਜੰਕ ਫੂਡਸ ਉਹ ਬੰਦ ਕਰਨੇ ਆ। ਹਾਂਜੀ, ਸੈਚੂਰੇਟਡ ਫੈਟਸ ਜਿਹੜੇ ਉਹ ਬੰਦ ਕਰਨੇ ਆ। ਤੇ ਇਹ ਜਿਹੜੀਆਂ ਇਹ ਫੈਟਸ ਪਾਉਂਦੇ ਆ ਕੇਕਸ ਵਿੱਚ, ਬਿਸਕਿਟਸ ਵਿੱਚ, ਹਾਂਜੀ, ਪਾਮ ਆਇਲ ਜਾਂ ਹਾਈਡਰੋਜਨੇਟਡ ਫੈਟਸ, ਇਹ ਵੈਜੀਟੇਬਲ ਆਇਲ ਲੈ ਕੇ ਉਹਨੂੰ ਬਹੁਤ ਹੀਟ ਦਿੰਦੇ ਆ। ਉਹ ਫਿਰ ਇੰਸਟੈਡ ਆਫ ਬੀਇੰਗ ਅ ਲਿਕੁਇਡ ਇਟ ਬਿਕਮਸ ਅ ਸੋਲਿਡ। ਹਾਂਜੀ, ਉਹ ਫਿਰ ਬਿਸਕਿਟਸ ਕੇਕਸ ਵਿੱਚ ਪਾਉਂਦੇ ਆ ਉਹਦਾ ਲਾਈਫ ਵਧਾਉਣ ਲਈ, ਉੱਥੇ ਸ਼ੌਪ ਵਿੱਚ ਜ਼ਿਆਦਾ ਚਿਰ ਪਈ ਰਵੇ, ਖਰਾਬ ਨਾ ਹੋਵੇ। ਤੇ ਉਹ ਜਿਹੜੀਆਂ ਚੀਜ਼ਾਂ ਆ ਉਹ ਕੋਲੈਸਟਰੋਲ ਨੂੰ ਵਧਾਉਂਦੀਆਂ ਔਰ ਤੁਹਾਡੇ ਜਿਹੜੇ ਬਲੱਡ ਵੈਸਲਸ ਡੈਮੇਜ ਉਹਨਾਂ ਨੂੰ ਕਰਦੀਆਂ ਆ। ਹਾਂਜੀ, ਖਾਸ ਕਰਕੇ ਹਾਈਡਰੋਜਨੇਟਡ ਫੈਟਸ ਜਿਹੜੇ ਆ ਦੇ ਵੈਰੀ ਬੈਡ ਫॉर ਯੂ। ਤੇ ਸੋ ਤੁਸੀਂ ਇੱਦਾਂ ਦਾ ਜੰਕ ਫੂਡਸ ਅਵੋਇਡ ਕਰੋ, ਨੈਚੁਰਲ ਫਰੈਸ਼ ਫੂਡਸ ਖਾਓ, ਤੁਹਾਡਾ ਕੋਲੈਸਟਰੋਲ ਸਹੀ ਰਹੇਗਾ। ਹਾਂਜੀ, ਤੇ ਬਾਕੀ ਸਾਡੇ ਕੋਲ ਸਪਲੀਮੈਂਟ ਵੀ ਹੈਗੇ ਆ, ਜੇ ਤੁਹਾਡਾ ਨੈਚੁਰਲੀ ਨਹੀਂ ਤੁਹਾਤੇ ਹੁੰਦਾ ਸਪਲੀਮੈਂਟਸ ਦੇ ਸਕਦੇ ਆ, ਉਹਦੇ ਨਾਲ ਬਿਲਕੁਲ ਕੰਟਰੋਲ ਹੋ ਜਾਊਗਾ। ਬਿਲਕੁਲ। ਹਾਂਜੀ, ਸੋ ਕੋਲੈਸਟਰੋਲ ਇੱਦਾਂ ਦੀ ਚੀਜ਼ ਆ, ਇਹ ਬਿਲਕੁਲ ਤੁਸੀਂ ਡਾਈਟ ਨਾਲ ਕੰਟਰੋਲ ਕਰ ਸਕਦੇ ਆ, ਗੋਲੀਆਂ ਦੀ ਜ਼ਰੂਰਤ ਨਹੀਂ ਪੈਂਦੀ। ਭਾਜੀ ਥੈਂਕ ਯੂ। ਟਾਈਮ ਬੜੀ ਫਾਸਟ ਜਾ ਰਿਹਾ, ਸਾਨੂੰ ਬ੍ਰੇਕ ਲੈਣੀ ਪੈਗੀ। ਪਲੀਜ਼ ਪ੍ਰੋਗਰਾਮ ਦੇਖਦੇ ਰਹੋ, ਅਸੀਂ ਬ੍ਰੇਕ ਲਵਾਂਗੇ ਥੋੜੀ ਦੇਰ ਤੱਕ। ਮੈਂ ਟੈਲੀਫੋਨ ਨੰਬਰ ਫਿਰ ਜੋ ਥੱਲੇ ਵੀ ਆ ਰਿਹਾ ਸਕਰੀਨ ਦੇ ਉੱਪਰ 0121551001। ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਸਵਾਲ ਹੈ ਪਲੀਜ਼ ਤੁਸੀਂ ਕਾਲ ਕਰਕੇ ਡਾਕਟਰ ਸਾਹਿਬ ਨੂੰ ਪੁੱਛ ਸਕਦੇ ਹੋ। ਜੇ ਤੁਸੀਂ ਬਾਅਦ 'ਚ ਗੱਲ ਕਰਨੀ ਉਹ ਵੀ ਕਰ ਸਕਦੇ ਹੋ, ਲੇਕਿਨ ਕੋਸ਼ਿਸ਼ ਕਰੋ ਸ਼ੋਅ ਦੇ ਦਰਮਿਆਨ ਕਾਲ ਕਰਿਆ ਕਰੋ ਕਿਉਂਕਿ ਬੜੇ ਬੇਸ਼ੁਮਾਰ ਕਾਲ ਹੁੰਦੇ ਨੇ। ਅਸੀਂ ਛੋਟੀ ਜਿਹੀ ਬ੍ਰੇਕ ਲੈਣੇ ਆ, ਡੋਂਟ ਗੋ ਟੂ ਫਾਰ। ਹੁਣੀ ਤੁਹਾਡੇ ਨਾਲ ਵਾਪਸ ਆਉਂਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਬਹੁਤ ਕੁਝ ਮਿਸ ਕੀਤਾ। ਓਨੈਸਟਲੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇਹ ਸ਼ੋਅ ਕਰਦਾ, ਤੁਸੀਂ ਤਾਂ ਦੇਖਿਆ ਕਰੋ। ਮੇਰੀ ਨਾ ਬੈਠੇ ਬੈਠੇ ਹੁਣੀ ਦਿਮਾਗ 'ਚ ਗੱਲ ਆਈ। ਤੁਸੀਂ ਦੇਖੋ ਮੇਰੇ ਜਿਹੜੇ ਵੀ ਸ਼ੋਅ ਕਰਦਾ ਨਾ, ਮੇਰੀ ਇਹੀ ਕੋਸ਼ਿਸ਼ ਹੈਗੀ ਆਪਣੀ ਸੰਗਤ ਜਿੰਨੇ ਵੀ ਸਾਡੇ ਨਾਲ ਵੀਰ ਜੁੜੇ ਉਹਨਾਂ ਦਾ ਕੁਛ ਨਾ ਫਾਇਦਾ ਹੋ ਸਕੇ। ਇਹ ਸੇਵਾ ਮੈਨੂੰ ਮੈਂ ਖੁਦ ਨੇ ਲਿੱਤੀ, ਰੱਬ ਨੇ ਬਖਸ਼ੀ ਹੈ, ਮੇਰੇ ਹੱਥੋਂ ਹੋ ਰਹੀ ਹੈ। ਔਰ ਮੈਨੂੰ ਬੜਾ ਅੱਛਾ ਲੱਗਦਾ ਜਦੋਂ ਲੋਕੀ ਕਾਲ ਕਰਦੇ ਨੇ। ਜਦੋਂ ਆਪਾਂ ਨੂੰ ਲਾਸਟ ਵੀਕ ਹੀ ਕਾਲ ਆਇਆ ਸੀ ਜਿਹਨਾਂ ਕਹਿੰਦੇ ਮੈਨੂੰ ਅਸੀਂ ਜਦੋਂ ਸਟਾਰਟ ਕੀਤਾ ਸੀਗਾ ਨਾ, ਵਿਦਿਨ 3rd 4th ਵੀਕ ਤੁਹਾਡੇ ਪਹਿਲੇ ਵੀਕ ਤੋਂ ਉਹਨੇ ਦਵਾ ਸ਼ੁਰੂ ਕੀਤੀ, ਚੌਥੇ ਵੀਕ ਉਹਨੂੰ ਫਰਕ ਪੈ ਗਿਆ। ਹਾਂਜੀ ਹਾਂਜੀ, ਯੂ ਨੋ ਉਹ ਅੱਛਾ ਲੱਗਦਾ ਜਦੋਂ ਲੋਕਾਂ ਦੀ ਬਿਮਾਰੀਆਂ ਬੇਸ਼ੁਮਾਰ ਬਿਮਾਰੀਆਂ ਨੇ। ਮੈਂ ਹੁਣ ਸ਼ੁਰੂ 'ਚ ਕਹਿ ਕੇ ਹਟਿਆ, ਪੈਸਾ ਹੋਵੇ ਨਾ ਹੋਵੇ ਕਿਸੇ ਨੂੰ ਬਿਮਾਰੀ ਦੀ ਕਮੀ ਨਹੀਂ ਹੈ, ਇਹ ਰੱਬ ਕਦੀ ਕਮੀ ਨਹੀਂ ਹੋਣ ਦਿੰਦਾ। ਇਹ ਤੁਹਾਡੇ ਆਪਣੇ 'ਤੇ ਡਿਪੈਂਡ ਕਰਦਾ। ਪਲੀਜ਼ ਦੇਖੋ ਇੱਕ ਨਾ ਅਕਾਲ ਚੈਨਲ, ਮੈਂ ਇਹਦੀ ਗੱਲ ਕਰਾਂਗਾ ਨਾ ਕਿ ਮੈਂ ਇਹਦੇ ਨਾਲ ਜੁੜਿਆ, ਮੈਂ ਤਾਂ ਕਹਿੰਦਾ ਦੇ ਨੰਬਰ 1 ਟੌਪ ਰੈਂਕਿੰਗ ਚੈਨਲ ਹੈਗਾ। ਇੱਦਾਂ ਦੇ ਪ੍ਰੋਗਰਾਮ ਹਮੇਸ਼ਾ ਤੁਹਾਡੇ ਪਾਸ ਲੈ ਕੇ ਆਉਂਦੇ ਆ। ਤੁਸੀਂ ਜਦੋਂ ਅਕਾਲ ਚੈਨਲ ਨੇ ਸਪੋਰਟ ਕਰਦੀ ਹੈ, ਅਕਾਲ ਚੈਨਲ ਦੀ ਟੀਮ ਫੀਲ ਕਰਦੀ ਹੈ ਕਿ ਤੁਸੀਂ ਸਾਨੂੰ ਇੰਨਾ ਸਪੋਰਟ ਕਰਦੇ, ਸਾਡਾ ਫਰਜ਼ ਬਣਦਾ ਕਿ ਤੁਹਾਡੇ ਲਈ ਅਸੀਂ ਕੁਝ ਕਰੀਏ। ਦਿਸ ਇਜ਼ ਵਾਟ ਵੀ ਡੂ ਫॉर ਯੂ। ਡਿਫਰੈਂਟ ਪ੍ਰੋਗਰਾਮ ਕਰਦੇ, ਹਰ ਪ੍ਰੈਜੈਂਟਰ ਆਪੋ ਆਪਣਾ ਪ੍ਰੋਗਰਾਮ ਕਰਦੇ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਅਸੀਂ ਵਾਪਸ ਰੀਪੇ ਕਰਦੇ ਹਾਂ ਤਾਂ ਕਿ ਤੁਹਾਡਾ ਭਲਾ ਹੋ ਸਕੇ। ਪਲੀਜ਼ ਕੀਪ ਵਾਚਿੰਗ। ਮੈਂ ਟੈਲੀਫੋਨ ਨੰਬਰ ਫਿਰ ਰਿਪੀਟ ਕਰ ਦੇਣਾ, 0121551001, ਜੋ ਨੰਬਰ 'ਤੇ ਵੀ ਆ ਰਿਹਾ ਸਕਰੀਨ ਦੇ ਥੱਲੇ ਜੀ। ਡਾਕਟਰ ਸਾਹਿਬ ਉਹ ਦੱਸੋ, ਬੜਾ ਇੰਪੋਰਟੈਂਟ ਹੈਗਾ ਬਿਕੋਜ਼ ਲੋਕੀ ਨਾ ਕੋਲੈਸਟਰੋਲ ਨੂੰ ਮਾਰਨ ਲੱਗੇ ਹੋਏ ਨੇ ਕਿ ਇਹਨੂੰ ਕਿਸੇ ਤਰੀਕੇ ਖਤਮ ਕਰ ਦਈਏ ਇਹਨੂੰ। ਹਾਂਜੀ ਹਾਂਜੀ, ਬਿਲਕੁਲ। ਤੇ ਐਕਚੁਅਲੀ ਇਹ ਗੱਲ ਹੈਗੀ ਆ ਵੀ ਲੋਕਾਂ 'ਚ ਡਰ ਬਹੁਤ ਪਾਇਆ ਗਿਆ। ਹਾਂਜੀ, ਵੀ ਜੇ ਤੁਹਾਡਾ ਕੋਲੈਸਟਰੋਲ ਨਾ ਡਾਊਨ ਆਇਆ ਤੁਹਾਨੂੰ ਹਾਰਟ ਅਟੈਕ ਹੋ ਜਾਣਾ। ਤੇ ਇਹ ਬਹੁਤ ਇਹ ਡਰਾਵਾ ਦੇ ਕੇ ਲੋਕਾਂ ਨੂੰ ਕੰਟਰੋਲ ਕੀਤਾ ਜਾਂਦਾ। ਤੇ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਤੁਸੀਂ ਜਾਣਦੇ ਸਾਰੇ ਸੈਕੰਡ ਵਰਲਡ ਵਾਰ ਵਿੱਚ ਹਿਟਲਰ ਸੀ, ਹੈ ਨਾ। ਤੇ ਹਿਟਲਰ ਜਰਮਨੀ ਵਿੱਚ ਉਹ ਪਾਵਰ ਵਿੱਚ ਆ ਗਿਆ, ਹੈ ਨਾ, ਤੇ ਡਿਕਟੇਟਰ ਬਣ ਗਿਆ। ਤੇ ਉਹ ਜਦੋਂ ਉਹਨੇ ਜਰਮਨੀ ਨੂੰ ਨਹੀਂ ਹਰਾਤਾ ਬਾਅਦ 'ਚ, ਹੈ ਨਾ, ਗੋਰਿਆਂ ਨੇ, ਤੇ ਉਹਦੇ ਜਿਹੜੇ ਜਨਰਲ ਸੀਗੇ ਫੜ ਹੋ ਗਏ ਸੀ ਸਾਰੇ। ਉਹਨਾਂ ਦਾ ਫਿਰ ਟਰਾਇਲ ਚੱਲਿਆ। ਤੇ ਉਹਨੇ ਜਿਹੜਾ ਟੌਪ ਦਾ ਜਨਰਲ ਸੀ ਖਾਸ, ਉਹਨੂੰ ਪੁੱਛਿਆ ਵੀ ਤੁਸੀਂ ਜਰਮਨ ਦੇ ਲੋਕਾਂ ਨੂੰ ਕਿੱਦਾਂ ਮਗਰ ਲਾਇਆ, ਤੁਸੀਂ ਕਿੱਦਾਂ ਉਹਨਾਂ ਨੂੰ ਕੰਟਰੋਲ ਕੀਤਾ। ਵੀ ਉਹਨਾਂ ਨੂੰ ਪਤਾ ਸੀ ਵੀ ਹਿਟਲਰ ਬੇਇਨਸਾਫੀਆਂ ਕਰ ਰਿਹਾ, 6 ਮਿਲੀਅਨ ਜੂਜ਼ ਮਾਰ ਦਿੱਤਾ ਇਹਨੇ। ਹਾਂਜੀ, ਇੰਨੇ ਭੈੜੇ ਕੰਮ ਇਹਨੇ ਕੀਤੇ ਵੀ ਤੁਸੀਂ ਕਿੱਦਾਂ ਇਹਨੇ ਸਾਰੇ ਲੋਕੀ ਜਰਮਨੀ ਦੇ ਮਗਰ ਲਾ ਲਏ। ਉਹਨੇ ਇੱਕੋ ਹੀ ਵਰਡ ਕਿਹਾ ਜੀ, ਇੱਕ ਹੀ ਲਫ਼ਜ਼ ਵਿੱਚ ਉਹਨੇ ਆਨਸਰ ਦਿੱਤਾ, ਕਹਿੰਦਾ ਫੀਅਰ। ਹਾਂਜੀ, ਬੜਾ ਸਟਰੋਂਗ ਲਫ਼ਜ਼ ਹੈ, ਬੜਾ। ਮੈਂ ਇਹਨੂੰ ਜਾਰੀ ਰੱਖਦਾ, ਫਿਰ ਕਾਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਗ੍ਰੇਬਾਦ ਤੋਂ ਬੋਲਦੇ। ਮੇਰਾ ਨਾਮ ਤਾਰਾ ਸਿੰਘ ਆ। ਹਾਂਜੀ ਭਾਜੀ, ਤਾਰਾ ਸਿੰਘ ਜੀ, ਸਵਾਗਤ ਹੈ। ਕੀ ਪੁੱਛਣਾ ਚਾਹੁੰਦੇ ਹੋ? ਇਹ ਕੰਨ 'ਚ ਮੇਰੀ ਆਵਾਜ਼ ਦੇ ਸੱਜੇ ਕੰਨ 'ਚ ਆਵਾਜ਼, ਦੋਨਾਂ ਕੰਨਾਂ ਆਵਾਜ਼ ਹੀ ਆਉਂਦੀ ਰਹਿੰਦੀ ਆ। ਹਾਂਜੀ, ਇਹ ਤਾਂ ਸਾਰੇ ਤੇ ਕਾਫੀ ਪ੍ਰੋਬਲਮ ਹੈਗੀ। ਹਾਂਜੀ ਹਾਂਜੀ, ਇਹ ਟਿਨਿਟਸ ਦੀ ਇਹ ਬਿਮਾਰੀ ਲੱਗਦੀ ਆ। ਤੇ ਇਹ ਮੈਂ ਕਈ ਵਾਰੀ ਸਮਝਾ ਚੁੱਕਾ ਵੀ ਇਹਦਾ ਪੱਕਾ ਇਲਾਜ ਇਸ ਵੇਲੇ ਨਹੀਂ ਹੈਗਾ ਕੋਈ ਵੀ। ਤੇ ਇਹ ਜਾਂ ਤੁਹਾਡੇ ਕੰਨਾਂ ਵਿੱਚ ਥੋੜ੍ਹਾ ਜਿਹਾ ਡੈਮੇਜ ਹੋ ਜਾਂਦਾ ਟਿਸ਼ੂਜ਼ ਦਾ, ਤੇ ਉਹਦੇ ਕਰਕੇ ਆਵਾਜ਼ ਸ਼ੁਰੂ ਹੋ ਜਾਂਦੀ ਹੋਣੀ।
ਤੇ ਇਹਦੇ ਬਾਰੇ ਅਸੀਂ ਖੁਦ ਰਿਸਰਚ ਕਰ ਰਹੇ ਹਾਂ ਇਸ ਵੇਲੇ ਤੇ ਹੋਪਫੁਲੀ ਅਸੀਂ ਕੁਝ ਟਾਈਮ ਬਾਅਦ ਕੋਈ ਨਾ ਕੋਈ ਪ੍ਰੋਡਕਟ ਲਿਆਵਾਂਗੇ ਅੱਗੇ। ਅੱਛਾ ਜੀ। ਭਾਜੀ ਥੋੜਾ ਜਿਹਾ ਇਹਦੇ ਬਾਰੇ ਵੀ ਮੈਂ ਹੁਣੀ ਥੋੜੀ ਜਿਹੀ ਗੱਲ ਕਰਦਾ, ਤੁਸੀਂ ਫੋਨ ਰੱਖ ਕੇ ਜ਼ਰਾ ਟੀਵੀ ਦੇਖੋ ਤੇ ਥੋੜੇ ਬਹੁਤੀ ਥੋੜੇ ਬਹੁਤ ਇਹਦੇ ਬਾਅਦ ਇਹਦੇ ਹਾਂਜੀ ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਦਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਯੂ نو ਇੱਕ ਗੱਲ ਬੜੀ ਅੱਛੀ ਹੈਗੀ ਹੈ ਡਾਕਟਰ ਸਾਹਿਬ, ਇਹ ਬੜੀ ਬਿਮਾਰੀ ਕਿਹੜੀ ਏਜ ਤੋਂ ਜ਼ਿਆਦਾ ਹੁੰਦੀ ਹੈ? ਕੋਈ ਏਜ ਦਾ ਫੈਕਟਰ ਹੈਗਾ ਇਹਦੇ 'ਚ? ਨਹੀਂ ਬਾਹਲਾ ਨਹੀਂ ਹੈਗਾ, ਪਰ ਐਜ਼ ਯੂ ਗੈਟ 올ਡਰ ਹਨਾ ਇਟਸ ਮੋਰ ਫ੍ਰੀਕੁਐਂਟ। ਹਾਂਜੀ ਤਾਰਾ ਸਿੰਘ ਜੀ, ਇੱਕ ਬੜੀ ਸਿੱਧੀ ਗੱਲ ਹੈਗੀ, ਜਿੱਦਾਂ ਕਹਿੰਦੇ ਮੂੰਹ ਤੇ ਮਾਰਨੀ ਹੈ ਗੱਲ, ਇਹਦਾ ਇਲਾਜ ਨਹੀਂ ਹੈ ਹਾਲੇ। ਬੜੇ ਲੋਕੀ ਇਹਦੇ ਤੇ ਸਫਰ ਕਰਦੇ ਨੇ ਤੇ ਇਲਾਜ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਹਾਲੇ ਰਿਸਰਚ ਹੋ ਰਿਹਾ, ਹੋਪਫੁਲੀ ਉਮੀਦ ਰੱਖਦੇ ਨਿਕਲ ਜਾਏਗਾ। ਦਿਸ ਇਜ਼ ਅ ਬਿਮਾਰੀ ਯੂ ਗੋ ਟੂ ਲਿਵ ਵਿਦ, ਇਹਦਾ ਕੋਈ ਇਲਾਜ ਨਹੀਂ ਹੈ, ਪਰ ਇਹਦਾ ਕੋਈ ਨੁਕਸਾਨ ਨਹੀਂ ਹੈ। ਜਰਾ ਇਰੀਟੇਟ ਹੁੰਦਾ ਬੰਦਾ ਹੈ ਨਾ, ਇਰੀਟੇਸ਼ਨ ਹੁੰਦਾ ਹੈ, ਆਵਾਜ਼ ਹੀ ਆਉਂਦੀ ਰਹਿੰਦੀ ਆ, ਪਰ ਬੈਸਟ ਉਹਨੂੰ ਤੁਸੀਂ ਧਿਆਨ ਨਾਲ ਬੜਾ ਦਿਓ ਹੈ ਨਾ, ਆਪਣੇ ਹੋਰ ਕਿਸੇ ਕੰਮ ਵਿੱਚ ਪਏ ਰਹੋ, ਫਿਰ ਤੁਹਾਨੂੰ ਉਹ ਨੋਟਿਸ ਨਹੀਂ ਹੁੰਦਾ ਵਾਲਾ। ਰਾਤ ਨੂੰ ਜਦੋਂ ਜ਼ਿਆਦਾ ਹੁੰਦੀ ਹੈ ਬਿਕੋਜ਼ ਕੁਆਇਟ ਹੁੰਦਾ ਤੇ ਫਿਰ ਜ਼ਿਆਦਾ ਸੁਣਾਈ ਦਿੰਦੀ ਹੈ, ਦਿਨੇ ਨਹੀਂ ਪਤਾ ਲੱਗਦਾ। ਹਾਂਜੀ ਉਦੋਂ ਕੀਰਤਨ ਲਾ ਲਿਆ ਕਰੋ ਲੋ ਵੋਲਿਊਮ ਤੇ। ਬੜੀ ਸਹੀ ਗੱਲ ਹੈ, ਮੈਂ ਵੀ ਗੱਲ ਕਰਦਾ ਆਪੇ ਕਾਲ ਲੈ ਲਿਆ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਮੈਂ ਕੁਲਦੀਪ ਸਿੰਘ ਬੋਲ ਰਿਹਾ ਜੀ, ਇੱਥੋਂ ਕੈਂਟ ਤੋਂ। ਹਾਂਜੀ ਕੁਲਦੀਪ ਸਿੰਘ ਜੀ, ਸਵਾਗਤ ਹੈ। ਕੀ ਪੁੱਛਣਾ ਚਾਹੁੰਦੇ ਹੋ? ਮੈਂ ਇਹਨਾਂ ਨੂੰ ਪੁੱਛਣਾ ਸੀਗਾ ਵੀ ਮੈਂ ਸਵੇਰੇ ਦੁਪਹਿਰ ਨੂੰ ਜਿੱਦਾਂ ਫੂਡ ਵਗੈਰਾ ਖਾਣਾ ਬੜਾ ਫਸਟ ਕਲਾਸ ਰਹਿੰਦਾ, ਕੋਈ ਉਲਟਾ ਸਿੱਧਾ ਨਹੀਂ ਖਾਂਦੇ ਹੈਗੇ, 2 ਰੋਟੀਆਂ ਖਾਈ ਦੀਆਂ ਸਵੇਰ ਨੂੰ, ਸੀਰੀਅਲ ਵਗੈਰਾ। ਜਿਹੜਾ ਰਾਤ ਨੂੰ ਖਾ ਲਈਦਾ ਨਾ ਉਹ ਐਸਿਡਿਟੀ ਜੀ ਕਾਫੀ ਪੈਦਾ ਕਰਦਾ। ਲਾਈਟ ਫੂਡ ਖਾਈਦਾ ਵੈਸੇ ਰਾਤ। ਹਾਂਜੀ ਭਾਜੀ, ਕੀ ਖਾਂਦੇ ਹੁੰਦੇ ਸ਼ਾਮ ਨੂੰ? ਸ਼ਾਮ ਨੂੰ ਜਾਂ ਚੀਜ਼ ਟੋਸਟਡ ਸੈਂਡਵਿਚ ਲੈ ਕੇ ਨਾਲ ਸੈਲਡ, ਮੇਨਲੀ ਇਹ ਹੁੰਦਾ ਹੈਗਾ। ਹਾਂਜੀ ਭਾਜੀ, ਤੁਸੀਂ ਸੈਲਡ ਖਾ ਲਿਆ ਕਰੋ, ਟੋਸਟਡ ਚੀਜ਼ ਰਹਿਣ ਦਿਆ ਕਰੋ, ਠੀਕ ਹੈ ਜੀ। ਅੱਛਾ ਸੈਲਡ ਕੱਲਾ ਹੈ? ਹਾਂਜੀ ਸੈਲਡ ਕੱਲਾ ਖਾਇਆ ਕਰੋ, ਅੱਛਾ ਨਾਲ ਕੁਝ ਨਹੀਂ ਖਾਣਾ? ਨਾਲ ਨਹੀਂ ਕੁਝ ਕਰਨਾ। ਜਿਹੜਾ ਤੁਸੀਂ ਮਿਕਸ ਕਰ ਰਹੇ ਆ ਉਹਦੇ ਨਾਲ ਤੁਹਾਡੇ ਐਸਿਡ ਪੈਦਾ ਹੋ ਰਹੀ ਆ। ਅੱਛਾ ਅੱਛਾ, ਰਾਤ ਨੂੰ ਦਿਨੇ ਤੋਂ ਵੈਸੇ ਠੀਕ ਰਹਿੰਦਾ ਹੈਗਾ ਤੇ ਰਾਤ ਨੂੰ ਇਹ ਹੁੰਦਾ ਹੈਗਾ। ਹਾਂਜੀ ਮਿਕਸ ਨਾ ਕਰੋ, ਸਿਰਫ ਸੈਲਡ ਰੱਖੋ। ਅੱਛਾ ਸਿਰਫ ਸੈਲਡ, ਟੋਸਟ ਵੀ ਨਹੀਂ ਕੱਲਾ ਖਾਣਾ? ਨਹੀਂ ਨਹੀਂ ਨਹੀਂ, ਨਾ ਤੁਸੀਂ ਸ਼ਾਮ ਨੂੰ ਟੋਸਟ ਖਾਣਾ, ਨਾ ਤੁਸੀਂ ਚੀਜ਼ ਖਾਣੀ ਹੈ, ਠੀਕ ਹੈ ਜੀ। ਅੱਛਾ ਅੱਛਾ ਠੀਕ ਹੈ। ਹਾਂਜੀ ਠੀਕ ਹੈ, ਥੈਂਕ ਯੂ ਸਰ। ਬਾਕੀ ਆਪਣਾ ਪ੍ਰੋਗਰਾਮ ਦੇਖਦੇ ਰਹੋ ਕੁਲਦੀਪ ਸਿੰਘ ਜੀ। ਹੋਰ ਥੋੜੀ ਬਹੁਤੀ ਮੈਂ ਹੋਰ ਵੀ ਗੱਲ ਕਰਦਾ ਤੇ ਇੱਕ ਤੇ ਹੋਰ ਗੱਲ ਹੈ, ਤੇ ਤੁਸੀਂ ਮਿਕਸ ਨਾ ਕਰੋ। ਦੂਜੀ ਗੱਲ, ਬਹੁਤਾ ਲੇਟ ਵੀ ਨਾ ਖਾਓ ਨਾ, ਕੁਝ ਵੀ ਖਾਂਦੇ ਹੋ। ਵੈਸੇ ਕੁਝ ਵੀ ਖਾਣੇ ਬਹੁਤਾ ਲੇਟ ਨਾ ਖਾਓ, 6-7 ਵਜੇ ਨਾਲ ਖਾਣਾ ਚਾਹੀਦਾ। ਜਦੋਂ ਤੁਸੀਂ ਸੌਣ ਜਾਣਾ ਆ ਤਕਰੀਬਨ ਤੁਹਾਡਾ ਜਿਹੜਾ ਫੂਡ ਹੈ ਉਹ ਡਾਈਜੈਸਟ ਹੋ ਜਾਣਾ ਚਾਹੀਦਾ। ਬਿਲਕੁਲ। ਹਾਂਜੀ ਹਾਂਜੀ। ਉਹ ਕਹਿੰਦਾ ਕੋਈ ਬੰਦਾ ਸੀ ਭਾਜੀ, ਮੈਂ ਤੁਹਾਡੀ ਨਹੀਂ ਉਹਦੇ ਜਨਰਲੀ ਗੱਲ ਕਰਦਾ, ਕਹਿੰਦਾ ਜੀ ਕੀ ਗੱਲ ਹੈ, ਕਹਿੰਦਾ ਡਾਕਟਰ ਜੀ ਅਕਲ ਭੁੱਖ ਨਹੀਂ ਲੱਗਦੀ, ਬਸ 9-10 ਰੋਟੀਆਂ ਮਸਾਂ ਖਾਈਦੀ। ਪਹਿਲਾਂ ਕਿੰਨੀਆਂ ਖਾਂਦੇ ਸੀ? ਉਹੀ ਤੁਸੀਂ ਹਿਸਾਬ ਲਾ ਲਓ, ਜਦੋਂ ਜਿਹੜਾ ਬੰਦਾ 10-12 ਰੋਟੀਆਂ ਖਾਂਦਾ, ਕਹਿੰਦਾ ਮੈਂ ਘੱਟ ਕਰਤੀ, ਮੈਂ ਉਹਨੇ 9 ਕੀ ਖਾਣਾ ਹੈ। ਹਾਂਜੀ ਦੈਟਸ ਰਾਈਟ। ਮੈਨੂੰ ਮੇਰਾ ਵੀ ਇੱਕ ਕਾਲ ਆਇਆ ਸੀ ਤੇ ਮੈਂ ਕਿਹਾ ਵੀ ਇੱਦਾਂ ਕਰੋ ਵੀ ਤੁਸੀਂ ਆਪਣੀਆਂ ਹੈ ਨਾ ਰੋਟੀਆਂ ਕਿੰਨੀਆਂ ਖਾਂਦੀਆਂ ਹੈ ਨਾ, ਵੀ ਤੁਹਾਡੇ ਕਹਿੰਦੇ ਮੇਰੇ ਸ਼ੂਗਰ ਜ਼ਿਆਦਾ ਰਹਿੰਦੀ ਹੈ, ਇੱਦਾਂ ਰਹਿੰਦਾ ਹੈ ਨਾ ਬਲੱਡ ਪ੍ਰੈਸ਼ਰ। ਮੈਂ ਕਿਹਾ ਤੁਸੀਂ ਵੀ ਆਪਣੀਆਂ ਰੋਟੀਆਂ ਘਟਾਓ। ਲੈ ਕਹਿੰਦਾ ਸਵੇਰ ਨੂੰ ਤਾਂ ਪਰੌਂਠੇ ਖਾਈਦੇ ਆ, ਦੁਪਹਿਰ ਨੂੰ 3 ਪ੍ਰਸ਼ਾਦੇ ਹੁੰਦੇ, ਸ਼ਾਮ ਨੂੰ 2 ਪ੍ਰਸ਼ਾਦੇ ਹੁੰਦੇ, ਉਹ ਥੋੜ੍ਹਾ ਕਹਿੰਦਾ ਮੈਂ ਛੱਡ ਸਕਦਾ। ਕਿਉਂਕਿ ਬੰਦਿਆਂ ਦੀ ਨਾ ਕਹਿੰਦੇ ਬਜ਼ੁਰਗਾਂ ਦੀ ਖੁਰਾਕ ਬੜੀ ਹੁੰਦੀ ਸੀਗੀ, ਹੁਣ ਉਹ ਟਾਈਮ ਨਹੀਂ ਰਿਹਾ, ਕੰਟਰੋਲ ਕਰਨਾ ਪੈਂਦਾ ਹੁਣ। ਓਨੈਸਟਲੀ ਸਿੱਧੀ ਗੱਲ, ਅਸੀਂ ਹਮੇਸ਼ਾ ਪ੍ਰੋਗਰਾਮ 'ਚ ਗੱਲ ਕਰਦੇ ਹਾਂ, ਜਿਹੜੀ ਦਵਾ ਉਹਨੂੰ ਖੁਰਾਕ ਦੀ ਤਰ੍ਹਾਂ ਖਾਓ, ਜਿਹੜੀ ਖੁਰਾਕ ਉਹਨੂੰ ਦਵਾ ਦੀ ਤਰ੍ਹਾਂ ਖਾਓ, ਅਗਰ ਤੁਸੀਂ ਤੰਦਰੁਸਤ ਰਹਿਣਾ। ਇਦੋਂ ਤੇ ਸਿੰਪਲ ਲਫ਼ਜ਼ ਨਹੀਂ ਹੈਗੇ। ਦੈਟਸ ਰਾਈਟ। ਅੱਛਾ ਡਾਕਟਰ ਸਾਹਿਬ, ਆਪਾਂ ਇਹਦੇ ਤੇ ਕੁਐਸਚਨ ਤੇ ਜਵਾਬ ਜਾਣ ਲਓ। ਜਿਹੜੇ ਉਹਨਾਂ ਦੀ ਆਈ ਸੀਗੀ ਕੰਨਾਂ ਦੀ ਆਵਾਜ਼ ਦੀ, ਉਹਦਾ ਇਲਾਜ ਨਹੀਂ, ਉਹਨੂੰ ਘੱਟ ਕਰਨ ਨੂੰ ਕੀ ਕਰ ਸਕਦੇ ਨੇ? ਕੋਈ ਕੁਝ ਨਹੀਂ ਕਰ ਸਕਦੇ ਜੀ, ਉਹਦਾ ਕੁਝ ਨਹੀਂ ਕਰ ਸਕਦੇ। ਜੇ ਕੰਨਾਂ 'ਚ ਕੁਝ ਪਾਲਣ ਥੋੜਾ ਜਿਹਾ ਕੋਈ ਨਹੀਂ, ਉਹ ਦਿੰਦੇ ਆ ਇੱਕ ਮਸ਼ੀਨ ਜੇ ਦਿੰਦੇ ਆ। ਹਾਂਜੀ ਉਹ ਡਿਸਟਰੈਕਸ਼ਨ ਲਈ ਦਿੰਦੇ ਆ, ਪਰ ਉਹ ਕੋਈ ਖਾਸ ਕੰਮ ਨਹੀਂ ਕਰਦੀ। ਤੁਸੀਂ ਕੰਨ ਵੀ ਇੱਕ ਉਂਗਲੀ ਨਾਲ ਬਲੌਕ ਕਰਕੇ ਦੇਖੋ, ਆਵਾਜ਼ ਤਾਂ ਵੀ ਆਈ ਜਾਏਗੀ, ਕਿਉਂਕਿ ਅੰਦਰੋਂ ਨਾ ਬਾਹਰੋਂ ਥੋੜੋ। ਅੰਦਰੋਂ ਐਕਚੁਅਲੀ ਇਹ ਲੋਕਾਂ ਨੂੰ ਗਲਤ ਫਹਿਮੀ ਨਾਲ ਲੱਗਦਾ ਕਿ ਤਾਂ ਬਾਹਰੋਂ ਆਉਂਦੀ ਹੈ। ਹਾਂ ਲੱਗਦਾ ਇਦਾਂ ਹੀ ਹੈ, ਪਰ ਹੈਗੀ ਅੰਦਰੋਂ ਆਉਂਦੀ। ਹਾਂਜੀ ਦੈਟਸ ਰਾਈਟ। ਯਾ ਸੋ ਅਜੀਬ ਜਿਹੀ ਚੀਜ਼ ਹੈ। ਉਹ ਇਹ ਬੰਦੇ ਦੇ ਕਿਸੇ ਦੇ ਅੱਧੇ ਆਵਾਜ਼ ਬੜੀ ਆਉਂਦੀ ਸੀ, ਸੱਚੀ ਗੱਲ ਹੈ। ਲੰਡਨ 'ਚ ਰਹਿੰਦੇ ਸੀ, ਸੈਂਟਰ ਟਾਊਨ ਦੇ ਵਿੱਚ। ਉਹ ਕਹਿੰਦਾ ਮੈਨੂੰ ਨਾ ਚਿੜੀਆਂ ਦੀ ਆਵਾਜ਼ ਆਉਂਦੀ ਹੈ ਰੋਜ਼। ਕਹਿੰਦਾ ਤੇ ਚਿੜੀਆਂ ਤਾਂ ਦਿਖਾਈ ਨਹੀਂ ਦਿੰਦੀਆਂ। ਉਹ ਪਤਾ ਜਿਹੜੀ ਆਵਾਜ਼ ਆ ਅੱਧਾ ਲੱਗਦਾ ਬਾਹਰੋਂ ਆ ਰਹੀ ਹੈ। ਹਾਂਜੀ ਹਾਂਜੀ, ਕਈਆਂ ਨੂੰ ਸਾਂ ਹੁੰਦੀ ਹੈ, ਕਈਆਂ ਨੂੰ ਸੀਟੀ ਵੱਜਦੀ ਸੁਣਦੀ ਹੈ, ਕਈਆਂ ਨੂੰ ਚੇ ਜਿੱਦਾਂ ਤੁਸੀਂ ਕਹਿੰਦੇ, ਜਿੱਦਾਂ ਚਿੜੀਆਂ ਚਿੱਚ ਕਰਦੀਆਂ। ਸੋ ਡਿਫਰੈਂਟ ਆਵਾਜ਼ਾਂ ਆਉਂਦੀਆਂ, ਡਿਪੈਂਡ ਹੁੰਦਾ ਵੀ ਕਿੱਦਾਂ ਦਾ ਕਿਸ ਤਰ੍ਹਾਂ ਦਾ ਡੈਮੇਜ ਹੋ ਜਾਂਦਾ। ਕੀ ਬਾਤ ਹੈ ਭਾਜੀ। ਐਨੀਵੇ, ਤੇ ਹੁਣ ਆਪਾਂ ਕੋਲੇਸਟ੍ਰੋਲ ਦੀ ਗੱਲ ਕਰਦੇ ਹਾਂ ਭਾਜੀ।
ਤੁਸੀਂ ਹਾਇਦਾ ਤਾਂ ਦੱਸਿਆ ਕਿ ਮੈਡੀਕਲ ਟੀਮ ਕਹਿੰਦੀ ਹੈ ਕਿ ਤੁਹਾਨੂੰ ਹਾਰਟ ਅਟੈਕ ਹੋਣ ਦੀ ਟਰਮ ਹੋ ਸਕਦਾ ਹੈ, ਉਹਦਾ ਲਿੰਕ ਹੋ ਸਕਦਾ ਹੈ, ਜੋ ਤੁਸੀਂ ਕਲੀਅਰ ਕੀਤਾ ਥੋੜਾ ਬਹੁਤਾ। ਜੇ ਬਿਲਕੁਲ ਲੋ ਹੁੰਦਾ ਹੈ, ਜਾਸਤੀ ਹੋ ਜਾਂਦਾ, ਉਹਦਾ ਪਹਿਲਾਂ ਤਾਂ ਬੰਦਾ ਕੀ ਫੀਲ ਕਰਦਾ ਜਦੋਂ ਲੋ ਹੁੰਦਾ ਹੈ? ਲੋ ਹੁੰਦਾ ਹੈ ਫਿਰ ਤੁਸੀਂ ਜਨਰਲੀ ਆਪਣੇ ਆਪ 'ਚ ਫੀਲ ਕਰਦੇ ਵੀ ਮੈਂ ਥੱਕਿਆ ਜਿਹਾ ਰਹਿਣਾ, ਮੈਂ ਟਾਇਰਡ ਜਿਹਾ ਰਹਿਣਾ ਆ, ਹੈ ਨਾ, ਵੀ ਜਾਨ ਹੈ ਨਹੀਂ ਬੋਡੀ ਵਿੱਚ, ਕਿਉਂਕਿ ਤੁਹਾਡੇ ਹਾਰਮੋਨਸ ਬਣ ਨਹੀਂ ਰਹੇ ਜ਼ਰੂਰੀ ਹਾਰਮੋਨਸ ਜਿਹੜੇ ਆ। ਹਾਂਜੀ, ਸੋ ਜਦੋਂ ਤੁਹਾਨੂੰ ਫੀਲਿੰਗ ਆਉਣ ਲੱਗ ਪੈਂਦਾ ਤੁਹਾਨੂੰ ਪਤਾ ਲੱਗ ਜਾਂਦਾ ਵੀ ਸਮਥਿੰਗ ਰੋਂਗ। ਜਾਰੀ ਰੱਖਦੇ ਆ, ਕਾਲ ਕਰ ਲੈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਜੀ ਮੈਂ ਬਰਮਿੰਘਮ ਤੋਂ ਬੋਲ ਰਹੀ ਹਾਂ ਕਿ ਹਾਂਜੀ, ਮੇਰਾ ਨਾਮ ਰਜ਼ੀਆ। ਮੈਂ ਤਕਰੀਬਨ ਮੇਰਾ ਕੋਈ ਅਰਸਾ ਦਰਾਜ਼ ਤੋਂ ਲੈ ਕੇ ਮੇਰਾ ਕੋਈ 10 ਸਾਲ ਤੋਂ ਲੈ ਕੇ ਮੇਰਾ ਬਲੱਡ ਪ੍ਰੈਸ਼ਰ। ਬਰਦਰ ਤੁਹਾਡੀ ਆਵਾਜ਼ ਕਲੀਅਰ ਨਹੀਂ ਆਉਂਦੀ। ਅਗਰ ਤੁਹਾਨੂੰ ਪੰਜਾਬੀ 'ਚ ਦਿੱਕਤ ਹੈਗੀ ਹੈ ਤੁਸੀਂ ਉਰਦੂ ਬੋਲ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਜ਼ਰਾ ਥੋੜਾ ਜਿਹਾ ਉੱਚੀ ਬੋਲੋ। ਹੈ ਮੇਰਾ ਬਲੱਡ ਪ੍ਰੈਸ਼ਰ ਤਕਰੀਬਨ 10 ਸਾਲ ਤੋਂ ਲੈ ਕੇ ਹਾਈ ਹੈ। ਹਾਂ ਹਾਂ, ਨਾਲ ਕੋਲੇਸਟ੍ਰੋਲ ਵੀ ਡਾਕਟਰ ਦੱਸਿਆ ਤੇ ਨਾਲ ਸ਼ੂਗਰ ਚੜੀ ਹੈ ਬਾਰਡਰ ਤੇ, ਤੇ ਕੋਈ ਦਵਾਈ ਨਹੀਂ ਛੋੜੀ ਜਿਹੜੀ ਮੈਂ ਖਾਧੀ ਵਦਾ। ਮੈਨੂੰ ਬੜੀ ਜ਼ਿਆਦਾ ਪਰੇਸ਼ਾਨੀ ਹੈ। ਮੈਂ ਇਸ ਵਾਸਤੇ ਡਾਕਟਰ ਸਾਹਿਬ ਨਾਲ ਗੱਲ ਕਰਨਾ। ਬਿਲਕੁਲ ਡਾਕਟਰ ਸਾਹਿਬ ਸੁਣ ਰਹੇ, ਤੁਸੀਂ ਸੁਣੋ ਇੱਕ ਮਿੰਟ। ਡਾਕਟਰ ਸਾਹਿਬ ਜੀ ਸਮਝ ਪਾਈ ਤੁਹਾਨੂੰ ਕੀ ਕਹਿ ਰਹੇ ਭੈਣ ਜੀ? ਹਾਂਜੀ, ਮੇਰੇ ਖਿਆਲ ਬਲੱਡ ਪ੍ਰੈਸ਼ਰ ਦਾ ਕਹਿੰਦੇ, ਬਲੱਡ ਪ੍ਰੈਸ਼ਰ ਹਾਈ ਹੈ ਤੇ ਰਹਿੰਦਾ ਹੈ। ਹਾਂ, ਹਾਂਜੀ ਹਾਂਜੀ, ਤੇ ਭੈਣ ਜੀ ਤੁਸੀਂ ਥੋੜ੍ਹੀ ਜਿਹੀ ਐਕਸਰਸਾਈਜ਼ ਕਰਿਆ ਕਰੋ ਜੀ। ਤੇ ਆਪਣੀ ਜਿਹੜੀ ਖੁਰਾਕ ਆ ਬਿਲਕੁਲ ਨੈਚੁਰਲ ਕਰ ਦਿਓ। ਜੇ ਤੁਸੀਂ ਰੋਟੀ ਪ੍ਰਸ਼ਾਦੇ ਖਾਂਦੇ ਆ ਉਹ ਬੰਦ ਕਰ ਦਿਓ, ਜੀ ਤੇ ਤੁਸੀਂ ਸਬਜ਼ੀਆਂ ਜ਼ਿਆਦਾ ਖਾਓ, ਸੈਲਡ ਜ਼ਿਆਦਾ ਖਾਓ। ਜੀ ਤੇ ਡਾਕਟਰ ਤੁਹਾਡਾ ਨੇ ਮੈਨੂੰ ਡਾਇਆ ਕਾਰਡ ਦੱਸੀ ਸੀ ਦਵਾਈ ਹੋਮਿਓਪੈਥੀ ਦੀ, ਤੇ ਉਹਦੇ ਨਾਲ ਕਿਆ ਉਹ ਡਾਇਆ ਕਾਰਡ ਦਵਾਈ ਹੋਮਿਓਪੈਥੀ ਦੀ ਮੈਂ ਖਾ ਸਕਦੀ ਹਾਂ ਜਾਂ ਨਾ ਖਾ ਸਕਦੀ? ਨਹੀਂ, ਉਹਦੇ ਇੱਕ ਨਾਲ ਤਾਂ ਬਲੱਡ ਪ੍ਰੈਸ਼ਰ ਤੁਹਾਡਾ ਡਾਊਨ ਨਹੀਂ ਆਉਣਾ ਹੈਗਾ। ਥੋੜਾ ਬਹੁਤਾ ਹੈਲਪ ਕਰੇਗੀ ਪਰ ਉਹਦੇ ਨਾਲ ਬਲੱਡ ਪ੍ਰੈਸ਼ਰ ਨਹੀਂ ਡਾਊਨ ਹੋਣਾ ਹੈਗਾ। ਹਾਂਜੀ, ਤੁਹਾਡੀ ਉਮਰ ਕਿੰਨੀ ਹੈ ਜੀ? ਉਮਰ 65। 65। ਹਾਂਜੀ, ਦੈਟਸ ਰਾਈਟ। ਸੋ ਇਹ ਹੋ ਸਕਦਾ ਤੁਹਾਡੇ ਜਿਹੜੇ ਬਲੱਡ ਵੈਸਲਸ ਆ ਨਾ, ਉਹਨਾਂ 'ਚ ਇਲੈਸਟਿਸਿਟੀ ਨਹੀਂ ਰਹਿੰਦੀ, ਉਹ ਥੋੜ੍ਹੇ ਹਾਰਡ ਹੋ ਜਾਂਦੇ ਆ। ਹਾਂਜੀ, ਦੈਟਸ ਰਾਈਟ। ਫਿਰ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਇਸ ਏਜ ਵਿੱਚ ਆ ਕੇ। ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਬਿਲਕੁਲ ਨੈਚੁਰਲ ਡਾਈਟ ਕਰ ਦਿਓ, ਆਪਣੀ ਫਰੈਸ਼ ਚੀਜ਼ਾਂ ਖਾਓ ਬਿਲਕੁਲ। ਕੋਈ ਮਿੱਠੀ ਚੀਜ਼ ਨਹੀਂ ਖਾਂਦੀ, ਕੋਈ ਮੈਂ ਕਹਿਣਾ ਚੀਜ਼ ਵਗੈਰਾ ਨਹੀਂ ਖਾਂਦੀ। ਭਾਜੀ ਮੈਂ ਤੁਹਾਨੂੰ ਸੁਜੈਸਟ ਕਰਦਾ ਪਲੀਜ਼, ਕਿਉਂਕਿ ਜਦੋਂ ਮੈਂ ਹਮੇਸ਼ਾ ਹਰ ਜਿਹੜੇ ਵੀ ਕਾਲ ਕਰਦੇ ਮੈਂ ਤੁਹਾਨੂੰ ਕਹਿੰਦਾ ਹੁੰਦਾ ਹੈ ਕਿ ਔਨ 에ਅਰ ਖੁੱਲ੍ਹ ਕੇ ਗੱਲ ਨਹੀਂ ਹੁੰਦੀ, ਕਿਉਂਕਿ ਤੁਹਾਡਾ ਪਰਸਨਲ ਮੈਟਰ ਹੁੰਦਾ ਹੈ। ਡਾਕਟਰ ਸਾਹਿਬ ਤੁਹਾਨੂੰ ਕਾਲ ਕਰਨਗੇ ਥੋੜ੍ਹੇ ਦਿਨਾਂ ਤੱਕ, ਫਿਰ ਤੁਸੀਂ ਖੁੱਲ੍ਹ ਕੇ ਗੱਲ ਕਰਕੇ ਆਪਣੀ ਬਿਮਾਰੀ ਸਮਝਾਇਓ ਤੇ ਜ਼ਰੂਰ ਕੋਈ ਨਾ ਕੋਈ ਤੁਹਾਨੂੰ ਇਲਾਜ ਦੱਸਣਗੇ। ਠੀਕ ਹੈ ਜੀ? ਠੀਕ ਹੈ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ। ਸੋ ਬਲੱਡ ਪ੍ਰੈਸ਼ਰ ਦਾ ਇੱਦਾਂ ਕਈ ਵਾਰੀ ਮੈਂਟਲ ਟੈਨਸ਼ਨ ਹੁੰਦਾ ਹੈ। ਹਾਂਜੀ, ਨੰਬਰ 1 ਕਾਜ਼ ਬਲੱਡ ਪ੍ਰੈਸ਼ਰ ਦਾ ਹੀ ਆ ਮੈਂਟਲ ਟੈਨਸ਼ਨ, ਜਿਹੜਾ ਸਟ੍ਰੈਸ। ਹਾਂਜੀ, ਹੁਣ ਹਰੇਕ ਦੇ ਲਾਈਫ ਵਿੱਚ ਸਟ੍ਰੈਸ ਤਾਂ ਹੈਗੀ ਅੱਜ ਕੱਲ੍ਹ। ਸੋ ਦਿਸ ਇਜ਼ ਵਾਈ ਬਲੱਡ ਪ੍ਰੈਸ਼ਰ ਬਹੁਤ ਹੀ ਕਾਮਨ ਹੈਗਾ। ਹਾਂਜੀ, ਸੋ ਇਹ ਨੰਬਰ 1 ਇਹ ਪਹਿਲਾਂ ਉਹਨਾਂ ਦਾ ਸੌਰਟ ਆਊਟ ਕਰਨਾ ਪੈਂਦਾ ਕਿਹੜੀ ਗੱਲ ਤੋਂ ਤੁਹਾਨੂੰ ਸਟ੍ਰੈਸ ਆ, ਕਾਹਦਾ ਟੈਨਸ਼ਨ ਆ। ਤੇ ਡਾਕਟਰ ਜੀ ਤੁਸੀਂ ਗੱਲ ਕਰ ਰਹੇ ਸੀਗੇ ਵਾਪਸ ਤੁਹਾਡੀ ਬਾਡੀ ਦੀ ਬਹੁਤ ਬਹੁਤ ਇੰਪੋਰਟੈਂਟ ਹੈ। ਕੋਲੇਸਟ੍ਰੋਲ ਦੀ ਗੱਲ ਕਰ ਲਓ, ਸ਼ੂਗਰ ਦੀ ਕਰ ਲਓ, ਡਾਇਬੀਟੀਜ਼ ਕਰ ਲਓ, ਕਿਸੇ ਤਰ੍ਹਾਂ ਦੀ ਗੱਲ ਕਰ ਲਓ। ਅਗਰ ਤੁਸੀਂ ਜਿੰਨਾ ਆਪਣੀ ਕਾਰ ਨੂੰ ਪਿਆਰ ਮੁਹੱਬਤ ਕਰਦੇ ਹੋ, ਆਪਣੇ ਜਿਸਮ ਨੂੰ ਉੱਦਾਂ ਪਿਆਰ ਕਰਿਆ ਕਰੋ, ਤੁਹਾਨੂੰ ਪਤਾ ਲੱਗ ਜਾਂਦਾ ਕਿ ਕੁਝ ਸਹੀ ਨਹੀਂ ਹੈਗਾ। ਹਾਂਜੀ ਹਾਂਜੀ, ਥੋੜ੍ਹਾ ਜਿਹਾ ਸੈਂਸਿਟਿਵ ਹੋਣਾ ਪੈਂਦਾ ਹੈ। ਹਾਂਜੀ ਭਾਜੀ ਲੋਕੀ ਕਾਰਾਂ ਨੂੰ ਇੰਨਾ ਪਿਆਰ ਮੁਹੱਬਤ ਕਰਦੇ ਨੇ, ਜਾਨ ਤੋਂ ਪਿਆਰੀ ਰੱਖੀ ਹੁੰਦੀ ਹੈ, ਉਹਦੇ 'ਚ ਥੋੜ੍ਹੀ ਜਿਹੀ ਆਵਾਜ਼ ਡਿਫਰੈਂਟ ਹੋ ਜਾਏ ਨਾ ਇੰਜਨ ਦੇ ਵਿੱਚ, ਕਹਿੰਦੇ ਮੈਨੂੰ ਇਹਦੇ 'ਚ ਕੋਈ ਨੁਕਸਾਨ ਹੈ, ਕੁਝ ਹੋ ਗਿਆ ਇਹਨੂੰ, ਲੇਕਿਨ ਬੋਡੀ ਦਾ ਧਿਆਨ ਨਹੀਂ ਦੇਣਾ। ਬੋਡੀ ਦਾ ਧਿਆਨ ਨਹੀਂ ਦਿੰਦੇ ਹੈਗੇ, ਪਰ ਬੋਡੀ ਤੁਹਾਨੂੰ ਖੁਦ ਦੱਸਦੀ ਹੈ ਜੇ ਤੁਸੀਂ ਥੋੜ੍ਹੀ ਜਿਹੀ ਸੈਂਸਿਟਿਵ ਰਹੋ, ਤੁਹਾਨੂੰ ਦੱਸਦੀ ਹੈ ਬੋਡੀ ਪੇ ਇੱਥੇ ਨੁਕਸ ਆ, ਪੇ ਇਹਦੇ ਬਾਰੇ ਕੁਝ ਕਰੋ ਤੁਸੀਂ। ਹਾਂਜੀ, ਤੇ ਬਹੁਤਾ ਇਹੀ ਦੱਸਦੀ ਬੋਡੀ ਪੇ ਆਪਣਾ ਡਾਇਟ ਐਡਜਸਟ ਕਰੋ। ਹਾਂਜੀ, ਤੁਸੀਂ ਕੋਈ ਗਲਤ ਫਲਤ ਚੀਜ਼ ਖਾਂਦੇ ਆ, ਉਹਦੇ ਨਾਲ ਤੁਹਾਨੂੰ ਕੋਈ ਨਾ ਕੋਈ ਸਿੰਪਟਮ ਜ਼ਰੂਰ ਨਿਕਲਦਾ ਆ। ਬਿਲਕੁਲ, ਪਰ ਅਸੀਂ ਉਹ ਇਗਨੋਰ ਕਰ ਦਈਦਾ ਆ। ਭਾਜੀ ਇੱਕ ਗੱਲ ਹੋਰ ਹੈਗੀ ਆ, ਬੜੇ ਲੋਕ ਜਦੋਂ ਮਿਲਦੇ ਹੋਣ, ਕਿਉਂਕਿ ਮੈਂ ਸ਼ੋਅ ਕਰਦਾ ਉਹਨਾਂ ਨੂੰ ਪਤਾ ਇੱਥੇ ਗੱਲਬਾਤ ਸ਼ੁਰੂ ਕਰ ਲੈਂਦੇ ਨੇ, ਉਹਦਾ ਮੇਰੀ ਗੱਲ ਨਹੀਂ ਸੁਣਦੇ ਕਿਉਂਕਿ ਮੈਂ ਪ੍ਰੋਫੈਸ਼ਨਲ ਨਹੀਂ ਹੈਗਾ, ਪਰ ਕਈ ਸੁਣਦੇ ਨੇ। ਆਹੋ ਉਮੀਦ ਰੱਖਦੇ ਨੇ ਕਿਉਂਕਿ ਕਾਫੀ ਨੌਲੇਜ ਹੋ ਜਾਂਦੀ ਹੈ। ਇੱਕ ਜਿਹੜੀ ਖੁਰਾਕ ਤੁਸੀਂ ਯੰਗ ਹੋ ਕੇ ਖਾਂਦੇ ਨਾ, ਉਹ ਜ਼ਰੂਰੀ ਨਹੀਂ ਜਦੋਂ ਤੁਸੀਂ ਵੱਡੇ ਤੁਹਾਨੂੰ ਉਹੀ ਖੁਰਾਕ ਪਚ ਸਕਦੀ ਹੈ। ਹਾਂਜੀ, ਉਹ ਤੁਹਾਡਾ ਸਿਸਟਮ 'ਚ ਫਰਕ ਪੈ ਜਾਂਦਾ ਨਾ। ਸਿਸਟਮ 'ਚ ਬਹੁਤ ਫਰਕ ਪੈਂਦਾ ਭਾਜੀ। ਦੇਖੋ ਇਹ ਹੁਣ ਐਗਜ਼ਾਮਪਲ ਮੈਂ ਦਿੰਦਾ ਤੁਹਾਨੂੰ, ਡਾਈਜੈਸਟਿਵ ਐਂਜ਼ਾਈਮ ਜਿਹੜੇ ਆ, ਤੁਹਾਡਾ ਜਿਹੜਾ ਸਰੀਰ ਆ ਉਹ ਖੁਰਾਕ ਹਜਮ ਕਰਨ ਲਈ ਡਾਈਜੈਸਟਿਵ ਐਂਜ਼ਾਈਮਸ ਰਿਲੀਜ਼ ਕਰਦਾ ਆ ਪੈਨਕ੍ਰੀਅਸ ਤੋਂ। ਹਾਂਜੀ, ਤੇ ਉਹਦੇ ਨਾਲ ਖੁਰਾਕ ਹਜਮ ਹੁੰਦੀ ਆ, ਬਰੀਕ ਹੁੰਦੀ ਆ, ਫਿਰ ਤੁਹਾਡੀਆਂ ਅੰਦਰਾਂ ਚੁੱਕ ਕੇ ਖੂਨ ਵਿੱਚ ਪਹੁੰਚਾਉਂਦੀ ਆ। ਪਰ ਜਿੱਦਾਂ ਤੁਹਾਡੀ ਉਮਰ ਵਧੀ ਜਾਂਦੀ ਆ, ਆਫਟਰ 30 ਈਅਰਸ ਤੁਹਾਡੇ ਉਹ ਐਂਜ਼ਾਈਮ ਘਟਣ ਲੱਗ ਪੈਂਦੇ ਨੇ। ਬਿਲਕੁਲ ਨੈਚੁਰਲੀ ਘੱਟ ਐਂਜ਼ਾਈਮ ਤੁਹਾਡੀ ਬੋਡੀ ਰਿਲੀਜ਼ ਕਰਦੀ ਆ,
ਤੇ ਉਹ ਫਿਰ ਖੁਰਾਕ ਜਿਹੜੀ ਪੂਰੀ ਨਹੀਂ ਹਜਮ ਹੁੰਦੀ ਹੈ। ਸੋ ਇਸੇ ਕਰਕੇ ਤੁਹਾਨੂੰ ਜਿੱਦਾਂ ਭਾਰੀ ਖੁਰਾਕ ਪਹਿਲਾਂ ਆਪਾਂ ਹਜਮ ਕਰ ਲੈਂਦੀ ਸੀ, ਉਹ ਹੁਣ ਖੁਰਾਕ ਇੰਨੀ ਹਜਮ ਨਹੀਂ ਹੋਣੀ ਹੈਗੀ ਭਾਰੀ ਖੁਰਾਕ। ਸੋ ਲਾਈਟ ਜਿਹਾ ਫੂਡ ਖਾਣਾ ਚਾਹੀਦਾ ਜਦੋਂ ਤੁਹਾਡੀ ਉਮਰ ਵਧੀ ਜਾਂਦੀ ਹੈ। ਭਾਜੀ ਬਹੁਤ ਚੀਜ਼ਾਂ ਨੇ ਹੁਣ ਤੁਹਾਡੇ ਸ਼ੋਅ ਕਰਕੇ ਜਿੰਨੇ ਵੀ ਸਾਡੇ ਵਿਊਜ਼ ਦੇਖਦੇ ਨੇ ਨਾ, ਪਲੀਜ਼ ਅਗਰ ਤੁਹਾਨੂੰ ਬਿਮਾਰੀ ਨਹੀਂ ਵੀ ਹੈਗੀ, ਜਿੱਦਾਂ ਭਾਈ ਸਾਹਿਬ ਦਾ ਫੋਨ ਆਇਆ ਸੀ ਕਿ ਉਹਨਾਂ ਨੂੰ ਹੈਵੀ ਫੀਲ ਹੁੰਦਾ ਸ਼ਾਮ ਦਾ ਖਾਣਾ ਖਾ ਕੇ, ਤੁਸੀਂ ਪ੍ਰੋਗਰਾਮ ਦੇਖੋ, ਤੁਸੀਂ ਬਗੈਰ ਦਵਾ ਤੋਂ ਵੀ ਘਰ ਆਪਣਾ ਇਲਾਜ ਕਰ ਸਕਦੇ ਹੋ। ਅਗਰ ਤੁਹਾਨੂੰ ਕੁਝ ਖਾ ਕੇ ਉੱਦਾਂ ਫੀਲ ਹੁੰਦਾ, ਤੁਸੀਂ ਉਹੀ ਰੋਜ਼ ਕਰੀ ਜਾਂਦੇ ਹੋ, ਉਹ ਤਾਂ ਫਿਰ ਗਲਤ ਗੱਲ ਹੈ ਨਾ। ਤੁਸੀਂ ਆਪਣੀ ਡਾਈਟ ਨੂੰ ਸਟਾਈਲ ਚੇਂਜ ਕਰਕੇ ਦੇਖੋ ਕਿ ਮੈਂ ਅੱਜ ਨਹੀਂ ਖਾਂਦਾ, ਮੈਂ ਕੁਝ ਹੋਰ ਖਾਣਾ, ਦੇਖਾ ਸ਼ਾਇਦ ਫਰਕ ਪੈ ਜਾਵੇ। ਹਾਂਜੀ ਹਾਂਜੀ, ਇਹ ਟੈਸਟ ਹੀ ਹੁੰਦਾ ਆਪਣਾ ਕਰਨਾ। ਟੈਸਟ ਆ, ਦੈਟਸ ਰਾਈਟ। ਤੁਸੀਂ ਆਪਣੇ ਆਪ ਖੁਦ ਐਕਸਪੈਰੀਮੈਂਟ ਕਰੋ ਖੁਰਾਕ ਦੇ ਨਾਲ। ਹਾਂਜੀ, ਇਹ ਕਰ ਸਕਦੇ ਹੋ ਤੁਸੀਂ। ਇਦਾਂ ਨਹੀਂ ਹੈ ਵੀ ਤੁਹਾਨੂੰ ਕੁਝ ਵੀ ਨਹੀਂ ਪਤਾ। ਤੁਹਾਡਾ ਆਪਣਾ ਜਿਸਮ ਆ, ਤੁਹਾਨੂੰ ਖੁਦ ਪਤਾ ਲੱਗ ਜਾਂਦਾ ਵੀ ਇਹ ਚੀਜ਼ ਮੈਨੂੰ ਮਾਫਕ ਆ, ਇਹ ਨਹੀਂ ਮਾਫਕ ਹੈਗੀ। ਹਾਂਜੀ, ਹੁਣ ਜੇ ਤੁਸੀਂ ਮਿਰਚਾਂ ਬਹੁਤ ਖਾਈ ਜਾਂਦੇ ਆ, ਸਾਡੇ ਲੋਕੀ ਮਿਰਚਾਂ ਬਹੁਤ ਖਾਂਦੇ ਹਨ, ਉਹ ਤਾਂ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਜ਼ਿਆਦਾ ਮਿਰਚਾਂ ਦਾ ਨੁਕਸਾਨ ਤਾਂ ਹੋਣਾ ਹੀ ਆ। ਭਾਜੀ ਮੈਂ ਤੁਹਾਨੂੰ ਦੱਸਾਂ, ਆਮ ਲੋਕੀ ਜਿਹੜੇ ਮੈਨੂੰ ਮਿਲਦੇ ਰਹਿੰਦੇ ਨੇ, ਆਈ ਹੋਪ ਤੁਸੀਂ ਦੇਖਦੇ ਹੋਗੇ ਪ੍ਰੋਗਰਾਮ, ਉਹ ਕਹਿੰਦਾ ਮੈਨੂੰ ਕਦੀ ਠੰਡੀ ਨਹੀਂ ਲੱਗਦੀ, ਮੈਨੂੰ ਕਦੀ ਕਰੋਨਾ ਨਹੀਂ ਲੱਗੇਗਾ ਕਿਉਂਕਿ ਮੈਂ ਮਿਰਚਾਂ ਬਹੁਤ ਖਾਂਦਾ ਹੈ। ਹੁਣ ਜਿਨ੍ਹਾਂ ਦੇ ਇੱਦਾਂ ਦੇ ਖਿਆਲ ਆ ਤਾਂ ਤੁਸੀਂ ਉਹਨੂੰ ਕੀ ਸਮਝਾ ਸਕਦੇ ਹੋ? ਇਹ ਹਕੀਕਤ ਤਾਂ ਮੈਂ ਤੁਹਾਨੂੰ ਰੀਅਲੀ ਕਹਿਣਾ ਪਿਆ। ਹਾਂਜੀ ਹਾਂਜੀ, ਮਿਰਚਾਂ ਜਿਹੜੀਆਂ ਚਲੋ ਇੰਨੀਆਂ ਜ਼ਿਆਦਾ ਖਾਣੀ ਉਹ ਨੁਕਸਾਨ ਵੀ ਕਰਦੀਆਂ। ਹਾਂਜੀ, ਤੁਹਾਡੇ ਐਸਿਡ ਬਣੇਗੀ ਅੰਦਰ। ਹਾਂਜੀ, ਤੇ ਤੁਹਾਡੇ ਅੰਦਰ ਝਲਦੀਆਂ ਨਹੀਂ ਫਿਰ ਇੰਨੀ ਮਿਰਚ ਨੂੰ। ਪਰ ਜੀ ਕੁਝ ਤੇ ਐਡੀ ਸਟਰੋਂਗ ਚੀਜ਼ ਹੁੰਦੀ ਹੈ, ਜਿਹੜੀ ਚੀਜ਼ ਬੋਡੀ ਤੁਹਾਡੀ ਯੂਜ਼ ਨਹੀਂ ਹੈਗੀ, ਕੋਈ ਤਾਂ ਉਹਨੂੰ ਨੁਕਸਾਨ ਪਹੁੰਚਦਾ ਹੋਏਗਾ। ਨੁਕਸਾਨ ਪਹੁੰਚਦਾ, ਜ਼ਰੂਰ ਪਹੁੰਚਦਾ। ਹਾਂਜੀ, ਮਸਲ ਸਪੈਜ਼ਮ ਹੁੰਦਾ ਬਾਉਲ ਦਾ ਤੁਹਾਡੇ, ਜੇ ਤੁਸੀਂ ਮਿਰਚਾਂ ਵਿੱਚ ਜਾਂਦੀਆਂ ਤੇ ਤੁਹਾਨੂੰ ਪਤਾ ਹੀ ਆ ਵੀ ਤੁਹਾਡੀ ਮੂੰਹ ਜਦੋਂ ਜਲਦਾ ਆ ਤਾਂ ਅੰਦਰ ਨੂੰ ਕੀ ਕਰਦਾ ਹੋਊਗਾ। ਬਿਲਕੁਲ ਯਾਰ, ਬਿਲਕੁਲ। ਭਾਜੀ ਜਦੋਂ ਹੁਣ ਥੋੜਾ ਜਿਹਾ ਤੁਸੀਂ ਵੱਡੀ ਉਮਰ ਦੇ ਹੁੰਦੇ ਹੋ, ਕੋਲੈਸਟਰੋਲ ਦਾ ਵੀ ਜ਼ੋਰ ਪੈ ਜਾਂਦਾ, ਛੋਟੀ ਉਮਰ ਤੋਂ ਬੰਦਾ ਬੌਦਰ ਹੀ ਨਹੀਂ ਕਰਦਾ, ਚੈੱਕ ਹੀ ਨਹੀਂ ਕਰਦਾ। ਹੁਣ ਤੁਸੀਂ ਆਪਣੀ ਡਾਈਟ ਕਿਹੜੀ ਸਾਰੇ ਨੂੰ ਵਰਸਟ ਚੀਜ਼ ਹੈਗੀ ਹੈ? ਇਹ ਕੋਲੈਸਟਰੋਲ ਵਾਸਤੇ ਇਹੀ ਆ ਵੀ ਜਿਹੜੇ ਸੈਚੂਰੇਟਡ ਫੈਟਸ ਆ, ਹੈ ਨਾ, ਐਸਪੈਸ਼ਲੀ ਹਾਈਡਰੋਜਨੇਟਡ ਫੈਟਸ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕੇਕਸ, ਬਿਸਕਿਟਸ, ਹੁਣ ਬਹੁਤ ਜ਼ਿਆਦਾ ਚੀਜ਼ਾਂ ਵਿੱਚ ਪੈਂਦੇ ਆ, ਇਹ ਬ੍ਰੈਡ ਵਿੱਚ ਵੀ ਪਾਉਂਦੇ ਆ। ਤੁਸੀਂ ਉਹ ਦੇਖ ਕੇ ਹੈ ਨਾ ਇੰਗਰੀਡੀਐਂਟਸ, ਤਾਂ ਉਹ ਚੀਜ਼ ਲਓ ਜਿਹਦੇ ਵਿੱਚ ਹਾਈਡਰੋਜਨੇਟਡ ਫੈਟਸ ਨਾ ਹੋਣ, ਜਿਹਦੇ ਵਿੱਚ ਪਾਮ ਆਇਲ ਨਾ ਪਾਇਆ ਹੋਵੇ। ਹਾਂਜੀ, that's most important thing। ਤੁਸੀਂ ਉੱਦਾਂ ਦੀ ਚੀਜ਼ਾਂ ਤੋਂ ਪਰਹੇਜ਼ ਕਰੋ। ਭਾਜੀ ਇੱਕ ਬੜਾ ਫੀਲ ਹੁੰਦਾ ਪੁਰਾਣੇ ਜ਼ਮਾਨੇ 'ਚ, ਮੈਂ ਸਭ IT ਦੀ ਗੱਲ ਕਰਾਂਗਾ, ਇੰਡੀਆ, ਪਾਕਿਸਤਾਨ, ਅਫਰੀਕਾ ਦੇ ਵਿੱਚ ਜਿੱਥੇ ਵੀ ਬੇਫਿਕਰ ਹੋ ਕੇ ਲੋਕ ਖਾਂਦੇ ਸੀਗੇ, ਕਦੀ ਸੋਚਦੇ ਨਹੀਂ ਸੀ ਮੈਂ ਕੀ ਖਾ ਰਿਹਾ ਕੀ ਨਹੀਂ ਖਾ ਰਿਹਾ। ਹਾਂ, ਇੱਕ ਗੱਲ ਜ਼ਰੂਰ ਸੀਗੀ, ਉਦੋਂ ਵੈਜੀਟੇਰੀਅਨ ਡਾਇਟ ਜ਼ਿਆਦਾ ਹੁੰਦੀ ਸੀਗੀ। ਮੈਂ ਆਪਾਂ ਇੱਕ ਕਾਲ ਲੈ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਤੁਹਾਡੀ ਬਿਲਕੁਲ ਆਵਾਜ਼ ਨਹੀਂ ਆ ਰਹੀ, ਬੜੀ ਮੱਧਮ ਹੈ। ਹੈਲੋ ਜੀ ਭਾਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ? ਮੈਂ ਨਾ ਇੱਥੇ ਬਰਮਿੰਘਮ ਤੋਂ ਬੋਲ ਰਿਹਾ, ਜਸਪਾਲ। ਜਸਪਾਲ ਜੀ, ਸ਼ੁਕਰਾਨਾ ਕਰਦੇ ਹਾਂ, ਕੀ ਕਹਿਣਾ ਚਾਹੁੰਦੇ ਹੋ? ਡਾਕਟਰ ਨੇ ਗੱਲ ਕੀਤੀ ਨਾ, ਮੈਂ ਆਪਣੇ ਪਿੱਛੇ ਰੀਸੈਂਟਲੀ ਮੈਂ ਨਾ ਚੈੱਕ ਕਰਾਉਣ ਗਿਆ ਸੀ ਆਪਣਾ ਕੋਲੈਸਟਰੋਲ ਤੇ ਸ਼ੂਗਰ। ਤੇ ਮੇਰੀ ਸ਼ੂਗਰ ਥੋੜੀ ਹਾਈ ਸੀ, ਤੇ ਨਾ ਮੈਨੂੰ ਉਹ ਜਿਹੜੀ ਨਰਸ ਸੀ ਉਹ ਕਹਿੰਦੀ ਤੂੰ ਗਲੈਕਸੋਟੀਨ ਦੀ ਗੋਲੀ ਨਾ ਸਵੇਰੇ ਖਾਇਆ ਕਰ ਇੱਕ। ਮੈਂ ਕਹਿੰਦੀ ਸ਼ਾਮ ਨੂੰ ਖਾਣਾ 2 ਮੈਟਾਫੋਮ ਦੀਆਂ। ਅੱਛਾ। ਤੇ ਉਹਨਾਂ ਨਾਲ ਜੋ ਮੈਂ ਸਵੇਰ ਨੂੰ ਖਾਣਾ ਤੇ ਮੇਰੀ ਨਾ ਸ਼ੂਗਰ ਜੋ ਮੈਂ ਸਵੇਰ ਨੂੰ ਖਾਣੇ 2 ਘੰਟਾ ਬਾਅਦ ਨਾ ਮੇਰੇ ਇੱਕਦਮ ਸ਼ੂਗਰ ਡ੍ਰੌਪ ਹੋ ਜਾਂਦੀ ਹੈ। ਮੈਨੂੰ ਖਾਣਾ ਪੈਂਦਾ, ਇਹਨਾਂ ਨੱਠ ਕੇ ਨਾ ਖਾਣਾ ਪੈਂਦਾ ਹੈ। ਬਿਲਕੁਲ ਠੀਕ ਹੈ। ਉਹ ਡੋਜ਼ ਮੇਰੇ ਟੂ ਹਾਈ ਆ ਕਿ ਕਿੱਦਾਂ? ਹਾਂਜੀ ਭਾਜੀ, ਇਹ ਭੁੱਖ ਨਹੀਂ ਲੱਗਦੀ ਰਹਿੰਦੀ, ਮੈਂ ਖਾ ਲਵਾਂ ਨਾ ਸਾਰਾ ਦਿਨ ਇਦਾਂ ਮੈਂ ਖਾਈ ਜਾਵਾਂ ਇਦਾਂ ਹੁੰਦਾ। ਹਾਂਜੀ, ਇਹੀ ਲੱਗਦਾ ਨਾ ਖਾਵਾਂ ਤਾਂ ਫਿਰ ਨਾਰਮਲ ਰਹਿਣਾ ਠੀਕ ਹੈ। ਹਾਂਜੀ, ਇਹ ਭਾਜੀ ਇਹੀ ਲੱਗਦਾ ਉਹ ਡੋਜ਼ ਤੁਹਾਡੇ ਲਈ ਜ਼ਿਆਦਾ ਆ। ਹਾਂਜੀ, ਡੋਜ਼ ਤੁਹਾਡੇ ਲਈ ਜ਼ਿਆਦਾ ਆ। ਇਹ ਕਿਉਂ ਜ਼ਿਆਦਾ ਹੈ? ਇੱਕਦਮ ਨਹੀਂ ਡ੍ਰੌਪ ਹੋਣੀ ਚਾਹੀਦੀ ਸ਼ੂਗਰ, ਤੇ ਤੁਸੀਂ ਆਪਣੀ ਡੋਜ਼ ਘਟਾਓ। ਹਾਂਜੀ, ਅੱਛਾ ਜੀ। ਹਾਂਜੀ, ਜਾਂ ਸਲਾਹ ਕਰੋ ਆਪਣੇ GP ਦੇ ਨਾਲ। ਭਾਜੀ ਬੈਸਟ ਹੈਗਾ ਤੁਸੀਂ ਆਪਣੀ GP ਨਾਲ ਸਲਾਹ ਕਰੋ। ਬਾਕੀ ਜਿਹੜੇ ਡਾਕਟਰ ਸਾਹਿਬ ਦੀ ਮੈਡੀਕੇਸ਼ਨ ਹੈਗੀ ਉਹ ਵੀ ਹੈਗੀ ਨੇ, ਲੇਕਿਨ ਜਦੋਂ ਇਹ ਵੀ ਤੁਹਾਨੂੰ ਪ੍ਰਸਕ੍ਰਾਈਬ ਕਰਨਗੇ, ਤੁਸੀਂ ਆਪਣੀ ਜਿਹੜੀ GP ਨੇ ਦਿੱਤੀ ਉਹ ਛੱਡਣੀ ਨਹੀਂ। ਦਵਾ ਜ਼ਰੂਰੀ ਹੈਗੀ ਹੈ। ਇੱਕ ਬਹੁਤ ਜ਼ਰੂਰੀ ਗੱਲ ਹੈ ਡਾਕਟਰ ਸਾਹਿਬ, ਦੇਖੋ ਜਿੱਦਾਂ ਅਸੀਂ ਹੁਣੇ ਗੱਲ ਕਰਕੇ ਹਟਿਆ, ਤੁਹਾਨੂੰ ਕੋਲੈਸਟਰੋਲ ਹੋਵੇ, ਹੁਣ ਅਸੀਂ ਡਾਇਬੀਟੀਜ਼ ਦੀ ਗੱਲ ਕਰਦੇ ਹਾਂ, ਤੁਹਾਡੇ ਜਿਸਮ ਨੂੰ ਇਮੀਡੀਏਟਲੀ ਪਤਾ ਲੱਗ ਜਾਂਦਾ ਕਿ ਲੋ ਹੈਗੀ ਕਿ ਹਾਈ ਹੈਗੀ, ਇਮੀਡੀਏਟਲੀ। ਹੁਣ ਜੇ ਤੁਸੀਂ 2 ਗੋਲੀਆਂ ਖਾਂਦੇ ਹੋ, ਭਾਜੀ ਬੜੀ ਸੈਂਸੀਬਲ ਗੱਲ ਹੈ, ਬੁਰਾ ਮੰਨਣ ਵਾਲੀ ਗੱਲ ਨਹੀਂ ਹੈ। ਤੁਹਾਨੂੰ ਪਤਾ ਲੱਗ ਗਿਆ ਕਿ ਤੁਸੀਂ 2 ਗੋਲੀਆਂ ਖਾ ਲਈਆਂ, ਤੁਹਾਡੀ ਸ਼ੂਗਰ ਇੱਕਦਮ ਡਾਊਨ ਚਲੇਗੀ। ਇਹ ਤੇ ਸਿੰਪਲ ਗੱਲ ਹੈ ਕਿ ਤੁਹਾਡੇ ਡੋਜ਼ ਹਾਈ ਹੈਗਾ, ਖੁਦ ਨੂੰ ਸਮਝ ਹੋ ਜਾਣੀ ਚਾਹੀਦੀ ਨਾ ਉਹਦੀ। ਫਿਰ ਤੁਹਾਨੂੰ ਕੋਈ ਮਿੱਠਾ ਖਾਣਾ ਪੈਂਦਾ ਟੂ ਬੈਲੈਂਸ ਇਟ ਆਊਟ। ਬੈਲੈਂਸ ਕਰਨ ਲਈ ਫਿਰ ਹੋਰ ਖਾਣਾ ਪੈਂਦਾ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਸਰ। ਪ੍ਰੋਗਰਾਮ ਦੇਖਦੇ ਰਹੋ ਤੇ ਬਹੁਤ ਅੱਛਾ ਲੱਗਿਆ ਤੁਸੀਂ ਕਾਲ ਕੀਤਾ। ਥੈਂਕ ਯੂ, ਸਤਿ ਸ਼੍ਰੀ ਅਕਾਲ। ਨਹੀਂ ਭਾਜੀ, ਇਹ ਚੀਜ਼ਾਂ ਇੱਕ ਗੱਲ ਜਿਹਨੂੰ ਡਾਇਬੀਟੀਜ਼ ਹੈਗੀ ਬੜੀ ਕਾਮਨ ਬਿਮਾਰੀ ਹੈ, ਬਹੁਤ ਕਾਮਨ, ਕਿ ਇਹਨੂੰ ਕਹਿੰਦੇ ਨਾ ਦੀ ਮਦਰ ਆਫ ਆਲ ਡਿਜ਼ੀਜ਼ਸ। ਇਹ ਮਾਂ ਹੈ ਸਾਰੀ ਬਿਮਾਰੀਆਂ ਦੀ।
ਇੱਥੋਂ ਸਾਰੀਆਂ ਬਿਮਾਰੀਆਂ ਲਿਵਰ ਕਿਡਨੀ ਇੱਥੋਂ ਸਟਾਰਟ ਹੁੰਦੀਆਂ, ਜਿੱਦਾਂ ਵੀ ਤੁਸੀਂ ਟਰਬਲ ਲੈ ਲਓ ਇੱਥੋਂ ਸ਼ੁਰੂ ਹੁੰਦੀ ਹੈ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਤੁਸੀਂ ਜਦੋਂ ਦਵਾ ਖਾਂਦੇ ਹੋ ਇਹਦੀ ਡਾਇਬੀਟਿਸ ਦੀ, ਤੁਸੀਂ ਆਪਣੇ ਬਾਡੀ ਨੂੰ ਸਮਝੋ, ਬਹੁਤ ਬਹੁਤ ਇੰਪੋਰਟੈਂਟ ਹੈ। ਯੂਰ ਬਾਡੀ ਵਿਲ ਸਪੀਕ ਇਟਸੈਲਫ, ਤੁਹਾਨੂੰ ਦੱਸੇਗੀ ਕਿ ਤੁਹਾਨੂੰ ਕੀ ਹੋ ਰਿਹਾ। ਬੜਾ ਇੰਪੋਰਟੈਂਟ ਹੈਗਾ। ਬਾਕੀ ਡਾਕਟਰ ਸਾਹਿਬ ਹੈਗੇ ਨੇ, ਤੁਹਾਨੂੰ ਪ੍ਰੋਫੈਸ਼ਨਲ ਐਡਵਾਈਸ ਦੇਣਗੇ। ਤੇ ਡਾਕਟਰ ਸਾਹਿਬ ਹੋਰ ਕਿਸ ਤਰ੍ਹਾਂ ਕੀ ਹੋ ਸਕਦਾ ਇਹਦੇ ਬਾਰੇ? ਇਹ ਸ਼ੂਗਰ ਬਾਰੇ ਜੀ, ਹਾਂ ਇਹ ਹੈਗਾ ਵੀ ਪਹਿਲਾਂ ਤਾਂ ਇਹ ਆਪਣੀ ਡਾਈਟ ਕੰਟਰੋਲ ਕਰਨ, ਸਭ ਤੋਂ ਇੰਪੋਰਟੈਂਟ ਡਾਈਟ ਆ। ਹਾਂਜੀ, ਤੁਸੀਂ ਡਾਈਟ ਨਾਲ ਹੀ ਆਪਣੀ ਸ਼ੂਗਰ ਕੰਟਰੋਲ ਕਰ ਸਕਦੇ ਆ। ਹਾਂਜੀ, ਜੇ ਤੁਸੀਂ ਕਾਰਬੋਹਾਈਡਰੇਟਸ ਹਰ ਵੇਲੇ ਖਾਈ ਜਾਂਦੇ ਆ, ਹਾਂਜੀ, ਤੇ ਆਟੇ ਤੋਂ ਚੀਜ਼ਾਂ ਜਿਹੜੀਆਂ ਬਣੀਆਂ, ਤੇ ਉਹਨਾਂ ਦਾ ਜਾ ਕੇ ਜਦੋਂ ਡਾਈਜੈਸਟ ਹੁੰਦਾ ਨਾ, ਉਹਦੀ ਫਿਰ ਗਲੂਕੋਜ਼ ਬਣ ਜਾਂਦੀ ਆ। ਗਲੂਕੋਜ਼ ਇੱਕ ਸ਼ੂਗਰ ਟਾਈਪ ਹੁੰਦੀ ਹੈ ਜੀ। ਸੋ ਉਹ ਜਦੋਂ ਗਲੂਕੋਜ਼ ਇੱਕਦਮ ਬਲੱਡ ਸਟਰੀਮ ਵਿੱਚ ਜਾਂਦੀ ਹੈ ਨਾ, ਅਤੇ ਖਾਸ ਕਰਕੇ ਜਿੱਦਾਂ ਹੈਗੇ ਆ ਸਿੰਪਲ ਕਾਰਬੋਹਾਈਡਰੇਟਸ, ਜਿਹੜੇ ਤੁਸੀਂ ਬਿਸਕਿਟ ਖਾ ਲੈਂਦੇ ਜਾਂ ਕੇਕ ਖਾ ਲੈਂਦੇ ਆ, ਹੈ ਨਾ, ਜਾਂ ਤੁਸੀਂ ਸ਼ੂਗਰ ਚਾਹ 'ਚ ਪੀ ਲੈਂਦੇ ਆ, ਉਹ ਇੱਕਦਮ ਬਲੱਡ ਸਟਰੀਮ ਜਾਂਦੀ ਆ। ਉਹ ਫਿਰ ਤੁਹਾਡੀ ਪੈਨਕ੍ਰੀਅਸ ਨੂੰ ਇਨਸੂਲਿਨ ਛੱਡਣੀ ਪੈਂਦੀ ਹੈ ਉਹਨੂੰ ਕੰਟਰੋਲ ਕਰਨ ਲਈ, ਕਿਉਂਕਿ ਉਹ ਇੱਕਦਮ ਸਪਾਈਕ ਹੁੰਦੀ ਹੈ ਨਾ, ਉਹ ਜ਼ਿਆਦਾ ਇਨਸੂਲਿਨ ਛੱਡਣੀ ਪੈਂਦੀ ਆ, ਅਤੇ ਇਨਸੂਲਿਨ ਫਿਰ ਉਹਨੂੰ ਇੱਕਦਮ ਥੱਲੇ ਲੈ ਆਉਂਦੀ ਆ। ਹਾਂਜੀ, ਅਤੇ ਦਿਸ ਇਜ਼ ਦ ਬਿਗ ਪ੍ਰੋਬਲਮ। ਜਿਹੜੀ ਇਨਸੂਲਿਨ ਅਪ ਐਂਡ ਡਾਊਨ ਹੁੰਦੀ ਰਹਿੰਦੀ ਹੈ ਸ਼ੂਗਰ, ਹੈ ਨਾ, ਉਹ ਫਿਰ ਇਨਸੂਲਿਨ ਬਹੁਤ ਜ਼ਿਆਦਾ ਚਿਰ ਤੁਹਾਡੀ ਬਾਡੀ ਵਿੱਚ ਰਹਿੰਦੀ ਆ, ਅਤੇ ਉਹ ਰਹਿਣੀ ਨਹੀਂ ਚਾਹੀਦੀ, ਕਿਉਂਕਿ ਇਨਸੂਲਿਨ ਬੜਾ ਇੱਕ ਪਾਵਰਫੁਲ ਚੀਜ਼ ਆ, ਉਹ ਤੁਹਾਡੇ ਆਰਗਨਸ ਨੂੰ ਵੀ ਡੈਮੇਜ ਕਰਦੀ ਆ। ਇਹਨਾਂ ਨੇ ਭਾਈ ਸਾਹਿਬ ਨੂੰ ਪੁੱਛਿਆ ਨਹੀਂ ਕਿ ਕਿੰਨੀ ਕੁ ਦੇਰ ਹੋ ਗਈ? ਮੇ ਬੀ ਹੁਣੀ ਹੋਈ ਹੋਈ ਲੱਗਦੀ ਹੈ, ਕਿਉਂਕਿ ਉਹ ਯੂਜ਼ ਨਹੀਂ ਹੈਗੇ ਆਪਣੀ ਬਾਡੀ ਨਾਲ, ਤੇ ਡਾਇਬੀਟੀਜ਼ ਦੇ ਕਿੱਦਾਂ ਕੰਟਰੋਲ ਕਰਨੀ ਹੈ। ਹੁਣ ਬੜਾ ਕੈਚ 22 ਸਿਚੁਏਸ਼ਨ ਇਹਨਾਂ ਦਾ, ਐਕਸੈਸਿਵ ਡੋਜ਼ ਗੋਲੀ ਖਾ ਲੈਂਦੇ ਨੇ, ਫਿਰ ਜਿਸਮ ਕਹਿੰਦਾ ਕਿ ਮੈਨੂੰ ਕੁਝ ਖਾਣ ਨੂੰ ਦੇ, ਫਿਰ ਸ਼ੂਗਰ ਖਾਣੀ ਪੈਂਦੀ ਹੈ, ਤੇ ਉਹ ਤਾਂ ਫਿਰ ਇਜ਼ ਫਾਈਟਿੰਗ ਅਗੇਂਸਟ ਹਾਂ, ਇੱਦਾਂ ਕਈ ਇਨਸੂਲਿਨ ਦਾ ਟੀਕਾ ਲਾਉਂਦੇ ਆ ਨਾ, ਉਹਨਾਂ ਦਾ ਵੀ ਇੱਦਾਂ ਹੀ ਹੁੰਦਾ ਹੈ। ਕਈ ਵਾਰੀ ਉਹ ਇਨਸੂਲਿਨ ਦਾ ਡੋਜ਼ ਉਹਨਾਂ ਨੂੰ ਜ਼ਿਆਦਾ ਹੁੰਦਾ ਹੈ, ਤੇ ਉਹਨਾਂ ਦੀ ਫਿਰ ਇੱਕਦਮ ਸ਼ੂਗਰ ਡਾਊਨ ਹੋ ਜਾਂਦੀ ਹੈ, ਫਿਰ ਉਹ ਹਾਈਪੋ ਨੂੰ ਕਹਿੰਦੇ, ਹਾਈਪੋ ਚੱਲ ਜਾਂਦੇ, ਉਹ ਅਨਕੌਂਸ਼ੀਅਸ ਵੀ ਹੋ ਸਕਦੇ ਇੱਦਾਂ ਜ਼ਿਆਦਾ ਡਾਊਨ। ਡਾਕਟਰ ਸਾਹਿਬ ਆਪਾਂ ਕ੍ਰਿਟੀਸਾਈਜ਼ ਨਹੀਂ ਕਰਨਾ, ਮੈਡੀਕਲ ਟੀਮ ਆਪ ਆਪਣੇ ਤਰੀਕੇ ਨਾਲ ਇਲਾਜ ਕਰਦੀ ਹੈ। ਇਹ ਹੁਣ ਜੋ ਹੋ ਰਿਹਾ ਦਿਖਾਈ ਦੇ ਰਿਹਾ ਕਿ ਕੀ ਹੋ ਰਿਹਾ, ਇਹ ਕਿਉਂ ਹੁੰਦਾ ਇਹਦਾ? ਵਾਈ ਇਹਨੂੰ ਮੋਨੀਟਰ ਕਿਉਂ ਨਹੀਂ ਕਰਦੇ? ਇਹ ਵਾਪਸ ਜੀਪੀਐਫ ਕਿਉਂ ਨਹੀਂ ਜਾਂਦੇ ਕਿ ਮੈਂ ਇੱਦਾਂ ਕਰਦਾ ਇੱਦਾਂ ਹੁੰਦਾ? ਤੇ ਉਹਨੂੰ ਖੁਦ ਸਮਝ ਹੋਣੀ ਚਾਹੀਦੀ ਹੈ ਕਿ ਮੈਂ ਕੀ ਕਰਨਾ ਚਾਹੀਦਾ। ਹਾਂਜੀ, ਖੁਦ ਇਹਨਾਂ ਨੂੰ ਆਪਣੇ ਆਪ ਚੈੱਕ ਕਰਨਾ ਚਾਹੀਦਾ। ਮਸ਼ੀਨ ਲੈ ਸਕਦੇ, ਇਹ ਬੜੀ ਸਸਤੀ ਆਉਂਦੀ ਮਸ਼ੀਨ ਅੱਜ ਕੱਲ੍ਹ, ਬਿਲਕੁਲ, ਤੇ ਉਹ ਲੈ ਕੇ ਆਪਣੇ ਆਪ ਹਰ ਰੋਜ਼ ਚੈੱਕ ਕਰਿਆ ਕਰ। ਜਿੱਦਾਂ ਡਾਇਬੀਟੀਜ਼ ਉਹਨਾਂ ਨਾਲ ਵੈਸੇ ਮੁਫਤ ਵੀ ਦੇ ਦਿੰਦੇ ਨੇ, ਮੁਫਤ ਵੀ ਦੇ ਦਿੰਦੇ, ਕਲੀਨਿਕ 'ਚੋਂ ਮੁਫਤ ਮਿਲਦੀ ਹੈ। ਹਾਂਜੀ, ਸਟ੍ਰਿਪਸ ਵੀ ਮਿਲਦੀਆਂ, ਤੇ ਉਹ ਸਟ੍ਰਿਪਸ ਥੋੜ੍ਹੀਆਂ ਮਹਿੰਗੀਆਂ ਹੁੰਦੀਆਂ, ਤੇ ਮਸ਼ੀਨ ਤਾਂ ਅੱਜ ਕੱਲ੍ਹ ਸਸਤੀ ਬਹੁਤ ਮਿਲਦੀ ਆ, ਤੇ ਜਿੱਦਾਂ ਕਹਿੰਦੇ ਕਲੀਨਿਕ ਵਿੱਚੋਂ ਫ੍ਰੀ ਮਿਲਦੀ ਆ। ਪਰ ਇਹਨਾਂ ਨੂੰ ਚਾਹੀਦਾ ਵੀ ਜਦੋਂ ਤੁਹਾਨੂੰ ਡਾਇਬੀਟੀਜ਼ ਹੋ ਗਈ ਵੀ ਤੁਸੀਂ ਰੈਗੂਲਰ ਚੈੱਕ ਕਰਿਆ ਕਰੋ। ਵੈਰੀ ਇੰਪੋਰਟੈਂਟ ਭਾਜੀ, ਬੜੀ ਜ਼ਰੂਰੀ ਗੱਲ ਹੈ। ਜਿਹਨੂੰ ਡਾਇਬੀਟੀਜ਼ ਹੋਵੇ ਨਾ, ਉਹਦਾ ਜ਼ਿਆਦਾ ਦਿਲ ਕਰਦਾ ਮਿੱਠਾ ਖਾਣ ਨੂੰ। ਮੈਂ ਆਪਣੀ ਨਹੀਂ ਗੱਲ ਕਰ ਰਿਹਾ, ਦਵਾਈ ਜਦੋਂ ਖਾਂਦੇ ਫਿਰ ਸ਼ੂਗਰ ਡਾਊਨ ਹੋ ਜਾਂਦੀ ਹੈ, ਅਤੇ ਉਹ ਤੁਹਾਨੂੰ ਇੱਦਾਂ ਦੇ ਫੂਡ ਸਿਲੈਕਟ ਕਰਨੇ ਪੈਂਦੇ ਆ ਵੀ ਉਹ ਲੈਵਲ ਜਿਹੀ ਰਹੇ ਹੈ ਨਾ ਸ਼ੂਗਰ। ਇੱਕ ਗੱਲ ਥੋੜ੍ਹੀ ਜਿਹੀ ਤੁਹਾਨੂੰ ਕੌਂਸਲੇਸ਼ਨ, ਥੋੜ੍ਹੀ ਹਿੰਮਤ ਦੀ ਗੱਲ ਦੱਸਦਾ। ਇਹ ਬਿਮਾਰੀ ਜਿਹੜੀ ਹੈਗੀ ਹੈ ਨਾ, ਖਰਾਬ ਵੀ ਹੈਗੀ ਹੈ, ਜਿੱਦਾਂ ਕਹਿੰਦੇ ਕਿ ਮਾਂ ਸਾਰੇ ਬਿਮਾਰੀਆਂ ਦੀ ਹੈਗੀ ਆ। ਅਗਰ ਤੁਸੀਂ ਆਪਣੀ ਬਾਡੀ ਨੂੰ ਸਮਝਦੇ ਨਾ, ਇਹਨੂੰ ਤੁਸੀਂ ਐਕਸੈਪਟ ਕਰਕੇ ਤੁਸੀਂ ਕੰਟਰੋਲ ਕਰ ਸਕਦੇ ਡਾਈਟ ਦੇ ਨਾਲ। ਹਾਂਜੀ, ਬਿਲਕੁਲ ਕਰ ਸਕਦੇ ਹੋ। ਬਿਲਕੁਲ ਜੀ, ਬਿਲਕੁਲ। ਇੱਦਾਂ ਹੀ ਕੋਲੈਸਟਰੋਲ ਦੀ ਕਹਾਣੀ ਹੈ, ਤੁਸੀਂ ਡਾਈਟ ਨਾਲ ਕੰਟਰੋਲ ਕਰੋ, ਅਤੇ ਸ਼ੂਗਰ ਦੀ ਡਾਇਬੀਟੀਜ਼ ਜਿਹੜੀ ਆ, ਇਹ ਵੀ ਤੁਸੀਂ ਬਹੁਤ ਸਾਰੀ ਚੰਗੀ ਤਰ੍ਹਾਂ ਤੁਸੀਂ ਡਾਈਟ ਨਾਲ ਕੰਟਰੋਲ ਕਰ ਸਕਦੇ ਆ। ਅਤੇ ਥੋੜ੍ਹਾ ਜਿਹਾ ਟਾਈਮ ਰਹਿ ਗਿਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਕੱਢ ਕੇ ਲਿਆਂਦੀ ਸੀ ਸਾਈਡ ਇਫੈਕਟਸ ਇਹ ਕੋਲੈਸਟਰੋਲ ਦੀ ਗੋਲੀਆਂ ਨਾਲ ਕੀ ਹੋ ਸਕਦੇ ਆ। ਬਹੁਤ ਇੰਪੋਰਟੈਂਟ ਹੈ। ਸੋ 4 ਮਿੰਟ ਹੈਗੇ, ਆਪਾਂ ਫਟਾਫਟ ਕਰ ਲੈਂਦੇ। ਉਹ ਮੈਂ ਫਟਾਫਟ ਕਰ ਦੇਣੇ। ਅਤੇ ਪਹਿਲਾਂ ਤਾਂ ਉਹ ਕਹਿੰਦੇ ਸ਼ੁਰੂ ਹੋਣ 'ਚ ਤੁਹਾਨੂੰ ਚੱਕਰ ਆ ਸਕਦੇ ਆ, ਅਤੇ ਦਿਲ ਕੱਚਾ ਹੋ ਸਕਦਾ ਹੈ, ਅਤੇ ਥਕਾਵਟ ਮਹਿਸੂਸ ਹੋ ਸਕਦੀ ਆ, ਕਮਜ਼ੋਰੀ ਖਾਸ ਲੋਕ ਇਹ ਕਹਿੰਦੇ ਹੁੰਦੇ, ਮੈਂ ਬਹੁਤ ਕਮਜ਼ੋਰ ਫੀਲ ਕਰਦਾ ਜਦੋਂ ਕੋਲੈਸਟਰੋਲ ਦੀ ਗੋਲੀ ਨਾਲ। ਹਾਂਜੀ, ਕਮਜ਼ੋਰੀ ਬਹੁਤ ਪੈ ਜਾਂਦੀ ਆ, ਕਾਬਜ਼ ਹੋ ਸਕਦੀ ਆ, ਲੂਜ਼ ਮੋਸ਼ਨਸ ਹੋ ਸਕਦੇ ਆ, ਬਦਹਜ਼ਮੀ ਹੋ ਸਕਦੀ ਆ, ਹਾਂਜੀ, ਗੈਸ ਪ੍ਰੋਬਲਮ, ਅਤੇ ਖਾਸ ਇੱਕ ਹੋਰ ਇਹਦਾ ਸਾਈਡ ਇਫੈਕਟ ਹੈ ਮਸਲ ਪੇਨ। ਉਹਨਾਂ ਦੀ ਲੱਤਾਂ ਦੁਖਣ ਲੱਗ ਪੈਂਦੀਆਂ। ਹਾਂਜੀ, ਖਾਸ ਇਹ ਪ੍ਰੋਬਲਮ ਹੈ। ਅਤੇ ਇਹ ਜੇ ਮਸਲ ਦੁਖਣ ਲੱਗ ਪੈਂਦੇ ਆ, ਅਤੇ ਇੱਕ ਯਾਦਾਸ਼ਤ ਵੀ ਹੋ ਸਕਦੇ ਆ। ਹਾਂਜੀ, ਮੈਮਰੀ ਘਟਣ ਲੱਗ ਪੈਂਦੀ ਆ। ਹਾਂਜੀ, ਇਹ ਹੁਣ ਡਿਮੈਂਸ਼ੀਆ, ਇਹ ਹੁਣ ਲਿੰਕ ਕਰਦੇ ਆ, ਨਵਾਂ ਲਿੰਕ ਆਇਆ ਇੱਕ ਵੀ ਜਿਹੜੀ ਕੋਲੈਸਟਰੋਲ ਦੀਆਂ ਗੋਲੀਆਂ ਇਹ ਡਿਮੈਂਸ਼ੀਆ ਕੋਜ਼ ਕਰ ਰਹੀਆਂ। ਹਾਂਜੀ, ਇਹਦਾ ਲਿੰਕ ਨਵਾਂ ਆਇਆ। ਅਤੇ ਵਾਲ ਝੜ ਸਕਦੇ ਆ, ਲਿਵਰ ਵਿੱਚ ਸੋਜ ਪੈ ਸਕਦੀ ਆ, ਪੈਨਕ੍ਰੀਅਸ ਵਿੱਚ ਸੋਜ ਪੈ ਸਕਦੀ ਆ, ਸਕਿਨ ਰੈਸ਼ ਹੋ ਸਕਦੇ ਆ। ਹਾਂਜੀ, ਇਹ ਕਾਮ ਵਾਸ਼ਨਾ ਘਟ ਸਕਦੀ ਆ, ਅਤੇ ਨਮਰਦੀ ਹੋ ਸਕਦੀ ਆ। ਨਿਊਰੋਪੈਥੀ ਖਾਸ ਜਿਹੜੀ ਡਾਇਬੀਟੀਜ਼ ਵਿੱਚ ਹੁੰਦੀ ਹੈ ਨਾ,
ਤੇ ਉਹਨਾਂ ਦੇ ਪੈਰਾਂ ਦੇ ਵਿੱਚ ਦਰਦ ਹੋਣ ਲੱਗ ਪੈਂਦਾ ਜਾਂ ਜਲਣ ਹੋਣ ਲੱਗ ਪੈਂਦੀ ਹੈ ਜਾਂ ਸੁੰਨੇ ਸੁੰਨੇ ਰਹਿਣ ਲੱਗ ਪੈਂਦੇ, ਇਹ ਇਸ ਗੋਲੀਆਂ ਦੇ ਨਾਲ ਵੀ ਹੋ ਸਕਦਾ ਹੈ। ਹਾਂਜੀ, ਤੇ ਮੈਂ ਇਹੀ ਦੇਖਿਆ ਵੀ ਖਾਸ ਲੋਕੀ ਜਿਹੜੇ ਡਾਇਬੈਟਿਕ ਆ ਉਹਨਾਂ ਨੂੰ ਇਹ ਕੋਲੈਸਟਰੋਲ ਗੋਲੀਆਂ ਵੀ ਤੇ ਵੀ ਇਲਾਜ ਸਾਈਡ ਇਫੈਕਟ ਕੋਈ ਛੱਡਿਆ ਹੀ ਨਹੀਂ ਕਿਸੇ ਤਰ੍ਹਾਂ ਛੱਡਿਆ ਨਹੀਂ ਕੋਈ ਦੇਖਦਾ। ਹਰੇਕ ਬਾਡੀ ਜਦੋਂ ਸਾਰੀ ਬਾਡੀ 'ਚ ਘੁੰਮਦੀ ਆ ਇਹ ਦਵਾਈ, ਉਹ ਕਿਤੇ ਵੀ ਤੁਹਾਡਾ ਸਾਈਡ ਇਫੈਕਟ ਕਰ ਸਕਦੀ ਹੈ। ਮੈਂ ਨਾ ਬਾਰ-ਬਾਰ ਕਹਾਂਗਾ ਪਲੀਜ਼, ਬਹੁਤ ਦਫਾ ਇਹ ਡਿਸਕਸ਼ਨ ਹੁੰਦੀ ਹੈ ਕਿ ਹਮੇਸ਼ਾ ਕਿਹਾ ਜਾਂਦਾ ਕਿ ਗਵਰਨਮੈਂਟ ਪਾਗਲ ਹੈ, GP ਪਾਗਲ ਹੈਗੇ ਨੇ। ਤੁਸੀਂ ਉਹ ਪਾਗਲ ਨਹੀਂ, ਕਿਉਂਕਿ ਤੁਹਾਨੂੰ ਕੋਲੈਸਟਰੋਲ ਕੰਟਰੋਲ ਕਰਨ ਨੂੰ ਇਹ ਉਹਦਾ ਨੁਕਸਾਨ ਹੁੰਦਾ ਹੈ। ਹੁਣ ਦੈਨ ਯੂ ਨੀਡ ਟੂ ਬੈਲੈਂਸ ਆਊਟ ਕਿ ਮੈਂ ਸਾਰੀ ਉਮਰ ਗੋਲੀ ਤੇ ਰਹਿਣਾ ਕਿ ਮੈਂ ਕੁਛ ਨਾ ਕੁਛ ਇਹਦਾ ਇਲਾਜ ਕਰਾਂ। ਹਾਂਜੀ ਹਾਂਜੀ, ਸੋ ਜ਼ਰੂਰੀ ਨਹੀਂ ਹੈਗਾ ਵੀ ਇਹਦੇ ਵਿੱਚੋਂ ਤੁਹਾਨੂੰ ਸਾਰੇ ਸਾਈਡ ਇਫੈਕਟ ਹੋਣਗੇ। ਬਿਲਕੁਲ, ਪਰ ਕੋਈ ਵੀ ਹੋ ਸਕਦਾ ਹੈ, ਕੋਈ ਵੀ ਇੰਨੇ ਦੇ ਵਿੱਚੋਂ ਕੁਝ ਤਾਂ ਹੋ ਸਕਦਾ, ਕੁਝ ਹੋ ਸਕਦਾ ਹੈ। ਇਹ ਹੁਣ ਰਿਕਾਰਡ ਕੀਤੇ ਗਏ ਜਦੋਂ ਟੈਸਟ ਕੀਤੀ ਦਵਾਈ ਵੀ ਕਿਸੇ ਨੂੰ ਕੋਈ ਸਾਈਡ ਇਫੈਕਟ ਹੋਇਆ, ਕਿਸੇ ਨੂੰ ਕੋਈ ਹੋਇਆ। ਸੋ ਚਾਂਸ ਹੈਗਾ ਵੀ ਕਿਸੇ ਨੂੰ ਕੋਈ ਨਾ ਕੋਈ ਸਾਈਡ। ਚਲੋ ਮੇ ਬੀ ਸ਼ਾਰਟ ਟਰਮ 'ਚ ਲੌਂਗਰ ਟਰਮ 'ਚ ਹੋ ਸਕਦਾ ਹੈ ਜਦੋਂ ਉਮਰ ਵੱਡੀ ਹੁੰਦੀ ਹੈ। ਹਾਂਜੀ, ਯੂ ਨੈਵਰ ਨੋ। ਹਾਂਜੀ, ਡਾਕਟਰ ਸਾਹਿਬ ਕਹਿੰਦੇ ਨੇ ਬਸ ਇਹੀ ਬਿਮਾਰੀਆਂ ਸਾਈਡ ਇਫੈਕਟ ਤੋਂ ਜ਼ਿਆਦਾ ਹੋਰ ਕੁਝ ਨਹੀਂ ਹੈਗਾ, ਬਾਕੀ ਛੱਡਿਆ ਕੁਝ ਨਹੀਂ ਹੈਗਾ। ਇਹ ਓਨੈਸਟਲੀ ਇਟਸ ਸੋ ਵਰਿੰਗ। ਤੁਸੀਂ ਇਹ ਪ੍ਰੋਗਰਾਮ ਦੇਖਿਆ ਕਰੋ ਹਮੇਸ਼ਾ। ਇੱਕ ਚੀਜ਼ ਹੈਗੀ ਹੈ ਨਾ, ਪਲੀਜ਼ ਤੁਸੀਂ ਹਮੇਸ਼ਾ, ਮੈਨੂੰ ਪਤਾ ਆਪਣੇ ਲੋਕਾਂ ਨੂੰ ਵੈਬਸਾਈਟ ਦਾ ਨਹੀਂ ਪਤਾ, ਚੈੱਕ ਕਰਨਾ ਨਹੀਂ ਪਤਾ ਕਿੱਦਾਂ ਕਰੀਦਾ, ਰਿਸਰਚ ਕਿੱਦਾਂ ਕਰੀਦਾ, ਤੁਸੀਂ ਕਾਲ ਚੱਲਣ ਦੇ ਪ੍ਰੋਗਰਾਮ ਦੇਖਿਆ ਕਰੋ। ਬਾਕੀ ਤੁਸੀਂ ਵਿਸ਼ਵਾਸ ਕਰਨਾ ਨਹੀਂ ਕਰਨਾ, ਕੁਝ ਤੁਸੀਂ ਆਪਣਾ ਦਿਮਾਗ ਯੂਜ਼ ਕਰੋ ਕਿ ਕਿਹਦੇ ਤੇ ਤੁਸੀਂ ਵਿਸ਼ਵਾਸ ਕਰਨਾ। ਕਈ ਲੋਕੀ ਹੁੰਦੇ ਨੇ ਕਿ ਮੈਂ ਉਹ ਦੂਜਾ ਦਵਾ ਛੱਡ ਕੇ ਮੈਂ ਹੋਮਿਓਪੈਥੀ ਵੱਲ ਜਾਵਾਂ, ਤਰ੍ਹਾਂ ਦੇ ਲੋਕਾਂ ਦੇ ਖਿਆਲਾਤ ਹੈਗੇ ਨੇ। ਦੈਟਸ ਰਾਈਟ, ਪਰ ਡਰਨਾ ਨਹੀਂ ਚਾਹੀਦਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਉਹ ਨਹੀਂ ਸਾਰਾ ਮੁਲਕ ਕੰਟਰੋਲ ਹਿਟਲਰ ਨੇ ਕੀਤਾ, ਡਰਾ ਕੇ ਲੋਕਾਂ ਨੂੰ। ਹਾਂਜੀ, ਜੇ ਤੁਸੀਂ ਜਿਹੜੀ ਫੇਰ ਦੀ ਗੱਲ ਕੀਤੀ, ਹਾਂ ਫੇਰ ਦੀ ਗੱਲ ਕੀਤੀ ਸੀਗੀ ਵੀ ਉਹ ਕਹਿੰਦੇ ਵੀ ਜਰਮਨੀ ਨੂੰ ਜਿਹੜੇ ਜਿਊ ਲੋਕ ਆ ਉਹਨੇ ਟੇਕ ਓਵਰ ਕਰ ਲੈਣਾ, ਇਸ ਕਰਕੇ ਸਾਰੇ ਜਿਊਆਂ ਦੇ ਅਗੇਂਸਟ ਹੋ ਜਾਓ। ਸਾਰਿਆਂ ਲੋਕਾਂ ਨੂੰ ਉਹਨੇ ਅਗੇਂਸਟ ਕਰ ਦਿੱਤਾ। ਜਿਊਆਂ ਨੂੰ ਲਿਜਾ ਕੇ ਗੈਸ ਚੈਂਬਰ ਵਿੱਚ ਮਾਰਿਆ ਗਿਆ। ਹਾਂਜੀ, ਇੰਨੇ ਜ਼ੁਲਮ ਕੀਤੇ, ਉਹ ਲੋਕਾਂ ਨੂੰ ਕੰਟਰੋਲ ਕੀਤਾ ਡਰਾ ਕੇ। ਕਿੰਨੇ ਮਿਲੀਅਨਸ ਆਫ ਲੋਕਾਂ ਦੇ ਹੋਏ। ਸੋ ਇਸੇ ਕਰਕੇ ਲੋਕਾਂ ਨੂੰ ਡਰਾਉਂਦੇ ਆ ਵੀ ਕੋਲੈਸਟਰੋਲ ਬਾਰੇ ਬਹੁਤ ਡਰ ਪੈਦਾ ਕਰਦੇ ਆ। ਨਾ ਤੁਸੀਂ ਗੋਲੀ ਖਾਧੀ ਹਾਰਟ ਅਟੈਕ ਹੋ ਜਾਣਾ ਤੁਹਾਨੂੰ। ਹਾਂਜੀ, ਤਾਂ ਇੱਕ ਲੇਡੀ ਨਾਲ ਮੇਰੀ ਕੱਲ੍ਹ ਪਰਸੋਂ ਗੱਲ ਹੋਈ, ਉਹ ਕਹਿੰਦੀ ਕੋਈ ਪ੍ਰੋਬਲਮ ਸੀ। ਮੈਂ ਕਿਹਾ ਤੁਸੀਂ ਬਦਾਮ ਰੋਗਨ ਦਾ ਚਮਚਾ ਲੈ ਲਿਆ ਕਰੋ। ਕਹਿੰਦੀ ਉਹਨਾਂ ਕੋਲੈਸਟਰੋਲ ਤਾਂ ਨਾ ਭਰ ਜਾਊਗਾ। ਉਹ ਇੰਨਾ ਡਰ ਉਹਦੇ ਭਰਿਆ ਸੀਗਾ। ਬਿਲਕੁਲ ਭਾਜੀ, ਥੈਂਕ ਯੂ ਸੋ ਮਚ, ਬਹੁਤ ਮਿਹਰਬਾਨੀ। ਤੁਸੀਂ ਥੈਂਕ ਯੂ। ਹਮੇਸ਼ਾ ਆਉਂਦੇ ਤਕਲੀਫ ਕਰਦੇ, ਬੜੀ ਦੂਰੋਂ ਆਉਂਦੇ ਨੇ ਭਾਜੀ। ਪਲੀਜ਼ ਇਸੇ ਤਰ੍ਹਾਂ ਜਿਹੜੇ ਤੁਹਾਨੂੰ ਪ੍ਰੋਗਰਾਮ ਅੱਛੇ ਲੱਗਦੇ ਨੇ ਤੁਸੀਂ ਉਹਦੀ ਫੀਡਬੈਕ ਦਿਆ ਕਰੋ, ਕਾਲ ਕਰਿਆ ਕਰੋ। ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਬੈਠ ਕੇ ਗੱਲਾਂ ਕਰ ਜਾਂਦੇ। ਜੇ ਤੁਹਾਡੀ ਫੀਡਬੈਕ ਨਹੀਂ ਹੁੰਦੀ ਫਿਰ ਅੱਛਾ ਨਹੀਂ ਲੱਗਦਾ। ਇਨਕਰੇਜਮੈਂਟ ਮਿਲਦੀ ਹੈ, ਚਾਹੇ ਭੈੜੀ ਹੋਵੇ ਚਾਹੇ ਅੱਛੀ ਹੋਵੇ, ਉਹਦੇ ਨਾਲ ਅਸੀਂ ਇੰਪਰੂਵਮੈਂਟ ਕਰ ਸਕਦੇ ਹਾਂ। ਸ਼ੋਅ ਦੀ, ਆਪਣੇ ਗੱਲਬਾਤ ਦੀ ਇੰਪਰੂਵਮੈਂਟ ਕਰ ਸਕਦੇ ਹਾਂ। ਜੋ ਤੁਸੀਂ ਕੋਈ ਬਿਮਾਰੀ ਦੀ ਚਾਹੁੰਦੇ ਕੋਈ ਗੱਲ ਕੀਤੀ ਜਾਵੇ, ਅਸੀਂ ਉਹਦੇ ਬਾਰੇ ਗੱਲ ਕਰਾਂਗੇ। ਹਰ ਵੀਕ ਟਿਊਜ਼ਡੇ ਨੂੰ 11 ਤੋਂ 12 ਡਾਕਟਰ ਸਾਹਿਬ ਮੇਰਾ ਪ੍ਰੋਗਰਾਮ ਹੁੰਦਾ ਹੈ। ਹਰ ਤਰ੍ਹਾਂ ਦੀ ਬਿਮਾਰੀ ਦੀ ਡਿਸਕਸ਼ਨ ਹੁੰਦੀ ਹੈ, ਤੁਹਾਨੂੰ ਦੱਸਿਆ ਜਾਂਦਾ ਹੈ। ਬਾਕੀ ਤੁਸੀਂ ਹਮੇਸ਼ਾ ਜੋ ਵੀ ਤੁਸੀਂ ਇਹ ਪ੍ਰੋਗਰਾਮ ਸੁਣਦੇ ਆਪਣੀ GP ਦੇ ਸਲਾਹ ਲੈ ਕੇ ਫਿਰ ਤੁਸੀਂ ਆਪਣੀ ਦਵਾ ਬਕਾਲਾ ਚੇਂਜ ਕਰਨੀ ਹੈ। ਮੈਂ ਕੰਟਰਡਿਕਟ ਕਰਦਾ, ਬੜੀ ਮੁਸ਼ਕਿਲ ਗੱਲ ਹੈ ਕਿ ਕਿੱਧਰ ਜਾਣਾ, ਇਹ ਤੁਹਾਡੀ ਮਰਜ਼ੀ ਹੈ। ਨੈਕਸਟ ਵੀਕ ऐसे टाइम सेम टाइम पे फिर मुलाकात होगी। तब तक रखा भाजी। वाहिगुरू जी का खालसा, वाहिगुरू जी की फतेह।